ਹੈਲੋ एवरीवन ਵੈਲਕਮ ਟੂ CBL's YouTube ਚੈਨਲ। ਵੈਲ ਜਿੱਦਾਂ ਕਿ ਤੁਸੀਂ ਜਾਣਦੇ ਹੋ PPSC ਨੇ ਹਾਲ ਹੀ ਵਿੱਚ PCS ਐਗਜ਼ੀਕਿਊਟਿਵ ਬ੍ਰਾਂਚ ਯਾਨੀ ਕਿ ਰਜਿਸਟਰ A2 ਤੇ ਰਜਿਸਟਰ C ਦੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤੀ ਹੈ ਤੇ ਇਸੇ ਨੂੰ ਮੁੱਖ ਰੱਖਦੇ ਹੋਏ ਆਪਾਂ CBL ਦੇ ਆਪਣੇ ਪਲੇਟਫਾਰਮ ਤੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਸੀਰੀਜ਼ ਲੈ ਕੇ ਆਏ ਹਾਂ ਜਿੱਥੇ ਆਪਾਂ PCS ਐਗਜ਼ੀਕਿਊਟਿਵ ਬ੍ਰਾਂਚ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਨੂੰ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਐਨਾਲਾਈਜ਼ ਕਰ ਰਹੇ ਹਾਂ। ਆਪਾਂ ਹਰ ਇੱਕ ਪੇਪਰ ਨੂੰ ਈਅਰ ਵਾਈਜ਼ ਤੇ ਸਬਜੈਕਟ ਵਾਈਜ਼ ਡੀਕੋਡ ਕਰ ਰਹੇ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ 2019 ਦਾ ਪੇਪਰ ਜਿਹਦੇ ਵਿੱਚੋਂ ਕਿ ਅਸੀਂ ਸਾਇੰਸ ਸੈਕਸ਼ਨਸ ਦੇ ਕੁਐਸਚਨਸ ਨੂੰ ਅਲੱਗ ਕੀਤਾ ਹੈ ਤੇ ਅੱਜ ਦੀ ਇਸ ਵੀਡੀਓ 'ਚ ਆਪਾਂ ਦੇਖਾਂਗੇ ਕਿ 2019 ਦੇ ਪੇਪਰ ਦੇ ਵਿੱਚ ਸਾਇੰਸ ਸੈਕਸ਼ਨ ਤੋਂ ਕਿੱਦਾਂ ਦੇ ਸਵਾਲ PPSC ਨੇ ਫਰੇਮ ਕੀਤੇ, ਕਿਹੜੇ-ਕਿਹੜੇ ਟੌਪਿਕਸ ਨੇ ਜਿਹੜੇ ਕਿ ਇੰਪੋਰਟੈਂਟ ਬਣ ਜਾਂਦੇ ਨੇ। ਅਸੀਂ ਫਰਦਰ ਇਹਨਾਂ ਟੌਪਿਕਸ ਨੂੰ ਡਿਵਾਈਡ ਕੀਤਾ ਹੈ ਇਨਟੂ ਫਿਜ਼ਿਕਸ, ਕੈਮਿਸਟਰੀ, ਬਾਇਓ ਐਂਡ ਸਾਇੰਸ ਐਂਡ ਟੈਕ। ਸਭ ਤੋਂ ਪਹਿਲਾਂ ਫਿਜ਼ਿਕਸ ਦਾ ਸੈਕਸ਼ਨ ਦੇਖਦੇ ਹਾਂ ਤੇ ਫਰਸਟ ਕੁਐਸਚਨ ਦੀ ओर ਚੱਲਦੇ ਹਾਂ। ਨਾਓ ਪਹਿਲਾ ਕੁਐਸਚਨ ਜੇ ਤੁਸੀਂ ਰੀਡ ਕਰੋਗੇ, it says that the role of UV radiations in water purification system is to basically ਜਿਹੜਾ ਸਾਡਾ ਵਾਟਰ ਪਿਊਰੀਫਿਕੇਸ਼ਨ ਸਿਸਟਮ ਹੁੰਦਾ ਹੈ ਉਸ ਵਾਟਰ ਪਿਊਰੀਫਿਕੇਸ਼ਨ ਸਿਸਟਮ ਦੇ ਵਿੱਚ UV radiations ਦਾ ਕੀ ਰੋਲ ਹੈ, ਇਹ ਤੁਹਾਡੇ ਤੋਂ ਇਸ ਕੁਐਸਚਨ 'ਚ ਪੁੱਛਿਆ ਗਿਆ। ਨਾ ਇਸ ਤੋਂ ਪਹਿਲਾਂ ਕਿ ਆਪਾਂ ਸਾਰੀਆਂ ਸਟੇਟਮੈਂਟਸ ਨੂੰ ਦੇਖੀਏ, ਸਾਨੂੰ UV radiations ਬਾਰੇ ਆਪਣਾ ਕੁਝ ਬੇਸਿਕ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ। ਵੈਲ ਫਿਜ਼ਿਕਸ ਦੀ ਕਲਾਸਿਸ ਜਦੋਂ ਵੀ ਆਪਾਂ ਫਿਜ਼ਿਕਸ ਪੜ੍ਹਦੇ ਹਾਂ ਤਾਂ ਆਪਾਂ ਪੜ੍ਹਦੇ ਹਾਂ ਕਿ देयर आर ਸਰਟਨ ਰੇਡੀਏਸ਼ਨਸ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਤੇ ਸਾਡੀਆਂ ਜਿਹੜੀਆਂ UV ਰੇਜ਼ ਨੇ, UV ਰੇਡੀਏਸ਼ਨਸ ਨੇ, ਇਹ ਵੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਹੀ ਨੇ। ਇਹ UV ਰੇਡੀਏਸ਼ਨਸ ਬੇਸਿਕਲੀ ਕਦੇ-ਕਦੇ ਪੁੱਛ ਲੈਂਦੇ ਕਿ ਕਿੱਥੇ ਫਾਲ ਕਰਦਾ ਹੈ, ਪੂਰਾ ਦਾ ਪੂਰਾ ਸਪੈਕਟਰਮ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਬਟ ਐਜ਼ ਆਫ ਨਾਓ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ UV ਰੇਜ਼ X ਰੇਜ਼ ਤੇ ਵਿਜ਼ੀਬਲ ਲਾਈਟ ਦੇ ਵਿਚਕਾਰ ਫਾਲ ਕਰਦੀ ਹੈ। ਵਿਜ਼ੀਬਲ ਰੇਜ਼ ਤੇ X ਰੇਜ਼ ਦੇ ਵਿਚਕਾਰ ਕੌਣ ਫਾਲ ਕਰਦੀਆਂ ਨੇ, ਤੁਹਾਡੀਆਂ UV ਰੇਜ਼। that is the main idea ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪਹਿਲੀ ਗੱਲ, UV ਰੇ ਕੀ ਹੈ? ਇਹ ਇੱਕ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ ਜੋ ਕਿ X ਰੇਜ਼ ਤੇ ਵਿਜ਼ੀਬਲ ਲਾਈਟ ਜਾਂ ਵਿਜ਼ੀਬਲ ਰੇਜ਼ ਦੇ ਵਿਚਕਾਰ ਫਾਲ ਕਰਦੀਆਂ ਨੇ। ਠੀਕ ਹੈ ਜੀ, ਚਲੋ ਅਗਲੀ ਚੀਜ਼ ਜੋ ਆਪਾਂ ਪੜ੍ਹਦੇ ਹਾਂ ਐਂਡ ਵੀ ਨੋ ਕਿ ਜੋ UV ਰੇਡੀਏਸ਼ਨਸ ਨੇ ਇਹਨਾਂ ਨੂੰ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ। ਸਾਡੇ ਕੋਲ UVA ਰੇਜ਼ ਹੁੰਦੀਆਂ ਨੇ, UVB ਰੇਜ਼ ਹੁੰਦੀਆਂ ਨੇ ਤੇ UVC ਰੇਜ਼ ਹੁੰਦੀਆਂ ਨੇ। ਕਿੱਦਾਂ ਡਿਵਾਈਡ ਕਰਦੇ ਆ? ਬੇਸਿਕਲੀ ਵੇਵਲੈਂਥ ਦੇ ਬੇਸਿਸ ਤੇ ਆਪਾਂ ਫਰਦਰ UV ਰੇਜ਼ ਨੂੰ ਡਿਵਾਈਡ ਕਰ ਸਕਦੇ ਹਾਂ। ਨਾ ਫਰਸਟ ਥਿੰਗ ਦੈਟ ਯੂ ਸ਼ੁਡ ਨੋ ਕਿ ਜਦੋਂ ਵੀ ਆਪਾਂ ਵਾਟਰ ਪਿਊਰੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਵਾਟਰ ਪਿਊਰੀਫਿਕੇਸ਼ਨ ਦੇ ਵਿੱਚ ਕਿਹੜੀ ਰੇਡੀਏਸ਼ਨਸ ਯੂਜ਼ ਹੁੰਦੀਆਂ ਨੇ? UVC ਰੇਡੀਏਸ਼ਨਸ ਯੂਜ਼ ਹੁੰਦੀਆਂ ਨੇ ਇਨ ਦ ਵਾਟਰ ਪਿਊਰੀਫਿਕੇਸ਼ਨ ਸਿਸਟਮ। ਇਹ ਬੇਸਿਕਲੀ 254 ਨੈਨੋਮੀਟਰਸ ਤੋਂ ਘੱਟ ਇਹਨਾਂ ਦਾ ਜਿਹੜੀ ਹੈਗੀ ਉਹ ਵੇਵਲੈਂਥ ਹੁੰਦੀ ਹੈ ਤੇ UVC ਰੇਡੀਏਸ਼ਨਸ ਜਿਹੜੀਆਂ ਹੈਗੀਆਂ ਨੇ, ਟਾਈਪ C ਰੇਡੀਏਸ਼ਨਸ ਨੇ, ਉਹ ਆਪਾਂ ਵਾਟਰ ਪਿਊਰੀਫਿਕੇਸ਼ਨ ਸਿਸਟਮ ਦੇ ਵਿੱਚ ਯੂਜ਼ ਕਰਦੇ ਹਾਂ। ਹੁਣ ਸਭ ਤੋਂ ਬੇਸਿਕ ਗੱਲ, UV ਰੇਜ਼ ਕਿਸ ਤਰ੍ਹਾਂ ਨਾਲ ਵਾਟਰ ਪਿਊਰੀਫਾਈ ਕਰਦਾ ਹੈ, ਇਹ ਕੀ ਪ੍ਰੋਸੈਸ ਹੈ, ਆਪਾਂ ਨੂੰ ਇਹ ਸਮਝਣਾ ਪਏਗਾ। ਸੋ ਜਦੋਂ ਸਾਡਾ ਵਾਟਰ UV ਚੈਂਬਰ ਚੋਂ ਪਾਸ ਕਰਦਾ ਹੈ, ਸਾਡੇ ਕੋਲ ਪਿਊਰੀਫਿਕੇਸ਼ਨ ਸਿਸਟਮ ਵਿੱਚ ਇੱਕ UV ਚੈਂਬਰ ਹੁੰਦਾ ਹੈ ਤੇ ਜਦੋਂ ਸਾਡਾ ਵਾਟਰ ਉਸ UV ਚੈਂਬਰ ਚੋਂ ਪਾਸ ਕਰਦਾ ਹੈ ਤਾਂ ਉੱਥੇ ਕੀ ਹੁੰਦਾ ਹੈ? ਵਾਟਰ ਦੇ ਉੱਤੇ UV ਰੇਡੀਏਸ਼ਨਸ ਪਾਸ ਕਰਦੀਆਂ ਨੇ। ਤੇ UV ਰੇਡੀਏਸ਼ਨਸ ਕੀ ਕਰਦੀਆਂ ਨੇ? ਸਭ ਤੋਂ ਇੰਪੋਰਟੈਂਟ ਚੀਜ਼, ਤੁਹਾਡੀਆਂ ਜਿਹੜੀਆਂ UV ਰੇਡੀਏਸ਼ਨਸ ਨੇ ਇਹ ਪੈਨੀਟ੍ਰੇਟ ਕਰਦੀਆਂ ਨੇ ਮਾਈਕਰੋ ਆਰਗੈਨਿਜ਼ਮਸ ਦੇ ਵਿੱਚ। ਜੇਕਰ ਵਾਟਰ ਦੇ ਵਿੱਚ ਕੋਈ ਬੈਕਟੀਰੀਆ ਹੈ, ਵਾਇਰਸਿਸ ਨੇ, ਕੋਈ ਪੈਰਾਸਾਈਟ ਹੈ, ਕੋਈ ਪ੍ਰੋਟੋਜ਼ੋਆ ਹੈ, ਜਿੱਦਾਂ ਆਪਾਂ ਈਕੋਲਾਈ ਬਾਰੇ ਸੁਣਦੇ ਹਾਂ, ਹਨਾ, ਕੋਈ ਵੀ ਇਦਾਂ ਦਾ ਬੈਕਟੀਰੀਆ ਹੈ, ਵਾਇਰਸ ਹੈ, ਪ੍ਰੋਟੋਜ਼ੋਆ ਹੈ, UV ਰੇਡੀਏਸ਼ਨ ਉਸ ਮਾਈਕਰੋ ਆਰਗੈਨਿਜ਼ਮ ਦੇ ਵਿੱਚ ਕੀ ਕਰਦੀ ਹੈ? ਪੈਨੀਟ੍ਰੇਟ ਕਰਦੀ ਹੈ। ਪਹਿਲੀ ਚੀਜ਼, ਪੈਨੀਟ੍ਰੇਟ ਕਰਨ ਤੋਂ ਬਾਅਦ ਹੁਣ ਕੀ ਹੈ ਕਿ ਮਾਈਕਰੋ ਆਰਗੈਨਿਜ਼ਮਸ ਦੇ ਵਿੱਚ ਉਹਨਾਂ ਦਾ ਜੈਨੇਟਿਕ ਮਟੀਰੀਅਲ ਹੋਊਗਾ, ਚਾਹੇ ਉਹ DNA ਦੀ ਫਾਰਮ 'ਚ ਹੋਵੇ ਜਾਂ RNA ਦੀ ਫਾਰਮ 'ਚ ਹੋਵੇ। ਤੇ ਜਿਹੜਾ ਮਾਈਕਰੋ ਆਰਗੈਨਿਜ਼ਮ ਦਾ DNA ਹੈ ਜਾਂ ਫਿਰ RNA ਹੈ, ਉਹ ਕੀ ਕਰ ਲੈਂਦਾ ਹੈ? ਉਹ UV ਰੇਡੀਏਸ਼ਨ ਨੂੰ ਆਪਣੇ ਅੰਦਰ ਐਬਜ਼ੌਰਬ ਕਰ ਲੈਂਦਾ ਹੈ। ਤੇ ਜਿੱਦਾਂ ਹੀ UV ਰੇਡੀਏਸ਼ਨਸ ਐਬਜ਼ੌਰਬ ਹੋਈਆਂ DNA ਤੇ RNA ਦੇ ਵਿੱਚ, ਆ ਜਿਹੜਾ ਜੈਨੇਟਿਕ ਮਟੀਰੀਅਲ ਹੈ ਇਹ ਡੈਮੇਜ ਹੋ ਜਾਂਦਾ ਹੈ। ਹੁਣ ਇੱਥੇ ਥੋੜੀ ਜਿਹੀ ਬਾਇਓਲੋਜੀ ਦੀ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਹੈ
ਕਿ ਜੈਨੇਟਿਕ ਮਟੀਰੀਅਲ ਇਜ਼ ਸੋ ਇੰਪੋਰਟੈਂਟ ਜਿਹਦੇ ਨਾਲ ਤੁਹਾਡੇ ਮਾਈਕਰੋ ਆਰਗੇਨਿਜ਼ਮਸ ਰੀਪਰੋਡਿਊਸ ਕਰਦੇ ਨੇ। ਡੀਐਨਏ ਤੇ ਆਰਐਨਏ ਰੀਪਰੋਡਕਸ਼ਨ 'ਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਹੁਣ ਕੀ ਹੋਇਆ, ਯੂਵੀ ਰੇਡੀਏਸ਼ਨ ਨੇ ਮਾਈਕਰੋ ਆਰਗੇਨਿਜ਼ਮ ਨੂੰ ਪੈਨੀਟ੍ਰੇਟ ਕੀਤਾ। ਜਿਹੜੀ ਯੂਵੀ એનર્ਜੀ ਹੈ ਉਹ ਤੁਹਾਡੇ ਡੀਐਨਏ ਤੇ ਆਰਐਨਏ ਆਪਣੇ ਅੰਦਰ ਐਬਜ਼ੌਰਬ ਕਰ ਲਈ, ਤੇ ਜਿੱਦਾਂ ਹੀ ਉਹ એનર્ਜੀ ਐਬਜ਼ੌਰਬ ਕੀਤੀ, ਜਿਹੜਾ ਜੈਨੇਟਿਕ ਮਟੀਰੀਅਲ ਹੈ ਉਹ ਡੈਮੇਜ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਮਾਈਕਰੋ ਆਰਗੇਨਿਜ਼ਮ ਅੱਗੇ ਰੀਪਰੋਡਿਊਸ ਨਹੀਂ ਕਰ ਪਾਉਂਦਾ। ਮਾਈਕਰੋ ਆਰਗੇਨਿਜ਼ਮ ਲੂਜ਼ਸ ਇਟਸ ਐਬਿਲਿਟੀ ਟੂ ਰੀਪਰੋਡਿਊਸ। ਤੇ ਜਦੋਂ ਮਾਈਕਰੋ ਆਰਗੇਨਿਜ਼ਮ ਰੀਪਰੋਡਿਊਸ ਹੀ ਨਹੀਂ ਕਰ ਪਾਊਗਾ ਤਾਂ ਇਹ ਫਰਦਰ ਕੀ ਬਣ ਜਾਂਦਾ ਹੈ, ਇਹ ਬਾਇਓਲੋਜੀਕਲ ਇਨਐਕਟਿਵ ਮਾਈਕਰੋ ਆਰਗੇਨਿਜ਼ਮ ਬਣ ਜਾਂਦਾ ਹੈ। ਮਤਲਬ ਕਿ ਜੇ ਇਹ ਆਪਣੀ ਬਾਡੀ ਵਿੱਚ ਗਿਆ ਵੀ ਤੇ ਹਾਰਮਲੈਸ ਹੋ ਜਾਊਗਾ। ਕਿਉਂ? ਬਿਕਾਜ਼ ਇਹ ਬਾਡੀ ਵਿੱਚ ਜਾ ਕੇ ਸਾਡੇ ਅੱਗੇ ਰੀਪਰੋਡਿਊਸ ਨਹੀਂ ਕਰ ਪਾਉਂਦਾ। ਤਾਂ ਇੱਕ ਚੀਜ਼ ਬਹੁਤ ਧਿਆਨ ਨਾਲ ਸੁਣੋ, ਯੂਵੀ ਰੇਡੀਏਸ਼ਨਸ ਫਿਜ਼ੀਕਲੀ ਮਾਈਕਰੋ ਆਰਗੇਨਿਜ਼ਮ ਨੂੰ ਰਿਮੂਵ ਨਹੀਂ ਕਰਦੀ। ਯੂਵੀ ਰੇਡੀਏਸ਼ਨ ਮਾਈਕਰੋ ਆਰਗੇਨਿਜ਼ਮ ਦੇ ਜੈਨੇਟਿਕ ਮਟੀਰੀਅਲ ਨੂੰ ਡੈਮੇਜ ਕਰਦੀ ਹੈ, ਜਿਹਦੇ ਨਾਲ ਕਿ ਮਾਈਕਰੋ ਆਰਗੇਨਿਜ਼ਮ ਰੀਪਰੋਡਿਊਸ ਨਹੀਂ ਕਰ ਪਾਉਂਦਾ ਤੇ ਉਹ ਆਪਣੀ ਬਾਡੀ ਵਿੱਚ ਜਾ ਕੇ ਵੀ ਬਾਇਓਲੋਜੀਕਲੀ ਇਨਐਕਟਿਵ ਬਣ ਜਾਂਦਾ ਹੈ। That is the main idea, ਜਿਹਦੇ ਨਾਲ ਕਿ ਸਾਡੇ ਕੋਲ UV rays ਵਾਟਰ ਨੂੰ ਪਿਊਰੀਫਾਈ ਕਰਦੀ ਹੈ। It kills and inactivates the microwaves. Clear everybody? ਇਹ ਬੇਸਿਕ ਸੀਗਾ। ਹੁਣ ਚੱਲਦੇ ਹਾਂ ਆਪਾਂ ਆਪਣੇ ਕੁਐਸਚਨ ਦੀ ਤਰਫ। ਹੁਣ ਜੇਕਰ ਆਪਾਂ ਦੇਖੀਏ ਪਹਿਲੀ ਸਟੇਟਮੈਂਟ ਕੀ ਦਿੱਤੀ ਹੈ, ਕੁਐਸਚਨ ਸੀਗਾ ਦ ਰੋਲ ਆਫ UV ਰੇਡੀਏਸ਼ਨ ਇਨ ਵਾਟਰ ਪਿਊਰੀਫਿਕੇਸ਼ਨ ਸਿਸਟਮ ਇਜ਼ ਟੂ, ਪਹਿਲੀ ਸਟੇਟਮੈਂਟ ਹੈ to inactivate or kill the harmful microorganisms in water। ਇਹ ਸਟੇਟਮੈਂਟ ਸਹੀ ਹੈ। ਆਪਾਂ ਹੁਣੀ ਪੜ੍ਹ ਕੇ ਆਏ that ਇਹੀ ਉਹ ਪ੍ਰਾਇਮਰੀ ਪਰਪਸ ਹੈ ਜਿਹਦੇ ਨਾਲ ਕਿ ਵਾਟਰ ਪਿਊਰੀਫਿਕੇਸ਼ਨ ਦੇ ਵਿੱਚ UV ਰੇਡੀਏਸ਼ਨਸ ਹੈਲਪ ਕਰਦੀਆਂ ਨੇ। UV ਰੇਡੀਏਸ਼ਨਸ ਮਾਈਕਰੋਬੀਅਲ DNA ਨੂੰ ਡੈਮੇਜ ਕਰ ਦਿੰਦੀਆਂ ਨੇ, ਜਿਹਦੇ ਕਰਕੇ ਮਾਈਕਰੋਬ ਇਨਐਕਟਿਵ ਜਾਂ ਫਿਰ ਕਿਲ ਹੋ ਜਾਂਦਾ ਹੈ। That is the main purpose of UV radiation। ਤਾਂ ਪਹਿਲੀ ਸਟੇਟਮੈਂਟ ਤਾਂ ਸਹੀ ਹੈ, ਆਪਾਂ ਹੁਣੀ ਇਹਦੇ ਬਾਰੇ ਪੜ੍ਹ ਕੇ ਆਏ, we should have no doubt about it। ਅਗਲੀ ਸਟੇਟਮੈਂਟ ਦੇਖਦੇ ਹਾਂ। ਹੁਣ ਅਗਲੀ ਸਟੇਟਮੈਂਟ ਵਿੱਚ ਕੀ ਹੈ that UV radiation remove undesirable odor from the water। ਹੁਣ ਦੇਖੋ ਪਾਣੀ ਵਿੱਚੋਂ ਵੀਅਰਡ ਜੀ ਬਦਬੂ ਕਦੋਂ ਆਉਂਦੀ ਹੈ, ਜੇਕਰ ਉਹਦੇ ਵਿੱਚ ਹਾਈਡਰੋਜਨ ਸਲਫਾਈਡ ਹੋਵੇ, ਕੁਝ ਆਰਗੈਨਿਕ ਕੰਪਾਊਂਡਸ ਹੋਣ, ਕੁਝ ਇਹੋ ਜਿਹਾ ਮੈਟਰ ਹੋਵੇ ਜੋ ਕਿ ਡਿਕੇ ਕਰ ਰਿਹਾ ਹੈ, ਤਾਂ ਪਾਣੀ ਵਿੱਚੋਂ ਬਦਬੂ ਆਉਂਦੀ ਹੈ। ਲੇਕਿਨ UV ਰੇਡੀਏਸ਼ਨ ਤਾਂ ਇਹਨਾਂ ਉੱਤੇ ਕਿਸੇ ਉੱਤੇ ਵੀ ਕੰਮ ਨਹੀਂ ਕਰ ਰਹੀ। ਆਪਾਂ ਦੇਖਿਆ UV ਰੇਡੀਏਸ਼ਨ ਸਿਰਫ ਕਿਹਨੂੰ ਟਾਰਗੇਟ ਕਰ ਰਹੀ ਹੈ, UV ਰੇਡੀਏਸ਼ਨ ਸਿਰਫ ਮਾਈਕਰੋ ਆਰਗੇਨਿਜ਼ਮ ਨੂੰ ਟਾਰਗੇਟ ਕਰ ਰਹੀ ਹੈ। ਉਹ ਨਾ ਹਾਈਡਰੋਜਨ ਸਲਫਾਈਡ, ਨਾ ਆਰਗੈਨਿਕ ਮੈਟਰ, ਨਾ ਡਿਕੇਇੰਗ ਮੈਟਰ ਕਿਸੇ ਨਾਲ ਵੀ ਇੰਟਰੈਕਟ ਨਹੀਂ ਕਰ ਰਹੀ। ਰੈਦਰ ਜੇ ਸਾਨੂੰ ਵਾਟਰ ਵਿੱਚੋਂ ਹਾਰਮਫੁਲ ਆਡਰ ਜਾਂ ਫਿਰ ਬਦਬੂ ਨੂੰ ਕੱਢਣਾ ਹੁੰਦਾ ਹੈ ਤਾਂ ਉਹਦੇ ਵਾਸਤੇ ਐਕਟੀਵੇਟਿਡ ਕਾਰਬਨ ਫਿਲਟਰਸ ਨੂੰ ਯੂਜ਼ ਕੀਤਾ ਜਾਂਦਾ ਹੈ। ਐਕਟੀਵੇਟਿਡ ਕਾਰਬਨ ਫਿਲਟਰਸ ਆਰ ਯੂਜ਼ਡ, ਜਿਹਦੇ ਨਾਲ ਕਿ ਤੁਸੀਂ ਵਾਟਰ ਵਿੱਚੋਂ ਆਉਣ ਵਾਲੀ ਬਦਬੂ ਨੂੰ ਰਿਮੂਵ ਕਰ ਸਕਦੇ ਹੋ। ਤਾਂ ਸੈਕੰਡ ਸਟੇਟਮੈਂਟ ਸਹੀ ਨਹੀਂ ਹੈ। UV ਰੇਡੀਏਸ਼ਨ ਆਡਰ ਨੂੰ ਰਿਮੂਵ ਨਹੀਂ ਕਰਦੀ। ਕੌਣ ਰਿਮੂਵ ਕਰ ਸਕਦਾ ਹੈ? For future knowledge you should know ਕਿ ਜੇ ਆਪਾਂ ਵਾਟਰ ਵਿੱਚੋਂ ਆਡਰ ਨੂੰ ਰਿਮੂਵ ਕਰਨਾ ਹੈ then activated carbon filter can remove the odor। ਠੀਕ ਹੈ ਜੀ, ਤਾਂ ਮਤਲਬ ਸੈਕੰਡ ਸਟੇਟਮੈਂਟ ਜਿਹੜੀ ਹੈਗੀ ਆ ਉਹ ਗਲਤ ਹੈ। ਹੁਣ ਕੀ ਹੈ, ਐਗਜ਼ਾਮੀਨਰ ਲੱਗ ਰਿਹਾ ਕਿ ਤੁਸੀਂ ਸੋਚੋ ਕਿ ਜੇ ਪਿਊਰੀਫਾਈਡ ਵਾਟਰ ਹੈ ਤਾਂ ਉਹ ਸਮੈਲ ਵੀ ਅੱਛਾ ਕਰਨਾ ਚਾਹੀਦਾ ਹੈ, ਲੇਕਿਨ UV ਰੇਡੀਏਸ਼ਨ ਸਿਰਫ ਡਿਸਇਨਫੈਕਟ ਕਰਦਾ ਹੈ, ਉਹ ਡੀਆਡਰਾਈਜ਼ ਨਹੀਂ ਕਰਦਾ, ਉਹ ਪਾਣੀ ਦੀ ਆਰਡਰ ਨੂੰ ਚੇਂਜ ਨਹੀਂ ਕਰਦਾ। ਠੀਕ ਹੈ ਜੀ, ਥਰਡ ਸਟੇਟਮੈਂਟ ਦੇਖ ਲੈਂਦੇ ਹਾਂ। ਇਹਦੇ ਵਿੱਚ ਕਿਹਾ ਗਿਆ ਹੈ ਹੈਲਪ ਇਨ ਸੈਡੀਮੈਂਟੇਸ਼ਨ ਆਫ ਸੋਲਿਡ ਪਾਰਟੀਕਲਸ ਐਂਡ ਟੂ ਇੰਪਰੂਵ ਦ ਕਲੈਰਿਟੀ ਆਫ ਵਾਟਰ। ਸੈਡੀਮੈਂਟੇਸ਼ਨ ਆਪਾਂ ਪੜ੍ਹਦੇ ਹਾਂ, ਜੇਕਰ ਆਪਾਂ ਪਾਣੀ ਦਾ ਗਲਾਸ ਲਈਏ ਤੇ ਉਹਦੇ ਵਿੱਚ ਮਿੱਟੀ ਪਾ ਦਈਏ, ਰੇਤਾ ਪਾ ਦਈਏ ਤੇ ਉਹਨੂੰ ਘੁਮਾ ਦਈਏ, ਹੌਲੀ ਹੌਲੀ ਕੀ ਹੋਏਗਾ, ਜੋ ਸੋਲਿਡ ਪਾਰਟੀਕਲਸ ਨੇ ਉਹ ਗ੍ਰੈਵਿਟੀ ਕਰਕੇ, ਕੋਆਗੂਲੇਸ਼ਨ ਕਰਕੇ, देयर इज अनदर ਕਨਸੈਪਟ ਆਫ ਫੋਕੂਲੇਸ਼ਨ, ਉਹਦੇ ਕਰਕੇ ਹੌਲੀ 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 ਜਿਹੜਾ ਮਿੱਟੀ ਹੈ ਉਹ ਪਾਣੀ ਦੇ ਥੱਲੇ ਬੈਠ ਜਾਂਦੀ ਹੈ ਤੇ ਉੱਪਰ ਸਾਨੂੰ ਕਲੀਅਰ ਵਾਟਰ ਦੇਖਣ ਲਈ ਮਿਲਦਾ ਹੈ। ਦੈਟ ਇਜ਼ ਦੀ ਕਨਸੈਪਟ ਆਫ ਸੈਡੀਮੈਂਟੇਸ਼ਨ ਕਿ ਵਾਟਰ ਉੱਪਰ ਰਹਿ ਗਿਆ ਤੇ ਜਿਹੜੇ ਵੀ ਸੋਲਿਡ ਪਾਰਟੀਕਲ ਸੀਗੇ ਉਹ ਨੀਚੇ ਆ ਕੇ ਬੈਠ ਗਏ, ਜਿਹਦੇ ਵਿੱਚ ਮੇਨ ਰੋਲ ਗ੍ਰੈਵਿਟੀ ਤੇ ਕੋਆਗੂਲੇਸ਼ਨ ਦਾ ਹੁੰਦਾ ਹੈ। ਹੁਣ ਆਪਾਂ ਤਾਂ ਪੜ੍ਹਿਆ ਹੀ ਨਹੀਂ ਇਦਾਂ ਦਾ ਕਿ UV ਰੇਡੀਏਸ਼ਨ ਪਾਰਟੀਕਲ ਨੂੰ ਸੈਟਲ ਕਰਨ ਦੇ ਵਿੱਚ ਹੈਲਪ ਕਰਦਾ ਹੈ ਤੇ ਪਾਣੀ ਦੀ ਕਲੈਰਿਟੀ ਨੂੰ ਵਧਾਉਂਦਾ ਹੈ। ਆਪਾਂ ਤਾਂ ਇੱਕੋ ਚੀਜ਼ ਪੜ੍ਹੀ ਹੈ ਕਿ UV ਰੇਡੀਏਸ਼ਨ ਮਾਈਕਰੋ ਆਰਗੇਨਿਜ਼ਮਸ ਦੇ DNA ਨੂੰ ਇਫੈਕਟ ਕਰਦਾ ਹੈ। ਸੋ ਇਹ ਸਟੇਟਮੈਂਟ ਵੀ ਸਹੀ ਨਹੀਂ ਹੈ। ਰਾਦਰ ਸਾਡੇ ਕੋਲ ਉਲਟਾ ਹੈ,
ਬਹੁਤ ਧਿਆਨ ਨਾਲ ਸੁਣਿਓ, ਜੇਕਰ ਤੁਹਾਡਾ ਵਾਟਰ ਕਲੀਅਰ ਨਹੀਂ ਹੈ, ਵਾਟਰ ਦੇ ਵਿੱਚ ਬਹੁਤ ਜ਼ਿਆਦਾ ਟਰਬਿਡਿਟੀ ਹੈ, ਮਤਲਬ ਬਹੁਤ ਜ਼ਿਆਦਾ ਸੈਡੀਮੈਂਟਸ ਨੇ, ਤਾਂ ਉਦਾਂ ਦੇ ਕੇਸ 'ਚ ਕੀ ਹੋ ਸਕਦਾ ਹੈ ਕਿ ਜਦੋਂ UV ਰੇਡੀਏਸ਼ਨਸ ਇੱਥੋਂ ਪਾਸ ਕਰਦੀਆਂ ਨੇ ਤਾਂ UV ਰੇਡੀਏਸ਼ਨਸ ਵੀ ਪ੍ਰੋਪਰਲੀ ਪਾਸ ਨਹੀਂ ਕਰ ਪਾਉਂਦੀਆਂ, UV ਰੇਡੀਏਸ਼ਨਸ ਦੀ ਇਫੈਕਟਿਵਨੈਸ ਵੀ ਘਟ ਜਾਂਦੀ ਹੈ। ਜੇ ਤੁਹਾਡਾ ਵਾਟਰ ਕੀ ਹੈ, ਮਡੀ ਹੈ, ਉਹਦੇ ਵਿੱਚ ਬਹੁਤ ਸਾਰੇ ਸੋਲਿਡ ਪਾਰਟੀਕਲਸ ਮੂਵ ਕਰ ਰਹੇ ਨੇ, ਤਾਂ ਉਹਦੇ ਕਰਕੇ ਕੀ ਹੁੰਦਾ ਹੈ, UV ਰੇਡੀਏਸ਼ਨਸ ਵੀ ਸਹੀ ਤਰੀਕੇ ਨਾਲ ਪੈਨੀਟ੍ਰੇਟ ਨਹੀਂ ਕਰ ਪਾਉਂਦੀਆਂ। ਇਸ ਕਰਕੇ UV ਟ੍ਰੀਟਮੈਂਟ ਕਰਨ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ UV ਟ੍ਰੀਟਮੈਂਟ ਹੋਵੇ, ਵਾਟਰ ਦੀ ਹਮੇਸ਼ਾ ਪਹਿਲਾਂ ਕੀ ਕੀਤੀ ਜਾਂਦੀ ਹੈ, ਸੈਡੀਮੈਂਟੇਸ਼ਨ ਕੀਤੀ ਜਾਂਦੀ ਹੈ, ਤਾਂ ਕਿ ਵਾਟਰ ਕਲੀਅਰ ਹੋਵੇ, ਜਿਹੜੇ ਸੋਲਿਡ ਪਾਰਟੀਕਲਸ ਨੇ ਉਹ ਨੀਚੇ ਬੈਠ ਜਾਣ ਤੇ UV ਰੇਡੀਏਸ਼ਨ ਪਾਸ ਕਰੇ ਤੇ ਮਾਈਕਰੋਬਸ ਕਿਲ ਹੋਣ। ਸੋ ਤੁਹਾਡੀ ਜਿਹੜੀ ਥਰਡ ਸਟੇਟਮੈਂਟ ਹੈਗੀ ਹੈ, ਇਹ ਵੀ ਗਲਤ ਹੈ। UV ਰੇਡੀਏਸ਼ਨ ਸੈਡੀਮੈਂਟੇਸ਼ਨ 'ਚ ਹੈਲਪ ਨਹੀਂ ਕਰਦੀ, ਰਾਦਰ देयर आर सम ਸਬਸਟੈਂਸਸ ਲਾਈਕ ਐਲੀਮੈਂਟ ਸਟਫ ਜੋ ਕਿ ਇਹਦੇ ਵਿੱਚ ਹੈਲਪ ਕਰਦੇ ਹੈ, ਬਟ ਨਾਟ UV ਰੇਡੀਏਸ਼ਨ। ਤਾਂ ਥਰਡ ਸਟੇਟਮੈਂਟ ਵੀ ਤੁਹਾਡੀ ਗਲਤ ਹੋ ਗਈ। ਬਟ ਇਹਦੇ ਨਾਲ ਸਾਨੂੰ ਇੱਕ ਕਨਸੈਪਟ ਕਲੀਅਰ ਹੋ ਗਿਆ ਕਿ UV ਰੇਡੀਏਸ਼ਨ ਇਫੈਕਟਿਵ ਉਦੋਂ ਹੀ ਹੋਊਗੀ ਜਦੋਂ ਤੁਹਾਡਾ ਵਾਟਰ ਕਲੀਅਰ ਹੋਊਗਾ, ਔਰ ਇਸ ਕਰਕੇ ਪਹਿਲਾਂ ਸੈਡੀਮੈਂਟੇਸ਼ਨ ਕੀਤੀ ਜਾਂਦੀ ਹੈ, ਫਿਰ UV ਰੇਡੀਏਸ਼ਨਸ ਤੋਂ ਵਾਟਰ ਨੂੰ ਪਾਸ ਕਰਵਾਇਆ ਜਾਂਦਾ ਹੈ। ठीक है, now coming down to the last statement जिथे क्या है कि UV radiation improve the taste of water, again it is incorrect। पानी दा स्वाद डिपेंड करता है कि उहदे विच किहड़े-किहड़े मिनरल्स डिसॉल्वड ने, क्लोरीन किन्ना है, ऑर्गेनिक मैटर है या नहीं, लेकिन UV रेडिएशन इन्हां चीज़ां नाल किसे नाल भी इंटरैक्ट नहीं करती, इस करके UV रेडिएशंस दा टेस्ट दे उत्ते कोई डायरेक्ट इंपैक्ट नहीं है। ना स्मैल ते, ना टेस्ट ते, ना सैडिमेंटेशन ते। UV रेडिएशन सिर्फ की करती है, हार्मफुल माइक्रो ऑर्गेनिजम्स नूं किल करती है। तो ਇਹਦਾ मतलब सिर्फ एक स्टेटमेंट सही है, ओनली वन इज राइट। ਤੁਹਾਨੂੰ ਪੁੱਛਿਆ ਗਿਆ ਸੀਗਾ which of the following statements are true। is that clear everyone? ਤਾਂ ਦੇਖੋ ਕਿੰਨੀ ਡਿਟੇਲ ਵਿੱਚ ਤੁਹਾਨੂੰ UV ਪਿਊਰੀਫਿਕੇਸ਼ਨ ਬਾਰੇ ਇੱਥੇ ਪੁੱਛਿਆ ਗਿਆ ਹੈ। that's an important topic for us। ਅੱਗੇ ਵਧਦੇ ਹਾਂ, नेक्स्ट क्वेश्चन देखते हैं, वेरी 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 इंपॉर्टेंट। दिस इज अगैन इंपॉर्टेंट थीम जिथों PPSC क्वेश्चन पूछती है। PPSC नू फिजिक्स नाल जुड़े हुए क्वेश्चंस बहुत पसंद ने। नाउ ये जिहड़ा क्वेश्चन है ये डायरेक्टली किहदे बारे है, दिस इज रिगार्डिंग ऑप्टिकल फाइबर्स। क्वेश्चन कह रहे हैं ऑप्टिकल फाइबर्स आर यूज्ड, नीचे 4 स्टेटमेंट दित्तियां गईयां ने ते ऑप्टिकल फाइबर दे यूजेस दिते गए ने ते तुहानू पुछया गया है विच ऑफ द अबव आर करेक्ट। ऊपर दिते हुए किहड़े-किहड़ी स्टेटमेंट्स जिहड़े यूजेस ने वो सही यूजेस ने किदे, ऑप्टिकल फाइबर दे। अगैन क्वेश्चन फिजिक्स चो आंदा है। फिजिक्स विच एक इंपॉर्टेंट चैप्टर तुसी पढ़दे हो विच इज ऑप्टिक्स, एंड ऑप्टिक्स विच आपां अज दे टाइम दे विच ऑप्टिकल फाइबर या फिर फाइबर ऑप्टिक्स बारे पढ़दे हां। उत्थों मतलब स्टैटिक ते अप्लाइड साइंस का यह क्वेश्चन बनता है। वेरी 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 इंपॉर्टेंट, क्योंकि आप ऑप्टिकल फाइबर की गल करिए ना तो अज के टाइम में जिन्नी भी कम्युनिकेशन टेक्नोलॉजी है, मेडिसिन है, एरोस्पेस इंजीनियरिंग है, सब कुछ किते डिपेंड करती है, ऑप्टिकल फाइबर ते डिपेंड करती है। सब तो पहला आप बेसिक समझांगे ऑप्टिकल फाइबर्स बारे, फिर इन्हां स्टेटमेंट्स उत्ते आवांगे ते देखांगे किहड़ी स्टेटमेंट सही है, किहड़ी स्टेटमेंट सही नहीं है। सब तो पहला गल करते हैं ऑप्टिकल फाइबर की। याद रखोगे बेसिकली ऑप्टिकल फाइबर इज अ वेरी थिन एंड फ्लेक्सिबल स्ट्रैंड ऑफ ग्लास और प्लास्टिक। मतलब बेसिकली ग्लास या प्लास्टिक दे ये बहुत ही थिन स्ट्रैंड है, बहुत ही थिन ते फ्लेक्सिबल तार है, स्ट्रैंड है, जो कि की करती है, जो कि लाइट नू ट्रांसमिट करती है। ਜਿਹੜੇ ਲਾਈਟ ਸਿਗਨਲਸ ਹੁੰਦੇ ਆ ਨਾ ਸਾਡੇ ਕੋਲ, ਲਾਈਟ ਦੇ ਜਿਹੜੇ ਸਿਗਨਲਸ ਨੇ ਉਹਨਾਂ ਨੂੰ ਜੇ ਆਪਾਂ ਲੌਂਗਰ ਡਿਸਟੈਂਸ ਤੱਕ ਪਹੁੰਚਾਣਾ ਹੈ ਤਾਂ ਕੀ ਯੂਜ਼ ਕੀਤਾ ਜਾਂਦਾ ਹੈ, ਆਪਟੀਕਲ ਫਾਈਬਰਸ ਨੂੰ ਯੂਜ਼ ਕੀਤਾ ਜਾਂਦਾ ਹੈ। ਅੰਡਰਸਟੈਂਡਿੰਗ ਇਦਾਂ ਬਣਾਓ ਕਿ ਜਿੱਦਾਂ ਆਪਾਂ ਜਦੋਂ ਇਲੈਕਟ੍ਰਿਸਿਟੀ ਬਿਜਲੀ ਪਾਸ ਕਰਵਾਣੀ ਹੈ ਤਾਂ ਉਹਦੇ ਵਾਸਤੇ ਆਪਾਂ ਕਾਪਰ ਦੀਆਂ ਤਾਰਾਂ ਯੂਜ਼ ਕਰਦੇ ਹਾਂ, ਕਾਪਰ ਵਾਇਰਸ ਬਿਜਲੀ ਕੈਰੀ ਕਰਕੇ ਲੈ ਕੇ ਜਾਂਦੀਆਂ ਨੇ। सिमिलरली ਜਿਹੜੀਆਂ ऑप्टिकल फाइबर ने ये भी लाइट ਦੇ ਜਿਹੜੇ सिग्नल्स ने ਉਹਨਾਂ ਨੂੰ कैरी ਕਰਦੀਆਂ ਨੇ। वेरी 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 इंपॉर्टेंट। तो ਜਿਹੜਾ ऑप्टिकल फाइबर ਹੁੰਦਾ ਹੈ ਨਾ ਇਹਨੂੰ ਆਪਾਂ डिवाइड कर सकते हैं। ਇਹਦਾ सेंटर ਦੇ ਵਿੱਚ ਹੁੰਦਾ ਹੈ कोर, ठीक है, कोर। कोर ਉਹ रीजन है ਜਿੱਥੋਂ बेसिकली ਕੀ ਹੋ ਰਿਹਾ ਹੈ, ਤੁਹਾਡੀ ਜਿਹੜੀ ਲਾਈਟ ਹੈਗੀ ਹੈ ਉਹ ਕੀ ਕਰ ਰਹੀ ਹੈ, ट्रैवल कर रही है। ਤਾਂ कोर ਚੋਂ लाइट ट्रैवल करती है।
ਕੋਰ ਦੇ ਆਸ-ਪਾਸ ਬਣਾਈ ਹੋਈ ਹੁੰਦੀ ਹੈ ਕਲੌਡਿੰਗ, ਇਹਨੂੰ ਕਵਰ ਕੀਤਾ ਹੋਇਆ ਹੁੰਦਾ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ ਕਲੈਡਿੰਗ, ਠੀਕ ਹੈ, that is your cladding। ਔਰ ਇਹ ਜੋ ਕਲੈਡਿੰਗ ਹੈ ਬੇਸਿਕਲੀ ਕੀ ਕਰਦੀ ਹੈ, ਕੋਰ ਨੂੰ ਸਰਾਊਂਡ ਕਰਦੀ ਹੈ ਤੇ ਮੋਸਟ ਇੰਪੋਰਟੈਂਟਲੀ ਇਹਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਇਹ ਕੀ ਹੁੰਦਾ ਹੈ, ਘੱਟ ਹੁੰਦਾ ਹੈ। ਇਟ ਹੈਜ਼ ਅ ਲੋਅਰ ਰਿਫਰੈਕਟਿਵ ਇੰਡੈਕਸ, ਦਿਸ ਇਜ਼ ਮੋਸਟ ਇੰਪੋਰਟੈਂਟ। ਐਂਡ ਕਲੈਡਿੰਗ ਤੋਂ ਬਾਅਦ ਵੀ ਇੱਕ ਹੋਰ ਪ੍ਰੋਟੈਕਟਿਵ ਕੋਟਿੰਗ ਕੀਤੀ ਹੋਈ ਹੁੰਦੀ ਹੈ ਐਂਡ ਤੇ, ਵਿਚ ਇਜ਼ ਦੀ ਆਊਟਰ ਕੋਟਿੰਗ, ਜਿਹਦੇ ਨਾਲ ਕਿ ਆਪਟੀਕਲ ਫਾਈਬਰ ਨੂੰ ਸਟਰੈਂਥ ਮਿਲੇ ਤੇ ਪ੍ਰੋਟੈਕਸ਼ਨ ਰਹੇ। ਤਾਂ ਮੇਨ ਕੰਮ ਕੀ ਹੈ ਕਿ ਸੈਂਟਰ 'ਚ ਕੋਰ ਹੈ, ਕੋਰ 'ਚੋਂ ਲਾਈਟ ਟਰੈਵਲ ਕਰਦੀ ਹੈ, ਉਹਦੇ ਆਸ-ਪਾਸ ਕੋਰ ਨੂੰ ਸਰਾਊਂਡ ਕਰਦੇ ਆ ਕਲੈਡਿੰਗ ਦੇ ਨਾਲ, ਜਿਹਦਾ ਕਿ ਰਿਫਰੈਕਟਿਵ ਇੰਡੈਕਸ ਬਹੁਤ ਘੱਟ ਹੁੰਦਾ ਹੈ ਤੇ ਬਾਹਰ ਇੱਕ ਪ੍ਰੋਟੈਕਟਿਵ ਕੋਟਿੰਗ ਜਿਹੜੀ ਹੈਗੀ ਹੈ ਉਹ ਕੀਤੀ ਜਾਂਦੀ ਹੈ। ਹੁਣ ਮੋਸਟ ਇੰਪੋਰਟੈਂਟ ਥਿੰਗ, ਲਾਈਟ ਕਿਵੇਂ, ਲਾਈਟ ਸਿਗਨਲ ਕਿੱਦਾਂ ਟਰਾਂਸਮਿਟ ਹੁੰਦਾ ਹੈ, ਕਿੱਦਾਂ ਟਰੈਵਲ ਹੁੰਦਾ ਹੈ, ਦ ਟੈਕਨੋਲੋਜੀ ਜਿਹਦੇ ਉੱਤੇ ਆਪਟੀਕਲ ਫਾਈਬਰ ਡਿਪੈਂਡ ਕਰਦੇ ਹੈ, ਉਸ ਟੈਕਨੋਲੋਜੀ ਨੂੰ ਆਪਾਂ ਕਹਿੰਦੇ ਆ total internal reflection। it is called as total internal reflection। optics ਦੇ ਵਿੱਚ ਸਭ ਤੋਂ ਇੰਪੋਰਟੈਂਟ ਕਨਸੈਪਟ ਹੈਗਾ ਹੈ total internal reflection ਦਾ। ਬੇਸਿਕਲੀ ਜਦੋਂ ਵੀ ਲਾਈਟ ਡੈਂਸਰ ਮੀਡੀਅਮ ਤੋਂ ਲਾਈਟਰ ਮੀਡੀਅਮ ਜਾਂ ਰੇਅਰਰ ਮੀਡੀਅਮ ਵੱਲ ਆਂਦੀ ਹੈ, ਜਦੋਂ ਵੀ ਲਾਈਟ ਡੈਂਸਰ ਮੀਡੀਅਮ ਤੋਂ ਰੇਅਰਰ ਮੀਡੀਅਮ ਵੱਲ ਆਉਂਦੀ ਹੈ ਐਂਡ ਐਟ ਐਨ ਐਂਗਲ ਜੋ ਕਿ ਉਹਦੇ ਕ੍ਰਿਟੀਕਲ ਐਂਗਲ ਤੋਂ ਵੱਡਾ ਹੋਵੇ, ਇੱਕ ਤਾਂ ਮੂਵਮੈਂਟ ਹੋਣੀ ਚਾਹੀਦੀ ਹੈ, ਡੈਂਸਰ ਤੋਂ ਰੇਅਰਰ ਆਣੀ ਚਾਹੀਦੀ ਹੈ ਲਾਈਟ, ਤੇ ਦੂਸਰਾ ਜੋ ਐਂਗਲ ਹੈਗਾ ਹੈ ਇਟ ਸ਼ੁੱਡ ਬੀ ਗ੍ਰੇਟਰ ਦੇਨ ਦ ਕ੍ਰਿਟੀਕਲ ਐਂਗਲ। ਕ੍ਰਿਟੀਕਲ ਐਂਗਲ ਤੋਂ ਇਹ ਕੀ ਹੋਣਾ ਚਾਹੀਦਾ ਹੈ, ਗ੍ਰੇਟਰ ਹੋਣਾ ਚਾਹੀਦਾ ਹੈ। that is a condition ਜਿਹਦੇ ਨਾਲ ਸਾਨੂੰ ਟੋਟਲ ਇੰਟਰਨਲ ਰਿਫਲੈਕਸ਼ਨ ਦੇਖਣ ਨੂੰ ਮਿਲਦੀ ਹੈ। ਬੇਸਿਕਲੀ ਕੀ ਹੁੰਦਾ, ਜਿਹੜੀ ਲਾਈਟ ਹੈ ਉਹ ਕੰਪਲੀਟਲੀ ਰਿਫਲੈਕਟ ਬੈਕ ਕਰਦੀ ਰਹਿੰਦੀ ਹੈ, ਕਿਸੇ ਵੀ ਤਰੀਕੇ ਦੀ ਰਿਫਰੈਕਸ਼ਨ ਨਹੀਂ ਹੁੰਦੀ। ਜਦੋਂ ਲਾਈਟ ਅੰਦਰ ਹੀ ਰਿਫਲੈਕਟ ਕਰਦੀ ਪਾਸ ਕਰਦੀ ਹੈ, ਇਹਨੂੰ ਆਪਾਂ ਕਹਿੰਦੇ ਆ ਟੋਟਲ ਇੰਟਰਨਲ ਰਿਫਲੈਕਸ਼ਨ। देयर इज नो रिफ्रैक्शन, कोई रिफ्रैक्शन नहीं ਹੁੰਦੀ, ਬਟ ਲਗਾਤਾਰ ਲਾਈਟ ਇਹਨਾਂ ਫਾਈਬਰਸ ਦੇ ਵਿਚਕਾਰ ਹੀ ਰਿਫਲੈਕਟ ਕਰਦੀ ਟ੍ਰਾਂਸਮਿਟ ਕਰਦੀ ਹੈ। ਦਿਸ ਇਜ਼ ਕਾਲਡ ਐਜ਼ ਇਨ ਸਿੰਪਲ ਵਰਡਸ ਟੋਟਲ ਇੰਟਰਨਲ ਰਿਫਲੈਕਸ਼ਨ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਲਾਈਟ ਹੈ ਉਹ ਟਰੈਪ ਹੋ ਜਾਂਦੀ ਹੈ ਇਸ ਫਾਈਬਰ ਦਾ ਜਿਹੜਾ ਕੋਰ ਹੈ। ਕੋਰ ਬੇਸਿਕਲੀ ਇਟ ਹੈਜ਼ ਅ ਵੈਰੀ ਹਾਈ ਰਿਫਰੈਕਟਿਵ ਇੰਡੈਕਸ। ਇਹਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੁੰਦਾ ਹੈ ਉਹ ਹਾਈ ਹੁੰਦਾ ਹੈ ਤੇ ਜਿਹੜੀ ਆਸ-ਪਾਸ ਕਲੈਡਿੰਗ ਹੈ ਉਹਦਾ ਰਿਫਰੈਕਟਿਵ ਇੰਡੈਕਸ ਲੋ ਹੈ। ਤਾਂ ਕੀ ਹੁੰਦਾ ਹੈ ਕਿ ਜਿਹੜੀ ਲਾਈਟ ਹੈ ਉਹ ਰਿਪੀਟੇਟਿਵਲੀ ਸਟ੍ਰਾਈਕ ਕਰਦੀ ਹੈ, ਜਿਹੜੀ ਆ ਕਲੈਡਿੰਗ ਦੀ ਬਾਉਂਡਰੀ ਹੈ ਨਾ, ਬਾਰ-ਬਾਰ ਜਾ ਕੇ ਲਾਈਟ ਇੱਥੇ ਸਟ੍ਰਾਈਕ ਕਰਦੀ ਹੈ, ਲੇਕਿਨ ਲਗਾਤਾਰ ਕੀ ਹੁੰਦੀ ਜਾਂਦੀ ਹੈ, ਰਿਫਲੈਕਟ ਹੁੰਦੀ ਜਾਂਦੀ ਹੈ, ਬਿਕਾਜ਼ ਕਲੈਡਿੰਗ ਦਾ ਰਿਫਰੈਕਟਿਵ ਇੰਡੈਕਸ ਘੱਟ ਹੈ। ਇਸ ਕਰਕੇ ਮਿਨੀਮਲ ਲਾਸ ਦੇ ਨਾਲ ਜਿਹੜੀ ਲਾਈਟ ਸਿਗਨਲਸ ਨੇ ਉਹ ਟਰੈਵਲ ਕਰਦੇ ਨੇ ਟੂ ਦ ਲੌਂਗਰ ਡਿਸਟੈਂਸਸ। ਸੋ ਦਾ ਕਨਸੈਪਟ ਜਿਹਦੇ ਉੱਤੇ ਆਪਟੀਕਲ ਫਾਈਬਰਸ ਕੰਮ ਕਰਦੇ ਨੇ, ਇਹਨੂੰ ਆਪਾਂ ਕਹਿੰਦੇ ਨੇ ਟੋਟਲ ਇੰਟਰਨਲ ਰਿਫਲੈਕਸ਼ਨ, ਜਿਹਦੇ ਵਿੱਚ ਮਿਨੀਮਲ ਲਾਸ ਹੋਵੇ ਤੇ ਜਿਹੜੀ ਲਾਈਟ ਹੈ ਉਹ ਲਗਾਤਾਰ ਕੀ ਕਰਦੀ ਜਾਵੇ, ਰਿਫਲੈਕਟ ਕਰਦੀ ਜਾਵੇ ਤੇ ਰਿਫਰੈਕਟ ਨਾ ਕਰੇ। ਸੋ ਦਿਸ ਇਜ਼ ਮੋਸਟ ਇੰਪੋਰਟੈਂਟ ਥਿੰਗ। ਜਿਵੇਂ ਆਪਾਂ ਕਾਪਰ ਕੇਬਲ ਨਾਲ ਬਿਜਲੀ ਪਾਸ ਕਰਦੇ ਹਾਂ, ਇਦਾਂ ਹੀ ਆਪਟੀਕਲ ਫਾਈਬਰ ਦੇ ਨਾਲ ਲਾਈਟ ਸਿਗਨਲਸ ਪਾਸ ਕਰਦੇ ਹਾਂ, ਬਹੁਤ ਘੱਟ ਲਾਸ ਹੁੰਦਾ ਹੈ। देयर इज नो ਇੰਟਰਫੇਰੈਂਸ ਆਫ ਐਨੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਐਂਡ ਬਹੁਤ ਸਿਕਿਉਰ ਹੁੰਦੀ ਹੈ ਤੁਹਾਡੇ ਆਪਟੀਕਲ ਫਾਈਬਰ। ਤਾਂ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਵਿਦ ਹਾਈ ਬੈਂਡਵਿਡਥ ਪੋਸੀਬਲ ਹੈ ਕਿਹਦੇ ਨਾਲ, ਤੁਹਾਡੇ ਆਪਟੀਕਲ ਫਾਈਬਰ ਦੇ ਨਾਲ। ਹੁਣ ਆਉਂਦੇ ਆ ਐਪਲੀਕੇਸ਼ਨਸ ਦੇ ਉੱਤੇ। पहली स्टेटमेंट देखो, पहली स्टेटमेंट कह रहा है कि ऑप्टिकल फाइबर्स आर यूज्ड फॉर लॉन्ग डिस्टेंस कम्युनिकेशन। नाउ दिस इज द मोस्ट फेमस एप्लीकेशन। इंटरनेट हो गया, टेलीफोन नेटवर्क हो गए, केबल टीवी हो गया, सबमरीन समुंदर ਦੇ ਅੰਦਰ ਜਿਹੜੀਆਂ ਕਮਿਊਨੀਕੇਸ਼ਨ ਕੇਬਲਸ ਪਾਈਆਂ ਹੁੰਦੀਆਂ ਨੇ ਉਹ ਵੀ ਕਾਦੀਆਂ ਨੇ, that is also optical fiber। ਦੁਨੀਆ ਭਰ ਦਾ ਜਿਹੜੀ ਇੰਟਰਨੈਟ ਕਨੈਕਟੀਵਿਟੀ ਹੈ ਇਟ ਡਿਪੈਂਡਸ ਅਪਨ ਦੀ ਆਪਟੀਕਲ ਕੇਬਲਸ ਜੋ ਕਿ ਓਸ਼ਨ ਫਲੋਰ ਤੋਂ ਪਾਸ ਕਰਦੀ ਹੈ। ਸੋ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਦੇ ਵਿੱਚ ਆਪਟੀਕਲ ਫਾਈਬਰ ਯੂਜ਼ ਹੁੰਦੇ ਨੇ। ਆਲਮੋਸਟ ਜਿੰਨੀ ਵੀ ਇੰਟਰਨੈਸ਼ਨਲ ਇੰਟਰਨੈਟ ਟ੍ਰੈਫਿਕ ਹੈਗੀ ਹੈ ਬਿਟਵੀਨ ਦ ਕੰਟੀਨੈਂਟਸ ਉਹ ਮੂਵ ਕਰਦੀ ਹੈ ਥਰੂ ਦੀ ਸਬਮਰੀਨ ਆਪਟੀਕਲ ਫਾਈਬਰ, ਜੋ ਸਮੁੰਦਰ ਦੇ ਬੈੱਡ ਤੇ ਫਲੋਰ ਤੇ ਬਿਲਕੁਲ ਜਿਹੜੀਆਂ ਤਾਰਾਂ ਵਿਛਾਈਆਂ ਹੋਈਆਂ ਨੇ, ਦੋਜ਼ ਆਰ ਆਪਟੀਕਲ ਕੇਬਲਸ, ਜਿਹਦੇ ਨਾਲ ਕਿ ਇੰਟਰਨੈਸ਼ਨਲ ਇੰਟਰਨੈਟ ਟ੍ਰੈਫਿਕ ਮੂਵ ਕਰਦੀ ਹੈ, ਕਨੈਕਟੀਵਿਟੀ ਇਨਸ਼ੋਰਡ ਰਹਿੰਦੀ ਹੈ। ਤਾਂ ਫਰਸਟ ਪੁਆਇੰਟ ਤਾਂ ਬਿਲਕੁਲ ਸਹੀ ਹੈ ਕਿ ਆਪਟੀਕਲ ਫਾਈਬਰ ਦਾ ਯੂਜ਼ ਕਿੱਥੇ ਆਉਂਦਾ ਹੈ, ਲੌਂਗ ਡਿਸਟੈਂਸ ਕਮਿਊਨੀਕੇਸ਼ਨ ਦੇ ਵਿੱਚ ਆਉਂਦਾ ਹੈ।
नेक्स्ट सेकंड स्टेटमेंट जो कह रहे हैं that optical fibers are used in sensors for measuring inside the temperature of jet engines. Now ਇਹਦੇ ਬਾਰੇ ਆਪਾਂ ਬਹੁਤ ਘੱਟ ਸੁਣਿਆ ਹੁੰਦਾ ਹੈ। ਜੈਟ ਇੰਜਨਸ ਦੇ ਅੰਦਰ ਕੀ ਹੁੰਦਾ ਹੈ ਕਿ ਟੈਂਪਰੇਚਰ ਬਹੁਤ ਹਾਈ ਹੁੰਦਾ ਹੈ। ਟੈਂਪਰੇਚਰ ਹਾਈ ਹੁੰਦਾ ਹੈ ਤੇ ਬਹੁਤ ਸਟਰੋਂਗ ਵਾਈਬ੍ਰੇਸ਼ਨਸ ਚੱਲ ਰਹੀਆਂ ਹੁੰਦੀਆਂ ਨੇ ਤੇ ਇਲੈਕਟ੍ਰੋਮੈਗਨੈਟਿਕ ਡਿਸਟਰਬੈਂਸਸ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ। ਤਾਂ ਇਦਾਂ ਦੇ ਕੇਸ ਵਿੱਚ ਜਿਹੜੇ ਆਪਣੇ ਇਲੈਕਟ੍ਰੀਕਲ ਸੈਂਸਰ ਨੇ ਉਹ ਫੇਲ ਹੋ ਜਾਂਦੇ ਨੇ क्योंकि टेम्परेचर ज़्यादा है, वाइब्रेशन ज़्यादा है, इलैक्ट्रोमैग्नेटिक रेडिएशंस का इन्फ्लुएंस ज़्यादा है, इस करके इलैक्ट्रिकल सेंसर इत्थे काम नहीं कर पाते, आम सेंसर इत्थे काम नहीं कर पाते, इत्थे यूज किए जाते हैं ऑप्टिकल फाइबर दे सेंसर्स। ऑप्टिकल फाइबर दे सेंसर्स टेम्परेचर मेजर कर लेंदे ने, ਪ੍ਰੈਸ਼ਰ ਮੇਜਰ ਕਰ ਲੈਂਦੇ ਨੇ, ਕਿਤੇ ਕੋਈ ਸਟ੍ਰੇਨ ਤਾਂ ਨਹੀਂ ਹੈਗਾ ਇਹ ਮੇਜਰ ਕਰ ਲੈਂਦੇ ਨੇ ਐਂਡ ਦੇਅਰਫੋਰ ਤੁਹਾਡੇ 에ਅਰਕ੍ਰਾਫਟ, ਤੁਹਾਡੇ ਸਪੇਸਕ੍ਰਾਫਟ, ਤੁਹਾਡੇ ਨਿਊਕਲੀਅਰ ਰਿਐਕਟਰਸ ਹਰ ਪਾਸੇ ਫਾਈਬਰ ਆਪਟੀਕਲ ਸੈਂਸਰਸ ਨੂੰ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ। ਹੁਣ ਐਗਜ਼ਾਮੀਨਰ ਨੇ ਕੀ ਕੀਤਾ, ਤੁਹਾਨੂੰ ਇਹ ਸੋਚਣ ਤੇ ਮਜਬੂਰ ਕੀਤਾ ਕਿ ਸ਼ਾਇਦ ਆਪਟੀਕਲ ਫਾਈਬਰ ਸਿਰਫ ਕਮਿਊਨੀਕੇਸ਼ਨ ਵਾਸਤੇ ਯੂਜ਼ ਹੁੰਦਾ ਹੈ, ਬਟ मॉडर्न ਜਿਹੜੇ फाइबर ऑप्टिक्स ने ਉਹ पावरफुल सेंसर्स भी बनाते हैं। नेक्स्ट स्टेटमेंट कह रहा है फॉर स्प्रेडिंग सनलाइट फ्रॉम द रूफ टू अदर पार्ट्स ऑफ द बिल्डिंग। बिल्कुल सही, इनू कहते हैं डे लाइटिंग टेक्नोलॉजी। डे लाइटिंग टेक्नोलॉजी रूफ टॉप ਤੇ ਜਿਹੜੀ सनलाइट आ रही है ਉਹਨੂੰ रिफ्लेक्ट करके बेसमेंट तक पहुंचाना, ਉਹਨੂੰ रिफ्लेक्ट करके अपने कॉरिडोर्स तक पहुंचाना, ਇਹ ਵੀ ਪੋਸੀਬਲ ਹੁੰਦਾ ਹੈ ਆਪਟੀਕਲ ਫਾਈਬਰਸ ਦੇ ਨਾਲ। ਬਿਜਲੀ ਬਚਦੀ ਹੈ ਤੁਹਾਡੀ ਬੇਸਮੈਂਟ ਦੇ ਵਿੱਚ, ਰੂਫ ਤੇ ਤੁਹਾਡੀ ਜਿਹੜੀ ਸਨਲਾਈਟ ਆ ਰਹੀ ਹੈ ਉਹ ਰਿਫਲੈਕਟ ਹੋ ਕੇ ਪਹੁੰਚ ਰਹੀ ਹੈ। એનર્ਜੀ ਐਫੀਸ਼ੀਐਂਸੀ ਵਾਸਤੇ ਇੱਕ ਇੰਪੋਰਟੈਂਟ ਕਨਸੈਪਟ ਹੈਗਾ, ਇਸ ਕਰਕੇ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ। ਮਾਡਰਨ ਐਪਲੀਕੇਸ਼ਨਸ ਤੁਹਾਨੂੰ ਪੁੱਛ ਰਿਹਾ ਹੈ ਆਪਟੀਕਲ ਫਾਈਬਰ ਦੀਆਂ। ਅੱਜ ਕੱਲ ਆਪਾਂ ਜਦੋਂ ਕਹਿੰਦੇ ਨੇ ਕਿ ਸਮਾਰਟ ਸਿਟੀਜ਼ ਆਪਾਂ ਬਣਾਉਣੀਆਂ ਨੇ, ਗ੍ਰੀਨ ਬਿਲਡਿੰਗਸ ਬਣਾਉਣੀਆਂ ਨੇ, ਇਹੋ ਜਿਹਾ ਆਰਕੀਟੈਕਚਰ ਬਣਾਉਣਾ ਜੋ ਕਿ ਸਸਟੇਨੇਬਲ ਹੋਵੇ, ਤਾਂ ਉਹਨਾਂ ਵਿੱਚ ਆਪਟੀਕਲ ਫਾਈਬਰ ਟੈਕਨੋਲੋਜੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਤੇ ਲਾਸਟ ਵਿੱਚ ਮੈਡੀਕਲ ਸਾਇੰਸ ਵਿੱਚ ਯੂਜ਼ ਕਰਨ ਵਾਲੀ ਐਂਡੋਸਕੋਪੀ, ਉਹਦੇ ਵਿੱਚ ਵੀ ਆਪਟੀਕਲ ਫਾਈਬਰਸ ਹੀ ਯੂਜ਼ ਹੁੰਦੇ ਹਨ। ਐਂਡੋਸਕੋਪੀ ਕੀ ਹੈ? ਇੰਟਰਨਲ ਆਰਗਨਸ ਨੂੰ ਦੇਖਣ ਵਾਸਤੇ ਆਪਟੀਕਲ ਫਾਈਬਰਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਟਿਊਬ ਪਾਈ ਜਾਂਦੀ, ਜਿਵੇਂ ਕਈ ਵਾਰੀ ਕਿਸੇ ਦੀ ਗਲੇ ਦੀ ਐਂਡੋਸਕੋਪੀ ਹੁੰਦੀ ਹੈ ਜਾਂ ਫਿਰ ਪੇਟ ਦੀ ਐਂਡੋਸਕੋਪੀ ਹੁੰਦੀ ਹੈ, ਤਾਂ ਕੀ ਹੁੰਦਾ, ਇੱਕ ਫਲੈਕਸੀਬਲ ਟਿਊਬ ਐਂਟਰ ਕੀਤੀ ਜਾਂਦੀ ਹੈ। ਉਹ ਟਿਊਬ ਦੇ ਵਿੱਚ ਕੀ ਹੁੰਦਾ ਹੈ? ਆਪਟੀਕਲ ਫਾਈਬਰ ਹੁੰਦਾ ਹੈ, ਜੋ ਕਿ ਤੁਹਾਡੀ ਬੋਡੀ ਦੇ ਇੰਟਰਨਲ ਆਰਗਨਸ ਨੂੰ ਦੇਖਣ ਦੇ ਵਿੱਚ ਹੈਲਪ ਕਰਦਾ ਹੈ। ਸਟਮਕ ਨੂੰ ਦੇਖਣਾ ਹੈ, ਇੰਟੈਸਟਾਈਨ ਨੂੰ ਦੇਖਣਾ ਹੈ, ਗਲੇ ਨੂੰ ਦੇਖਣਾ ਹੈ, ਤਾਂ ਉਹਦੇ ਵਾਸਤੇ ਜੋ ਐਂਡੋਸਕੋਪੀ ਯੂਜ਼ ਹੁੰਦੀ ਹੈ ਉਹਦੇ ਵਿੱਚ ਵੀ ਆਪਟੀਕਲ ਫਾਈਬਰਸ ਹੀ ਯੂਜ਼ ਹੁੰਦੇ ਨੇ। ਜਿਹੜੇ ਫਾਈਬਰਸ ਨੇ ਉਹ ਬੋਡੀ ਦੇ ਵਿੱਚ ਲਾਈਟ, ਕੁਝ ਫਾਈਬਰਸ ਹੁੰਦੇ ਨੇ ਜੋ ਬੋਡੀ ਦੇ ਵਿੱਚ ਲਾਈਟ ਸੈਂਡ ਕਰਦੇ ਨੇ, ਤੇ ਦੂਜੇ ਹੁੰਦੇ ਨੇ ਜੋ ਕਿ ਇੱਕ ਰਿਫਲੈਕਟਡ ਇਮੇਜ ਲੈ ਕੇ ਆਉਂਦੇ ਨੇ। ਡਾਕਟਰ ਨੂੰ ਰੀਅਲ ਟਾਈਮ ਪਤਾ ਲੱਗਦਾ ਹੈ ਕਿ ਅੰਦਰ ਕੀ ਚੱਲ ਰਿਹਾ ਹੈ। ਸੋ ਸਟੇਟਮੈਂਟ 4 ਇਜ਼ ਆਲਸੋ ਕਰੈਕਟ। ਐਂਡੋਸਕੋਪੀ ਦੇ ਵਿੱਚ ਵੀ ਆਪਟੀਕਲ ਫਾਈਬਰਸ ਯੂਜ਼ ਹੁੰਦੇ ਨੇ। ਤਾਂ ਮਤਲਬ 1 2 3 4 ਸਾਰੀ ਸਟੇਟਮੈਂਟ ਸਹੀ ਹੈ ਤੇ ਤੁਹਾਡਾ ਆਪਸ਼ਨ ਸੀ ਤੁਹਾਡਾ ਬਿਲਕੁਲ ਇੱਥੇ ਸਹੀ ਹੈ। very important concept related to optical fibers। ਇਸ ਤੋਂ ਇਲਾਵਾ ਡਾਇਮੰਡ ਬਹੁਤ ਚਮਕਦਾ ਹੁੰਦਾ ਹੈ। ਡਾਇਮੰਡ ਦਾ ਜਿਹੜਾ ਸਪਾਰਕਲ ਹੈ ਉਹ ਵੀ ਇਸੇ ਕਨਸੈਪਟ ਦੇ ਉੱਤੇ ਰਿਲਾਈ ਕਰਦਾ ਹੈ। ਡਾਇਮੰਡ ਦਾ ਵੀ ਬਹੁਤ ਜ਼ਿਆਦਾ ਹਾਈ ਰਿਫਰੈਕਟਿਵ ਇੰਡੈਕਸ ਹੁੰਦਾ ਹੈ ਤੇ ਲਗਾਤਾਰ ਲਾਈਟ ਕੀ ਕਰਦੀ ਰਹਿੰਦੀ ਹੈ, ਰਿਫਲੈਕਟ ਕਰਦੀ ਰਹਿੰਦੀ ਹੈ, ਜਿਸ ਦੇ ਕਰਕੇ ਡਾਇਮੰਡ ਚਮਕਦਾ ਹੈ। ਫਾਈਨ, ਸੋ ਦਿਸ ਇਜ਼ ਦਾ ਟੋਟਲ ਇੰਟਰਨਲ ਰਿਫਲੈਕਸ਼ਨ ਦਾ ਕਨਸੈਪਟ। ਤੇ ਨਾਲ ਹੀ ਤੁਹਾਡਾ ਇੱਥੇ ਆਪਾਂ ਗੱਲ ਕਰ ਲਈ ਹੈ ਆਪਟੀਕਲ ਫਾਈਬਰ ਦੇ ਐਪਲੀਕੇਸ਼ਨਸ ਦੀ। ਠੀਕ ਹੈ ਜੀ, ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲੇ ਕੁਐਸਚਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਿਹਾ ਗਿਆ ਰੀਡ ਦ ਸਟੇਟਮੈਂਟਸ ਕੇਅਰਫੁਲੀ ਐਂਡ ਚੂਜ਼ ਦ ਕਰੈਕਟ ਆਨਸਰ ਬਿਲੋ। ਤੁਹਾਨੂੰ ਦੋ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਤੇ ਕਿਹਾ ਗਿਆ ਹੈ ਕਿ ਸਹੀ ਆਨਸਰ ਦੱਸੋ। ਪਹਿਲੀ ਸਟੇਟਮੈਂਟ ਹੈਗੀ ਹੈ ਕੋਬਾਲਟ 60 ਨੂੰ ਲੈ ਕੇ, ਤੇ ਕਿਹਾ ਗਿਆ ਹੈ ਕੋਬਾਲਟ 60 is used in radiation therapy because it emits gamma rays। radiation therapy ਜਿੱਦਾਂ ਕੈਂਸਰ ਪੇਸ਼ੈਂਟਸ ਦੀ ਰੇਡੀਏਸ਼ਨ ਥੈਰੇਪੀ ਹੁੰਦੀ ਹੈ, ਤਾਂ ਇਹ ਕਹਿ ਰਿਹਾ ਕਿ ਕੋਬਾਲਟ 60 ਨੂੰ ਰੇਡੀਏਸ਼ਨ ਥੈਰੇਪੀ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਗਾਮਾ ਰੇਜ਼ ਰਿਲੀਜ਼ ਹੁੰਦੀਆਂ ਨੇ। ਸੈਕੰਡ ਸਟੇਟਮੈਂਟ ਕਹਿ ਰਿਹਾ ਹੈ
ਕਿ ਜਿਹੜੀਆਂ ਗਾਮਾ ਰੇਜ਼ ਹੁੰਦੀਆਂ ਨੇ ਨਾ ਦੇ ਆਰ ਯੂਜ਼ਡ ਟੂ ਕੰਟਰੋਲ ਪੈਸਟ ਐਂਡ ਸਟੇਰਿਲਾਈਜ਼ਿੰਗ ਫੂਡ ਸਟਫ ਆਲਸੋ। ਇਹ ਗਾਮਾ ਰੇਜ਼ ਨੂੰ ਆਪਾਂ ਪੈਸਟ ਨੂੰ ਕੰਟਰੋਲ ਕਰਨ ਵਾਸਤੇ ਤੇ ਖਾਣੇ ਨੂੰ ਸਟੇਰਿਲਾਈਜ਼ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਦੈਟ ਇਜ਼ ਦੀ ਸਟੇਟਮੈਂਟ। ਤਾਂ ਬੇਸਿਕਲੀ ਤੁਹਾਨੂੰ ਇਹ ਕੁਐਸਚਨ ਸੋਲਵ ਕਰਨ ਵਾਸਤੇ ਕੋਬਾਲਟ 60 ਤੇ ਗਾਮਾ ਰੇਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਹੁਣ ਫਿਜ਼ਿਕਸ ਵਿੱਚ ਤੁਸੀਂ ਜਦੋਂ ਨਿਊਕਲੀਅਰ ਸਾਇੰਸ ਬਾਰੇ ਪੜ੍ਹਦੇ ਹੋ, ਵੈਨ ਯੂ ਰੀਡ ਅਬਾਊਟ ਦ ਨਿਊਕਲੀਅਰ ਟੌਪਿਕ, ਨਿਊਕਲੀਅਰ ਸਾਇੰਸ ਬਾਰੇ ਪੜ੍ਹਦੇ ਹੋ, there we read about the concept of radioactivity। ਉੱਥੇ ਆਪਾਂ radioactivity ਬਾਰੇ ਪੜ੍ਹਦੇ। ਸੋ ਇਹਦੇ ਵਿੱਚ ਤੁਹਾਡੀ ਅੱਛੀ ਖਾਸੀ ਨੌਲੇਜ ਟੈਸਟ ਹੁੰਦੀ ਹੈ ਕਿ ਤੁਹਾਨੂੰ ਨਿਊਕਲੀਅਰ ਜਾਂ ਫਿਰ ਰੇਡੀਓਐਕਟਿਵਿਟੀ ਬਾਰੇ ਕਿੰਨਾ ਪਤਾ ਹੈ। ਠੀਕ ਹੈ, ਹੁਣ ਕੀ ਹੁੰਦਾ ਹੈ ਕਿ ਸਾਡੇ ਕੋਲ ਨਾ ਕੁਝ ਐਦਾਂ ਦੇ ਐਟੋਮਿਕ ਨਿਊਕਲੀਆਈ ਹੁੰਦੇ ਨੇ, ਨਿਊਕਲੀਅਸ ਹੁੰਦੇ ਨੇ ਜੋ ਕਿ ਅਨਸਟੇਬਲ ਹੁੰਦੇ ਨੇ। ਉਹ ਲਗਾਤਾਰ ਬ੍ਰੇਕ ਡਾਊਨ ਕਰਦੇ ਰਹਿੰਦੇ ਨੇ ਤੇ ਰੇਡੀਏਸ਼ਨਸ ਐਮਿਟ ਕਰਦੇ ਨੇ। ਇਦਾਂ ਦੇ ਐਟੋਮਿਕ ਨਿਊਕਲੀਅਸ, ਇਦਾਂ ਦੇ ਐਟਮਸ ਜੋ ਕਿ ਬਹੁਤ ਅਨਸਟੇਬਲ ਨੇ, ਲਗਾਤਾਰ ਅੱਗੇ ਬ੍ਰੇਕ ਡਾਊਨ ਕਰਦੇ ਰਹਿੰਦੇ ਨੇ ਤੇ ਜਦੋਂ ਵੀ ਬ੍ਰੇਕ ਡਾਊਨ ਕਰਦੇ ਨੇ ਰੇਡੀਏਸ਼ਨਸ ਰਿਲੀਜ਼ ਕਰਦੇ ਨੇ। ਇਸ ਫੀਨੋਮੇਨਾ ਨੂੰ ਆਪਾਂ ਕਹਿੰਦੇ ਆ ਰੇਡੀਓ ਐਕਟੀਵਿਟੀ। ਇਹ ਪ੍ਰੋਸੈਸ ਉਨਾ ਚਿਰ ਚੱਲਦਾ ਰਹੂਗਾ ਜਿੰਨਾ ਤੱਕ ਤੁਹਾਡਾ ਜਿਹੜਾ ਨਿਊਕਲੀਅਸ ਹੈਗਾ ਹੈ ਉਹ ਸਟੇਬਲ ਨਹੀਂ ਹੋ ਜਾਂਦਾ। ਜਦ ਤੱਕ ਨਿਊਕਲੀਅਸ ਸਟੇਬਲ ਨਹੀਂ ਹੋ ਜਾਂਦਾ ਉਨਾ ਚਿਰ ਉਹ ਅਨਸਟੇਬਲ ਨਿਊਕਲੀਆਈ ਬ੍ਰੇਕ ਡਾਊਨ ਕਰਦਾ ਰਹੂਗਾ ਤੇ ਰੇਡੀਏਸ਼ਨਸ ਰਿਲੀਜ਼ ਕਰਦਾ ਜਾਏਗਾ। ਕਲੀਅਰ एवरीवन। ਤੇ ਸਾਡੇ ਕੋਲ ਜਿਹੜੀਆਂ ਰੇਡੀਓ ਐਕਟਿਵ ਐਮਿਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ। ਜਿੱਦਾਂ ਕਿ ਸਾਡੇ ਕੋਲ ਆਉਂਦੀਆਂ ਨੇ ਅਲਫਾ ਰੇਡੀਏਸ਼ਨਸ, ਕੁਝ ਹੁੰਦੀਆਂ ਨੇ ਬੀਟਾ ਰੇਡੀਏਸ਼ਨਸ ਤੇ ਕੁਝ ਹੁੰਦੀਆਂ ਨੇ ਤੁਹਾਡੀਆਂ ਗਾਮਾ ਰੇਡੀਏਸ਼ਨਸ। ਅਲਫਾ ਰੇਡੀਏਸ਼ਨਸ ਮੋਸਟਲੀ ਸਾਡੇ ਕੋਲ ਹੀਲੀਅਮ ਤੋਂ ਪ੍ਰੋਡਿਊਸ ਹੁੰਦੀਆਂ ਨੇ। ਇਹਦੀ ਪੈਨੀਟ੍ਰੇਸ਼ਨ ਪਾਵਰ ਬਹੁਤ ਘੱਟ ਹੁੰਦੀ ਹੈ, ਮਤਲਬ ਇਹ ਉਨੀ ਜਲਦੀ ਉਨਾ ਜ਼ਿਆਦਾ ਪੈਨੀਟ੍ਰੇਟ ਨਹੀਂ ਕਰ ਪਾਉਂਦੀ। ਤੇ ਜਿਹੜੀਆਂ ਆਪਣੀਆਂ ਬੀਟਾ ਰੇਡੀਏਸ਼ਨਸ ਹੁੰਦੀਆਂ ਨੇ ਇਹ ਕੰਪੈਰੀਟਿਵਲੀ ਇਲੈਕਟ੍ਰੋਨ ਜਾਂ ਤੁਹਾਡੇ ਜਿਹੜੇ ਪੋਜ਼ਿਟਰੋਨਸ ਹੁੰਦੇ ਨੇ ਉਹਨਾਂ ਤੋਂ ਰਿਲੀਜ਼ ਹੁੰਦੀਆਂ ਨੇ ਤੇ ਇਹ ਕਾਫੀ ਹੱਦ ਤੱਕ ਪੈਨੀਟ੍ਰੇਟ ਕਰਦੀਆਂ ਨੇ। ਮਤਲਬ ਜੇਕਰ ਆਪਾਂ ਅਲਫਾ ਦੇ ਕੰਪੈਰੀਜ਼ਨ ਚ ਦੇਖੀਏ ਤਾਂ ਅਲਫਾ ਦੀ ਤਾਂ ਪੈਨੀਟ੍ਰੇਸ਼ਨ ਪਾਵਰ ਬਿਲਕੁਲ ਘੱਟ ਹੁੰਦੀ ਹੈ, ਲੋ ਹੁੰਦੀ ਹੈ। ਬੀਟਾ ਦੀ ਪੈਨੀਟ੍ਰੇਸ਼ਨ ਪਾਵਰ ਮੀਡੀਅਮ ਹੈ, ਮਤਲਬ ਅਲਫਾ ਤੋਂ ਥੋੜੀ ਜ਼ਿਆਦਾ ਹੈ। ਫਿਰ ਆਂਦੀ ਹੈ ਗਾਮਾ। ਗਾਮਾ ਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਆਪਣੀ ਜਿਹੜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ ਨਾ ਉਹ ਗਾਮਾ ਰੇਡੀਏਸ਼ਨ ਦੀ ਫਾਰਮ ਚ ਆਉਂਦੀਆਂ ਨੇ ਜਿਹਦੀ ਕੀ ਪੈਨੀਟ੍ਰੇਸ਼ਨ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ। ਅਲਫਾ ਰੇਡੀਏਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਹੈਵੀ ਹੁੰਦੀਆਂ ਨੇ ਪਰ ਵੀਕ ਪੈਨੀਟ੍ਰੇਸ਼ਨ ਹੁੰਦੀ ਹੈ, ਬੀਟਾ ਮੋਡਰੇਟ। ਗਾਮਾ ਰੇਡੀਏਸ਼ਨਸ ਲਾਈਟ ਹੁੰਦੀਆਂ ਨੇ ਲੇਕਿਨ ਸਟਰੋਂਗੈਸਟ ਪੈਨੀਟ੍ਰੇਸ਼ਨ ਕਿਹਦੀ ਹੁੰਦੀ ਹੈ? ਤੁਹਾਡੀ ਗਾਮਾ ਰੇਡੀਏਸ਼ਨਸ ਦੀ। ਸੋ ਗਾਮਾ ਰੇਡੀਏਸ਼ਨਸ these are ultraviolet ultramagnetic electromagnetic radiations। मैं ultraviolet कहता, electromagnetic waves they are just like x-rays। ਜਿੱਦਾਂ ਆਪਾਂ x-ray ਕਰਾਉਣ ਵਾਸਤੇ ਜਾਂਦੇ ਆ ਨਾ, ਰੇਡੀਏਸ਼ਨਸ ਪਾਸ ਕਰਦੀਆਂ ਨੇ ਆਪਣੀ ਬਾਡੀ ਵਿੱਚੋਂ ਤੇ ਉਹਦੇ ਬੇਸਿਸ ਤੇ ਫਿਲਮ ਦੇ ਉੱਤੇ ਸਾਨੂੰ ਇਮੇਜ ਦੇਖਣ ਲਈ ਮਿਲਦੀ ਹੈ। ਜਿੱਦਾਂ x-rays ਆਪਣੀ ਬਾਡੀ ਚੋਂ ਪਾਸ ਕਰਦੀਆਂ ਨੇ ਉਦਾਂ ਹੀ ਗਾਮਾ ਰੇਜ਼ ਵੀ ਬਾਡੀ ਨੂੰ ਪੈਨੀਟ੍ਰੇਟ ਕਰਦੀਆਂ ਨੇ ਬਟ ਦੇ ਆਰ ਮੋਰ ਐਨਰਜੈਟਿਕ ਦੈਨ ਦੀ x-rays। they travel at the speed of light ਦੀ ਸਪੀਡ ਤੇ ਟਰੈਵਲ ਕਰਦੀਆਂ ਨੇ। ਸੋ ਇਸ ਕਰਕੇ ਪੈਨੀਟ੍ਰੇਸ਼ਨ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਕਿਹਦੀ? ਗਾਮਾ ਰੇਜ਼ ਦੀ। ਠੀਕ ਹੈ, ਜਦੋਂ ਤੁਸੀਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਪੜ੍ਹਦੇ ਹੋ ਯੂ ਸੀ ਕਿ ਗਾਮਾ ਰੇਜ਼ ਆਉਂਦੀਆਂ ਨੇ, ਫਿਰ ਐਕਸ ਰੇਜ਼ ਆਉਂਦੀਆਂ ਨੇ, ਫਿਰ ਯੂਵੀ ਰੇਜ਼ ਆਉਂਦੀਆਂ ਨੇ, ਫਿਰ ਵਿਜ਼ੀਬਲ ਲਾਈਟ ਆਉਂਦੀ ਹੈ। ਸਭ ਤੋਂ ਜ਼ਿਆਦਾ એનર્ਜੀ, ਸਭ ਤੋਂ ਜ਼ਿਆਦਾ ਪੈਨੀਟ੍ਰੇਸ਼ਨ ਪਾਵਰ ਕਿਹਦੇ ਵਿੱਚ ਹੁੰਦੀ ਹੈ? ਗਾਮਾ ਰੇਜ਼ ਵਿੱਚ ਹੁੰਦੀ ਹੈ। ਅਗੇਨ ਇੱਕੋ ਪੇਪਰ ਦੇ ਵਿੱਚ ਦੂਸਰਾ ਕੁਐਸਚਨ ਆ ਗਿਆ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦਾ। ਠੀਕ ਹੈ ਜੀ, ਆਪਾਂ ਇਹਨੂੰ ਡਿਵਾਈਡ, ਜਿਵੇਂ ਆਪਾਂ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਆਪਣੇ ਕੋਲ ਜਿਹੜੀਆਂ ਸਟਰੋਂਗੈਸਟ ਵੇਵਸ ਹੁੰਦੀਆਂ ਨੇ, ਹਾਈਐਸਟ એનર્ਜੀ ਦੀ ਜਿਹੜੀਆਂ ਵੇਵਸ ਹੁੰਦੀਆਂ ਨੇ ਇਹਨੂੰ ਆਪਾਂ ਕਹਿੰਦੇ ਆ ਗਾਮਾ ਰੇਜ਼। ਕਿਹੜੀਆਂ ਹੁੰਦੀਆਂ ਨੇ? ਗਾਮਾ। ਗਾਮਾ ਰੇਜ਼ ਤੋਂ ਬਾਅਦ ਉਸ ਤੋਂ ਘੱਟ એનર્ਜੀ ਦੀਆਂ ਹੁੰਦੀਆਂ ਨੇ ਐਕਸ ਰੇਜ਼। ਐਕਸ ਰੇਜ਼ ਤੋਂ ਘੱਟ એનર્ਜੀ ਹੁੰਦੀ ਹੈ ਕਿਹਦੇ ਵਿੱਚ? ਯੂਵੀ ਰੇਜ਼ ਦੇ ਵਿੱਚ। ਯੂਵੀ ਰੇਜ਼ ਤੋਂ ਘੱਟ એનર્ਜੀ ਹੁੰਦੀ ਹੈ ਕਿਹਦੇ ਵਿੱਚ? ਵਿਜ਼ੀਬਲ ਲਾਈਟ ਦੇ ਵਿੱਚ। ਵਿਜ਼ੀਬਲ ਲਾਈਟ, ਇਹ ਸਪੈਕਟਰਮ ਤੁਸੀਂ ਯਾਦ ਕਰਨਾ ਹੈ। ਵਿਜ਼ੀਬਲ ਲਾਈਟ ਤੋਂ ਘੱਟ એનર્ਜੀ ਹੁੰਦੀ ਹੈ ਕਿਹਦੇ ਵਿੱਚ? ਇਨਫਰਾਰੈਡ ਲਾਈਟ ਦੇ ਵਿੱਚ, ਇਨਫਰਾਰੈਡ ਵੇਵਸ ਵਿੱਚ। ਉਸ ਤੋਂ ਬਾਅਦ ਆਉਂਦੀਆਂ ਨੇ ਤੁਹਾਡੀਆਂ ਮਾਈਕ੍ਰੋਵੇਵਸ।
So these are the the way we arrange. ਸਭ ਤੋਂ ਵੱਧ એનર્ਜੀ ਕਿਹਦੇ ਕੋਲ ਹੈ? ਗਾਮਾ ਕੋਲ, ਉਸ ਤੋਂ ਘੱਟ ਐਕਸ-ਰੇ, ਉਸ ਤੋਂ ਘੱਟ ਯੂਵੀ, ਉਸ ਤੋਂ ਘੱਟ ਵਿਜ਼ੀਬਲ, ਉਸ ਤੋਂ ਘੱਟ ਇਨਫਰਾਰੈਡ, ਸਭ ਤੋਂ ਘੱਟ ਮਾਈਕਰੋਵੇਵਸ। ਤਾਂ ਸਾਨੂੰ ਇਹ ਸਮਝ ਆ ਗਿਆ ਕਿ ਜਦੋਂ ਆਪਾਂ ਗਾਮਾ ਰੇਜ਼ ਦੀ ਗੱਲ ਕਰਦੇ ਪਏ ਹਾਂ, ਗਾਮਾ ਰੇਜ਼ ਦੀ ਫ੍ਰੀਕੁਐਂਸੀ ਜ਼ਿਆਦਾ ਹੈ, एनर्जी ज्यादा है, सब तो घट वेवलेंथ है, इस करके एदी इवन पेनिट्रेशन पावर सब तो ज्यादा है। दैट इज अबाउट गामा रेज। ठीक है जी, ये क्लियर हो गया। हुण गल करते हैं कोबाल्ट 60 दी। कोबाल्ट 60 एक ऐसा रेडियो आइसोटोप है, मतलब बेसिकली कोबाल्ट का रेडियो एक्टिव फॉर्म है जिहदे नाल कि इथों तुहाडियां वेव्स प्रोड्यूस हो रही ने। कोबाल्ट 60 ਨੂੰ ਨਿਊਕਲੀਅਰ ਰਿਐਕਟਰਸ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਹੈ ਤੇ ਜਿੱਦਾਂ ਜਿੱਦਾਂ ਕੋਬਾਲਟ 60 ਜਿਹੜਾ ਹੈਗਾ ਇਹ ਡਿਕੇ ਕਰਦਾ ਹੈ, ਇਹਦੇ ਵਿੱਚੋਂ ਬੀਟਾ ਪਾਰਟੀਕਲਸ ਤੇ ਗਾਮਾ ਰੇਜ਼ ਪ੍ਰੋਡਿਊਸ ਹੁੰਦੀਆਂ ਨੇ। ਔਰ ਇਹ ਗਾਮਾ ਰੇਜ਼ ਜੋ ਕੋਬਾਲਟ 60 ਨੇ ਗਾਮਾ ਰੇਜ਼ ਪ੍ਰੋਡਿਊਸ ਕੀਤੀਆਂ, ਉਹ ਆਪਣੇ ਬੋਡੀ ਦੇ ਡੀਪਰ ਟਿਸ਼ੂਜ਼ ਤੱਕ ਐਂਟਰ ਕਰ ਸਕਦੀਆਂ ਨੇ, ਪੈਨੀਟ੍ਰੇਟ ਕਰ ਸਕਦੀਆਂ ਨੇ, ਜਿਸ ਕਰਕੇ ਮੈਡੀਸਿਨ ਫੀਲਡ ਵਿੱਚ ਇਹਦਾ ਬਹੁਤ ਇੰਪੋਰਟੈਂਟ ਰੋਲ ਹੈ। ਤਾਂ ਜੇਕਰ ਆਪਾਂ ਸਟੇਟਮੈਂਟ ਦੇਖੀਏ ਤਾਂ ਪਹਿਲੀ ਸਟੇਟਮੈਂਟ ਵਿੱਚ ਕਿਹਾ cobalt 60 is commonly used in radiation therapy because it emits gamma rays। ਇਹ ਬਿਲਕੁਲ ਸਹੀ ਹੈ। ਰੇਡੀਏਸ਼ਨ ਥੈਰੇਪੀ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ, ਟਿਊਮਰ ਦੇ ਟ੍ਰੀਟਮੈਂਟ ਦੇ ਵਿੱਚ ਯੂਜ਼ ਹੁੰਦੀ ਹੈ। ਇਹਦੇ ਵਿੱਚ ਗਾਮਾ ਰੇਜ਼ ਜੋ ਕਿ ਹਾਈ એનર્ਜੀ ਨੇ, ਇਹ ਕੈਂਸਰ ਸੈਲਸ ਨੂੰ ਡਿਸਟਰੋਏ ਕਰਦੀਆਂ ਨੇ ਵਿਦਆਊਟ ਡੈਮੇਜਿੰਗ ਕੈਂਸਰ ਸੈਲ ਨੂੰ। ਕਿਵੇਂ ਕਰਨਗੀਆਂ? ਜਦੋਂ ਵੀ ਆਪਾਂ ਜਿਵੇਂ ਯੂਵੀ ਰੇਜ਼ ਦੀ ਵੀ ਆਪਾਂ ਜਦੋਂ ਗੱਲ ਕਰਕੇ ਆਏ, ਇਹ ਜਿਹੜੀਆਂ ਹਾਈ એનર્ਜੀ ਵੇਵਸ ਨੇ ਕੀ ਕਰਦੀਆਂ ਨੇ, ਇਹ ਸੈਲਸ ਦਾ ਜਿਹੜਾ ਡੀਐਨਏ ਹੈ ਨਾ ਉਹਨੂੰ ਡਿਸਟਰੋਏ ਕਰ ਦਿੰਦੀਆਂ ਨੇ। ਤੇ ਜਦੋਂ ਡੀਐਨਏ ਡਿਸਟਰੋਏ ਹੋ ਜਾਂਦਾ ਹੈ ਤਾਂ ਇਹਦੇ ਨਾਲ ਕੈਂਸਰ ਸੈਲਸ ਡਿਸਟਰੋਏ ਹੋ ਜਾਂਦੇ ਨੇ। ਵੀ ਕੈਂਸਰ ਸੈਲ ਦੀ ਇੱਕ ਪ੍ਰੋਬਲਮ ਹੈ, ਇਹ ਬਹੁਤ ਜਲਦੀ ਡਿਵਾਈਡ ਕਰਦਾ ਹੈ। ਤਾਂ ਜਦੋਂ ਗਾਮਾ ਰੇਜ਼ ਡੀਐਨਏ ਨੂੰ ਡੈਮੇਜ ਕਰ ਦਿੰਦਾ ਹੈ, ਸੈਲੂਲਰ ਮਸ਼ੀਨਰੀ ਨੂੰ ਡੈਮੇਜ ਕਰ ਦਿੰਦਾ ਹੈ, ਤਾਂ ਕੈਂਸਰ ਸੈਲਸ ਜਾਂ ਤਾਂ ਮਰ ਜਾਂਦੇ ਨੇ ਜਾਂ ਫਿਰ ਇਹ ਫਰਦਰ ਡਿਵਾਈਡ ਨਹੀਂ ਕਰ ਪਾਉਂਦੇ। ਫਾਈਨ एवरीवन। ਸੋ ਹਿਸਟੋਰੀਕਲ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਨਿਊ ਟੈਕਨੋਲੋਜੀਜ਼ ਆ ਗਈਆਂ ਨੇ, ਲੇਕਿਨ ਪਹਿਲਾਂ ਕਿਸੇ ਕੋਬਾਲਟ ਥੈਰੇਪੀ ਯੂਨਿਟਸ ਨੂੰ ਵਾਈਡਲੀ ਯੂਜ਼ ਕੀਤਾ ਜਾਂਦਾ ਸੀ। ਇਸ ਤੋਂ ਪਹਿਲਾਂ ਕਿ ਅੱਜ ਦੇ ਟਾਈਮ 'ਚ ਸਾਡੇ ਕੋਲ ਤਾਂ ਬਹੁਤ ਰਿਫਾਈਨਡ ਟੈਕਨੋਲੋਜੀ ਆ ਚੁੱਕੀ ਹੈ। ਫਾਈਨ एवरीवन। ਤਾਂ ਸਟੇਟਮੈਂਟ ਨੰਬਰ 1 ਜਿਹੜੀ ਹੈਗੀ ਉਹ ਬਿਲਕੁਲ ਸਹੀ ਹੈ। ਹੁਣ ਦੂਸਰੀ ਸਟੇਟਮੈਂਟ ਇਹ ਕਹਿ ਰਿਹਾ ਹੈ ਗਾਮਾ ਰੇਡੀਏਸ਼ਨਸ ਆਰ ਯੂਜ਼ਡ ਫॉर ਕੰਟਰੋਲਿੰਗ ਪੈਸਟ ਐਂਡ ਸਟੈਰਿਲਾਈਜ਼ਿੰਗ ਫੂਡ ਸਟਫ ਆਲਸੋ। ਹੁਣ ਪੈਸਟ ਕੰਟਰੋਲ ਸੇਮ ਚੀਜ਼ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਮੇਲ ਇਨਸੈਕਟਸ ਨੇ ਨਾ, ਉਹਨਾਂ ਦੇ ਉੱਤੇ ਗਾਮਾ ਰੇਡੀਏਸ਼ਨ ਛੱਡ ਦਿੱਤੀ ਜਾਂਦੀ ਹੈ। ਕੀ ਹੋਏਗਾ? ਜੈਨੇਟਿਕ ਮਟੀਰੀਅਲ ਡਿਸਟਰੋਏ ਹੋ ਜਾਏਗਾ। ਜਿਹੜਾ ਮੇਲ ਪੈਸਟ ਹੈਗਾ ਹੈ ਉਹ ਸਟੇਰਾਈਲ ਹੋ ਜਾਂਦਾ ਹੈ, ਔਰ ਸਟੇਰਾਈਲ ਹੋਣ ਤੋਂ ਬਾਅਦ ਉਹਨੂੰ ਵਾਈਲਡ ਲਾਈਫ ਵਿੱਚ ਛੱਡ ਦਿੱਤਾ ਜਾਂਦਾ ਹੈ। ਜੇ ਉਹ ਮੇਟ ਵੀ ਕਰਦੇ ਨੇ ਤਾਂ ਵੀ ਕੋਈ ਆਫਸਪ੍ਰਿੰਗ ਪ੍ਰੋਡਿਊਸ ਨਹੀਂ ਹੁੰਦੇ ਤੇ ਪੈਸਟ ਪੋਪੂਲੇਸ਼ਨ ਹੌਲੀ ਡਿਕਲਾਈਨ ਹੋ ਜਾਂਦੀ ਹੈ। ਜਿਵੇਂ ਫਰੂਟ ਫਲਾਈਜ਼ ਹੋ ਗਏ, ਮਸਕੀਟੋਜ਼ ਹੋ ਗਏ, ਐਗਰੀਕਲਚਰ ਸੈਕਟਰ ਵਿੱਚ ਜਿਹੜੇ ਪੈਸਟ ਸਾਨੂੰ ਦੇਖਣ ਲਈ ਮਿਲਦੇ ਨੇ, ਉਹਨਾਂ ਵਾਸਤੇ ਇਨਸੈਕਟਸ ਨੂੰ ਸਟੇਰਾਈਲ ਕਰਨ ਵਾਸਤੇ ਗਾਮਾ ਰੇਜ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। इट इज़ बेटर दैन पेस्टिसाइड्स, इन्वायरमेंटल फ्रेंडली है, कोई कैमिकल रेजिड्यू प्रोड्यूस नहीं होंदा ते हर एक स्पीशी के हिसाब नाल तुसी गामा रेस प्रोड्यूस करके उस स्पीशी नूं स्टेराइल कर सकते हो, जिहदे नाल की पेस्ट पॉपुलेशन घट सकती है। तो पहला जिहड़ा पॉइंट है फॉर कंट्रोलिंग पेस्ट, दिस इज ऑल्सो एब्सोल्यूटली राइट। दैन ए स्टेटमेंट दे विच दूसरा सानू क्या गया है फॉर स्टेरिलाइजिंग फूड स्टफ, मतलब बेसिकली फूड नूं एक्सपोज करना गामा रेडिएशन दे नाल। प्रोसैस सेम है, जेकर फूड विच कोई बैक्टीरिया होएगा, पैरासाइट होएगा, इंसैक्ट होएगा, वो मर जाएगा तो फूड दी शेल्फ लाइफ बढ़ जाएगी। सो इस करके सेकंड स्टेटमेंट भी बिल्कुल सही है। सानू इधर लगता है कि जेकर फूड दे उत्ते रेडिएशन पास करूगी तो हो सकता है कि फूड रेडियो एक्टिव बन जाए, इदा नहीं हुंदा। फूड रेडियो एक्टिव नहीं बनता। जेकर खाने दे विच कोई भी माइक्रो ऑर्गेनिज्म प्रेजेंट सीगा ਉਹ ਡਿਸਟਰੋਏ ਹੋ ਜਾਂਦਾ ਹੈ, ਤਾਂ ਫੂਡ ਸਟਫ ਦੀ ਵੀ ਸਟੈਰਿਲਾਈਜੇਸ਼ਨ ਵਾਸਤੇ ਗਾਮਾ ਰੇਜ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸੋ ਦਿਸ ਇਜ਼ ਵੈਰੀ 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 ਇੰਪੋਰਟੈਂਟ ਫॉर ਅਸ। ਤਾਂ ਦੋਨੋਂ ਸਟੇਟਮੈਂਟ ਸਹੀ ਹੈ, ਬੋਥ ਸਟੇਟਮੈਂਟ 1 ਐਂਡ 2 ਆਰ ਕਰੈਕਟ। ਇਸ ਕਰਕੇ ਤੁਹਾਡਾ ਆਪਸ਼ਨ ਸੀ ਸਹੀ ਹੋ ਜਾਏਗਾ। ਦੇਖੋ ਵੀ ਆਰ ਜਸਟ ਡਿਸਕਸਿੰਗ ਥਰਡ ਕੁਐਸਚਨ ਤੇ ਉਹਦੇ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਸਿੱਧਾ ਕੁਐਸਚਨ ਫੇਰ ਦੁਬਾਰਾ ਆ ਗਿਆ। ਤਾਂ ਮਤਲਬ ਫਿਜ਼ਿਕਸ ਦੇ ਵਿੱਚ ਤੁਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਬਹੁਤ ਧਿਆਨ ਨਾਲ ਪੜ੍ਹ ਕੇ ਜਾਣੀਆਂ ਨੇ। ਚਲੋ ਜੀ अगला क्वेश्चन देखते हैं। एक क्वेश्चन बड़ा ही इंटरेस्टिंग क्वेश्चन है। इसे थानू क्या गया है, अ कोल्ड ड्रिंक बॉटल, a cold soft drink bottle is kept on balance
When cap is opened, then the weight. Basically, ਆ बैलेंस ਦੇ ਉੱਤੇ ਸੌਫਟ ਡਰਿੰਕ ਦੀ ਠੰਡੀ ਬੋਟਲ ਰੱਖੀ ਗਈ ਹੈ। ਹੁਣ ਜੇਕਰ ਆਪਾਂ ਇਹਦਾ ਕੈਪ ਖੋਲਾਂਗੇ ਤਾਂ ਕੀ ਹੋਏਗਾ? ਜਿਹੜਾ weight ਹੈ ਉਹ ਬੋਟਲ ਦਾ ਉਹ ਇਨਕਰੀਜ਼ ਕਰੂਗਾ ਜਾਂ ਡਿਕਰੀਜ਼ ਕਰੂਗਾ, ਜਾਂ ਫਿਰ ਪਹਿਲਾਂ ਇਨਕਰੀਜ਼ ਕਰੂਗਾ ਫਿਰ ਡਿਕਰੀਜ਼ ਕਰੂਗਾ, कि या फिर सेम रहूगा? क्वेश्चन पढ़ो कि कह रहे हैं, a cold soft drink bottle is kept on balance. When the cap is opened, the weight will increase, the weight will decrease. weight पहला increase करूगा फिर decrease करूगा, या फिर weight will remain same. सो ਇਹ क्वेश्चन ਤੁਹਾਨੂੰ ਪੁੱਛਿਆ ਗਿਆ ਹੈ। ਅਗੇਨ ਫਿਜ਼ਿਕਸ ਦੇ ਵਿੱਚ ਤੁਸੀਂ ਜਦੋਂ ਹੀਟ ਬਾਰੇ ਪੜ੍ਹਦੇ ਹੋ, ਥਰਮੋਡਾਇਨਾਮਿਕਸ ਬਾਰੇ ਪੜ੍ਹਦੇ ਹੋ, ਈਵਨ ਇਹਦੇ ਵਿੱਚ ਵੀ ਅੰਦਰ ਕੰਡੈਂਸੇਸ਼ਨ, ਇਵੈਪੋਰੇਸ਼ਨ ਬਾਰੇ ਜਦੋਂ ਪੜ੍ਹਦੇ ਹੋ, ਉਦੋਂ ਆਪਾਂ ਇਹ ਚੀਜ਼ ਬਾਰੇ ਸੋਚ ਸਕਦੇ ਹਾਂ। ਹੁਣ ਇਹਦੇ ਵਿੱਚ ਕੀ ਆਪਾਂ ਨੂੰ ਕੀ ਲੱਗਦਾ ਕਿ ਜਦੋਂ ਕੈਪ ਓਪਨ ਕੀਤਾ ਤਾਂ ਗੈਸ ਨਿਕਲੀ, ਤਾਂ ਜੇਕਰ ਗੈਸ ਨਿਕਲੀ ਤਾਂ weight ਘਟ ਗਿਆ। ਪੀਪੀਐਸਸੀ ਨੇ ਟ੍ਰੈਪ ਬਣਾਇਆ ਤੁਹਾਡੇ ਵਾਸਤੇ ਕਿ ਕੀ ਤੁਸੀਂ ਇਹ ਸੋਚ ਰਹੇ ਹੋ ਕਿ ਜੇ ਆਪਾਂ ਢੱਕਣ ਖੋਲਿਆ ਤਾਂ ਗੈਸ ਨਿਕਲੀ ਤਾਂ weight ਘਟਿਆ? ਤੁਸੀਂ ਬੋਲੋਗੇ ਹਾਂ weight ਘਟ ਜਾਊਗਾ, ਤੇ ਆਪਸ਼ਨ ਬੀ ਦੇ ਵਿੱਚ ਦਿੱਤਾ ਹੋਇਆ ਹੈ ਕਿ ਹਾਂ weight ਡਿਕਰੀਜ਼ ਕਰ ਜਾਊਗਾ। ਤੁਸੀਂ ਆਪਸ਼ਨ ਬੀ ਮਾਰਕ ਕਰਕੇ ਆ ਜਾਓਗੇ, ਜੋ ਕਿ ਸਹੀ ਨਹੀਂ ਹੈ। ਤੁਹਾਨੂੰ ਉੱਥੇ ਸਿਰਫ ਆ ਨਹੀਂ ਸੋਚਣਾ ਕਿ ਤੁਸੀਂ ਢੱਕਣ ਖੋਲ ਰਹੇ ਹੋ ਤੇ ਗੈਸ ਨਿਕਲ ਰਹੀ ਹੈ। ਤੁਸੀਂ ਇੱਥੇ ਦੋ ਪ੍ਰੋਸੈਸਿਸ ਬਾਰੇ ਸਮਝਣਾ ਹੈ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਜਿਹੜੀ ਸਾਡੇ ਕੋਲ ਸੌਫਟ ਡਰਿੰਕ ਬੋਟਲ ਹੈ, ਇਹਦੇ ਵਿੱਚ ਕੀ ਹੈ? ਸੌਫਟ ਡਰਿੰਕ ਵਾਟਰ ਦੇ ਵਿੱਚ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਤਾਂ ਪਾਣੀ ਹੈ, ਵਾਟਰ ਹੈ। ਵਾਟਰ ਦੇ ਵਿੱਚ ਕੀ ਪਾਤਾ? ਸ਼ੂਗਰ ਪਾਤੀ, ਮਿੱਠਾ ਬਣਾਤਾ ਪਾਣੀ, ਫਿਰ ਕੁਝ ਫਲੇਵਰਸ ਪਾਤੇ, ਫਲੇਵਰਿੰਗ ਏਜੰਟ ਇਹਦੇ ਵਿੱਚ ਪਾਤਾ, ਠੀਕ ਹੈ। ਦੈਨ ਜਿਹੜੀ ਗੈਸ ਹੈ ਉਹ ਕਿਹੜੀ ਗੈਸ ਹੈ? ਉਹ ਕਾਰਬਨ ਡਾਈਆਕਸਾਈਡ ਦੀ ਗੈਸ ਹੈ, ਜਿਹਨੂੰ ਕਿ ਅੰਡਰ ਪ੍ਰੈਸ਼ਰ ਬੋਟਲ ਦੇ ਵਿੱਚ ਪੈਕ ਕੀਤਾ ਗਿਆ। ਤਾਂ ਹੀ ਜਿੱਦਾਂ ਹੀ ਤੁਸੀਂ, ਜਦ ਤੱਕ ਤੁਹਾਡੀ ਬੋਟਲ ਤੁਸੀਂ ਨਹੀਂ ਖੋਲੀ ਤਾਂ ਕੀ ਹੁੰਦਾ ਹੈ ਕਿ ਕਾਰਬਨ ਡਾਈਆਕਸਾਈਡ ਪਾਣੀ ਦੇ ਵਿੱਚ ਡਿਸੋਲਵ ਹੁੰਦੀ ਹੈ ਅੰਡਰ ਹਾਈ ਪ੍ਰੈਸ਼ਰ। ਅੰਡਰ ਹਾਈ ਪ੍ਰੈਸ਼ਰ ਤੁਹਾਡੀ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਬੋਟਲ ਦੇ ਵਿੱਚ ਡਿਸੋਲਵਡ ਹੈ। ਹੁਣ ਤੁਸੀਂ ਬੋਟਲ ਠੰਡੀ ਪਾਣੀ, ਹੁਣ ਇਹਨੇ ਕਿਹਾ ਕਿ ਨਾਟ ਜਸਟ ਵਾਟਰ, ਇਟ ਇਜ਼ ਅ ਕੋਲਡ ਬੋਟਲ। ਹੁਣ ਤੁਹਾਨੂੰ ਬੋਟਲ ਠੰਡੀ ਕਿਉਂ ਫੀਲ ਹੋਏਗੀ? ਜਦੋਂ ਉਹਨੂੰ ਲੋਅਰ ਟੈਂਪਰੇਚਰ ਤੇ ਰੱਖਿਆ ਗਿਆ ਹੋਊਗਾ, ਫ੍ਰਿਜ ਵਿੱਚ ਰੱਖਿਆ ਗਿਆ ਹੋਊਗਾ। ਅਸੀਂ ਕਹਾਂਗੇ ਕਿ ਬੋਟਲ ਠੰਡੀ ਕਦ, ਜਦੋਂ ਆਪਾਂ ਹੱਥ ਲਗਾਇਆ ਤਾਂ ਉਦੋਂ ਸਾਨੂੰ ਬੋਟਲ ਠੰਡੀ ਲੱਗੀ, ਮਤਲਬ ਰੂਮ ਦਾ ਟੈਂਪਰੇਚਰ ਜ਼ਿਆਦਾ ਹੈ, ਸਾਡੀ ਬੋਟਲ ਦਾ ਟੈਂਪਰੇਚਰ ਘੱਟ ਹੈ। ਦੂਜੀ ਚੀਜ਼ ਇਹ ਕਿ ਤੁਹਾਡਾ ਸਰਾਊਂਡਿੰਗਸ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਹਾਈ ਹੈ, ਲੇਕਿਨ ਜਿਹੜੀ ਬੋਟਲ ਹੈ ਇਹਦਾ ਟੈਂਪਰੇਚਰ ਕੀ ਹੈ? ਘੱਟ ਹੈ, ਠੀਕ ਹੈ। ਇਹ ਦੋ ਗੱਲਾਂ ਸਮਝਣੀ ਆਪਾਂ ਕਿ ਪਹਿਲਾਂ ਕੀ ਹੋਇਆ। ਢੱਕਣ ਖੋਲਣ ਤੋਂ ਪਹਿਲਾਂ ਦੋ ਗੱਲਾਂ, ਬੋਟਲ ਦੇ ਵਿੱਚ ਕਾਰਬਨ ਡਾਈਆਕਸਾਈਡ ਅੰਡਰ ਹਾਈ ਪ੍ਰੈਸ਼ਰ ਸਟੋਰ ਕੀਤਾ ਹੋਇਆ ਹੈ, ਬੋਟਲ ਠੰਡੀ ਹੈ। ਠੰਡੀ ਦਾ ਮਤਲਬ ਕੀ ਹੈ? ਥੋੜਾ ਰੂਮ ਦਾ ਟੈਂਪਰੇਚਰ ਜ਼ਿਆਦਾ ਹੈ, ਬੋਟਲ ਦਾ ਟੈਂਪਰੇਚਰ ਘੱਟ ਹੈ, ਠੀਕ ਹੈ। ਹੁਣ ਸੋਚੋ, ਤੁਸੀਂ ਬੋਟਲ ਖੋਲੀ, ਫਿਸ ਕਰਕੇ ਆਵਾਜ਼ ਆਈ, ਉਹ ਫਿਸ ਵਿੱਚ ਕੀ ਹੋਇਆ? ਜਿਹੜੀ ਕਾਰਬਨ ਡਾਈਆਕਸਾਈਡ ਅੰਡਰ ਹਾਈ ਪ੍ਰੈਸ਼ਰ ਸਟੋਰ ਕੀਤੀ ਗਈ ਸੀ, ਉਹ ਕਾਰਬਨ ਡਾਈਆਕਸਾਈਡ ਬਾਹਰ ਆ ਗਈ, ਠੀਕ ਹੈ। ਬਾਹਰ ਆ ਕੇ ਐਟਮੋਸਫੇਅਰ ਵਿੱਚ ਚਲੀ ਗਈ, ਪ੍ਰੈਸ਼ਰ ਰਿਲੀਜ਼ ਹੋ ਗਿਆ। ਜਿੱਦਾਂ ਹੀ ਤੁਸੀਂ ਢੱਕਣ ਖੋਲਿਆ, ਪ੍ਰੈਸ਼ਰ ਰਿਲੀਜ਼ ਹੋਇਆ ਤੇ ਜਿਹੜੀ ਕਾਰਬਨ ਡਾਈਆਕਸਾਈਡ ਸੀਗੀ ਉਹ ਬਾਹਰ ਆ ਗਈ। ਹੁਣ ਇਹਦਾ weight ਦੇ ਉੱਤੇ ਕੀ ਅਸਰ ਹੋਏਗਾ? ਜਿੱਦਾਂ ਹੀ ਗੈਸ ਬਾਹਰ ਆਈ, ਗੈਸ ਦਾ ਵੀ ਆਪਣਾ ਮਾਸ ਹੁੰਦਾ ਹੈ, ਜਿੱਦਾਂ ਹੀ ਗੈਸ ਬਾਹਰ ਰਿਲੀਜ਼ ਹੋਈ, ਬਿਲਕੁਲ ਤੁਹਾਡਾ ਜਿਹੜਾ ਮਾਸ ਹੈਗਾ ਹੈ ਉਹ ਡਿਕਰੀਜ਼ ਕਰੇਗਾ, ਜਿਹੜਾ weight ਹੈਗਾ ਹੈ ਉਹ ਡਿਕਰੀਜ਼ ਕਰੂਗਾ। ਜਿਵੇਂ ਤੁਸੀਂ ਢੱਕਣ ਖੋਲਿਆ, weight ਡਿਕਰੀਜ਼ ਕਰੂਗਾ। ਪਰ ਕੁਐਸਚਨ 'ਚ ਤੁਹਾਨੂੰ ਇੱਕ ਚੀਜ਼ ਬੋਲਿਆ ਗਿਆ, ਕੋਲਡ ਸੌਫਟ ਡਰਿੰਕ ਵਾਟਰ। ਕੋਲਡ ਸੌਫਟ ਡਰਿੰਕ ਤਾਂ ਮਤਲਬ ਇੱਕ ਹੋਰ ਚੀਜ਼ ਤੁਸੀਂ ਸੋਚਣੀ ਹੈ ਕਿ ਜਿਹੜੀ ਤੁਹਾਡੀ ਬੋਟਲ ਹੈ ਨਾ, ਇਹ ਠੰਡੀ ਹੈ ਤੇ ਆਸ-ਪਾਸ ਦਾ ਏਰੀਆ ਗਰਮ ਹੈ। ਆਪਾਂ ਫ੍ਰਿਜ ਵਿੱਚੋਂ ਵੀ ਜੇ ਬੋਟਲ ਬਾਹਰ ਕੱਢਦੇ ਆ ਤੇ ਰੱਖਦੇ ਆ ਗਰਮੀਆਂ ਦੇ ਮੌਸਮ ਦੇ ਵਿੱਚ, ਕੀ ਹੁੰਦਾ ਹੈ? ਬੋਟਲ ਦੇ ਆਸ-ਪਾਸ ਜਦੋਂ 에ਅਰ ਆ ਕੇ ਇੰਟਰੈਕਟ ਕਰਦੀ ਹੈ ਤਾਂ ਜਿਹੜੀ ਗਰਮ ਹਵਾ ਹੈ, ਜਦੋਂ ਠੰਡੀ ਬੋਟਲ ਨਾਲ ਆ ਕੇ ਜੁੜਦੀ ਹੈ ਤਾਂ ਜਿਹੜੇ ਵਾਟਰ ਵੇਪਰਸ ਹੁੰਦੇ ਨੇ ਉਹ ਕੰਡੈਂਸ ਹੋ ਜਾਂਦੇ ਨੇ ਤੇ ਤੁਹਾਡੀ ਬੋਟਲ ਦੇ ਆਲੇ ਦੁਆਲੇ ਛੋਟੇ ਲਿਕੁਇਡਸ ਦੇ ਡ੍ਰੌਪਸ ਬਣ ਜਾਂਦੇ ਨੇ। ਇਹ ਆਪਾਂ ਪੜ੍ਹਦੇ ਕੰਡੈਂਸੇਸ਼ਨ ਬਾਰੇ। ਤੁਹਾਡੀ ਜਿਹੜੀ ਆ ਬੋਟਲ ਹੈ ਇਹ ਲੋ ਟੈਂਪਰੇਚਰ ਤੇ ਹੈ। ਹੁਣ ਜਿਹੜੀ ਆਸ-ਪਾਸ ਹਵਾ ਦੇ ਵਿੱਚ
ਮੋਇਸਚਰ ਹੈ, ਜਿਹੜੇ ਵਾਟਰ ਵੇਪਰਸ ਨੇ, ਇਹ ਜਦੋਂ ਆ ਕੇ ਬੋਟਲ ਦੇ ਕੰਟੈਕਟ ਵਿੱਚ ਆਣਗੇ, ਇਹ ਕੀ ਕਰ ਜਾਣਗੇ, ਵਾਟਰ ਵੇਪਰ ਕੰਡੈਂਸ ਹੋ ਜਾਣਗੇ, ਉਹ ਗੈਸ ਦੀ ਫਾਰਮ ਚੋਂ ਨਿਕਲ ਕੇ ਬੋਟਲ ਦੇ ਉੱਤੇ ਛੋਟੀ 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 ਵਾਟਰ ਡ੍ਰੌਪਲੇਟਸ ਦੇ ਫਾਰਮ ਚ ਕੰਡੈਂਸ ਹੋ ਜਾਣਗੇ। ਤੁਸੀਂ ਫ੍ਰਿਜ ਵਿੱਚ ਠੰਡਾ ਗਲਾਸ ਪਾਣੀ ਦਾ ਕੱਢੋ, ਗਲਾਸ 'ਚ ਪਾਣੀ ਪਾਓ, ਨਾਰਮਲ ਗਲਾਸ ਲਓ, ਠੰਡਾ ਪਾਣੀ ਪਾਓ, ਰੱਖੋ, 2 ਮਿੰਟ ਬਾਅਦ ਤੁਸੀਂ ਦੇਖੋਗੇ ਕਿ ਗਲਾਸ ਦੇ ਆਲੇ ਦੁਆਲੇ ਛੋਟੀ 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 ਵਾਟਰ ਡ੍ਰੌਪਲੇਟਸ ਬਣ ਜਾਂਦੀਆਂ ਨੇ। ਉਹ ਕੀ ਹੁੰਦਾ ਹੈ? ਦੈਟ ਪ੍ਰੋਸੈਸ ਇਜ਼ ਕਾਲਡ ਐਜ਼ ਕੰਡੈਂਸੇਸ਼ਨ। ਜਦੋਂ ਤੁਸੀਂ ਗਰਮ ਠੰਡੀ ਪਾਣੀ ਨੂੰ ਨਾਰਮਲ ਰੂਮ ਟੈਂਪਰੇਚਰ ਤੇ ਲੈ ਕੇ ਆਓਗੇ ਤਾਂ ਉਹਦੇ ਅਰਾਊਂਡ ਵਾਟਰ ਡ੍ਰੌਪਲੇਟਸ ਬਣ ਜਾਣਗੀਆਂ। ਕਿਉਂ? ਬਿਕਾਜ਼ ਆਫ ਕੰਡੈਂਸੇਸ਼ਨ। ਹੁਣ ਤੁਸੀਂ ਦੇਖੋ, ਜਦੋਂ ਇਹ ਐਕਸਟਰਾ ਵਾਟਰ ਡ੍ਰੌਪਲੇਟਸ ਬੋਟਲ ਦੇ ਉੱਤੇ ਆ ਜਾਣਗੀਆਂ ਤਾਂ ਜਿਹੜੀਆਂ ਵਾਟਰ ਡ੍ਰੌਪਲੇਟਸ ਨੇ ਉਹ ਅਕਿਊਮੂਲੇਟ ਹੋ ਗਈਆਂ, ਮਤਲਬ ਐਕਸਟਰਾ ਵਾਟਰ ਆ ਗਿਆ ਤੁਹਾਡੀ ਬੋਟਲ ਦੇ ਬਾਹਰ, ਤਾਂ ਇਹਦੇ ਨਾਲ ਕੀ ਹੋਏਗਾ? weight ਇਨਕਰੀਜ਼ ਹੋਏਗਾ। ਹੁਣ ਪਹਿਲਾਂ ਕੀ ਹੋਏਗਾ? ਸਭ ਤੋਂ ਪਹਿਲਾਂ ਕੀ ਹੋਏਗਾ? ਇਮੀਡੀਏਟਲੀ ਤੁਸੀਂ ਜਦੋਂ ਬੋਟਲ ਖੋਲੀ, ਹਲੇ ਬੋਟਲ ਜਿਹੜੀ ਹੈਗੀ ਆ ਉਹ ਠੰਡੀ ਹੈ, ਜਿੱਦਾਂ ਹੀ ਉਹ ਠੰਡੀ, ਜਿੰਨੀ ਠੰਡੀ ਬੋਟਲ ਹੋਏਗੀ ਉਨੀ ਜਲਦੀ ਕੰਡੈਂਸੇਸ਼ਨ ਹੋਏਗੀ, ਉਨੀ ਜਲਦੀ ਉਹਦੇ ਅਰਾਊਂਡ ਵਾਟਰ ਡ੍ਰੌਪਲੇਟਸ ਅਕਿਊਮੂਲੇਟ ਹੋਣੇ ਸ਼ੁਰੂ ਹੋ ਜਾਣਗੇ। ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਬੋਟਲ ਖੋਲੋ, ਤੁਸੀਂ ਹਲੇ ਬੋਟਲ ਕੱਢ ਕੇ ਰੱਖੀ, ਵੇਇੰਗ ਸਕੇਲ ਤੇ ਰੱਖੀ, ਕਿਉਂਕਿ ਪਾਣੀ ਦੀ ਜਿਹੜੀ ਕੋਕ ਦੀ ਬੋਟਲ ਠੰਡੀ ਹੈ, ਤਾਂ ਕੀ ਹੋਊਗਾ? ਉਹਦੇ ਆਲੇ ਦੁਆਲੇ ਵਾਟਰ ਅਕਿਊਮੂਲੇਟ ਹੋ ਜਾਏਗਾ। ਸਭ ਤੋਂ ਪਹਿਲਾਂ weight ਇਨਕਰੀਜ਼ ਕਰੂਗਾ। ਕਿਉਂ? ਬਿਕਾਜ਼ ਆਫ ਦੋਜ਼ ਵਾਟਰ ਡ੍ਰੌਪਲੇਟਸ। ਐਂਡ ਤੁਸੀਂ ਢੱਕਣ ਖੋਲਤਾ, ਕਾਰਬਨ ਡਾਈਆਕਸਾਈਡ ਲਗਾਤਾਰ ਐਸਕੇਪ ਕਰ ਰਹੀ ਹੈ। ਹੌਲੀ ਹੌਲੀ ਜਿਹੜੀ ਠੰਡੀ ਬੋਟਲ ਹੈ ਉਹਦਾ ਟੈਂਪਰੇਚਰ ਵੀ ਤਾਂ ਇਨਕਰੀਜ਼ ਕਰੂਗਾ, ਉਹ ਵੀ ਤਾਂ ਨਾਰਮਲ ਟੈਂਪਰੇਚਰ ਤੇ ਆਊਗੀ। ਜਿੱਦਾਂ ਜਿੱਦਾਂ ਕੋਲਡ ਡਰਿੰਕ ਤੁਹਾਡਾ ਗਰਮ ਹੁੰਦਾ ਜਾਏਗਾ, ਕੰਡੈਂਸੇਸ਼ਨ ਦਾ ਪ੍ਰੋਸੈਸ ਸਲੋ ਹੁੰਦਾ ਜਾਏਗਾ, ਤਾਂ ਉਸ ਟਾਈਮ ਤੇ ਕਾਰਬਨ ਡਾਈਆਕਸਾਈਡ ਨਿਕਲ ਰਹੀ ਹੈ, ਤੇ ਜਦੋਂ ਕੰਡੈਂਸੇਸ਼ਨ ਨਹੀਂ ਹੋ ਰਹੀ ਤਾਂ ਉਸ ਟਾਈਮ ਤੇ ਤੁਹਾਡਾ ਬੋਟਲ ਦਾ weight ਡਿਕਰੀਜ਼ ਕਰੂਗਾ। ਤਾਂ ਦੋ ਚੀਜ਼ਾਂ ਹੋ ਰਹੀਆਂ ਨੇ। ਦ ਮੋਮੈਂਟ ਤੁਸੀਂ ਉਹਨੂੰ ਬਾਹਰ ਕੱਢਿਆ, ਸਕੇਲ ਤੇ ਰੱਖਿਆ, ਢੱਕਣ ਖੋਲਿਆ, ਕਿਉਂਕਿ ਬੋਟਲ ਬਹੁਤ ਠੰਡੀ ਸੀ, ਬਹੁਤ ਜ਼ਿਆਦਾ ਕੰਡੈਂਸੇਸ਼ਨ ਹੋਊਗੀ ਤੇ ਵਾਟਰ ਮੋਲੀਕਿਊਲਸ ਪੂਰੀ ਤੁਹਾਡੀ ਬੋਟਲ ਦੇ ਗਿੱਲੀ ਹੋ ਜਾਏਗੀ, ਪਾਣੀ ਤੁਹਾਡੀ ਬੋਟਲ ਬਾਹਰ ਤੋਂ। ਲੇਕਿਨ ਹੌਲੀ 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 ਜਿਹੜਾ ਟੈਂਪਰੇਚਰ ਹੈ ਉਹ ਘਟੇਗਾ, ਜਿਹੜਾ ਠੰਡਾ ਪਾਣੀ ਹੈ ਉਹ ਗਰਮ ਤਾਂ ਹੋਏਗਾ ਤੇ ਕੰਡੈਂਸੇਸ਼ਨ ਸਲੋ ਡਾਊਨ ਹੋ ਜਾਏਗੀ, ਤੇ ਜਦੋਂ ਉਦੋਂ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੀ ਜਾਏਗੀ ਤਾਂ ਥੋੜਾ ਜਿਹੜਾ weight ਹੈਗਾ ਹੈ ਉਹ ਕੀ ਕਰੇਗਾ? ਡਿਕਰੀਜ਼ ਕਰੇਗਾ। ਤਾਂ ਪਹਿਲਾਂ ਇਨਕਰੀਜ਼ ਹੋਏਗਾ। ਕਿਉਂ? ਬਿਕਾਜ਼ ਆਫ ਕੰਡੈਂਸੇਸ਼ਨ। ਇੱਥੇ ਕੰਡੈਂਸੇਸ਼ਨ ਜ਼ਿਆਦਾ ਹੋ ਰਹੀ ਹੈ ਐਜ਼ ਕੰਪੇਅਰ ਟੂ ਗੈਸ ਦਾ ਜਿਹੜਾ ਰਿਲੀਜ਼ ਹੋ ਰਿਹਾ ਹੈ, ਤੇ ਫਿਰ ਡਿਕਰੀਜ਼ ਕਰੂਗਾ। ਕਿਉਂ? ਬਿਕਾਜ਼ ਗੈਸ ਦਾ ਰਿਲੀਜ਼ ਜ਼ਿਆਦਾ ਹੋ ਰਿਹਾ ਹੈ ਤੇ ਕੰਡੈਂਸੇਸ਼ਨ ਦਾ ਪ੍ਰੋਸੈਸ ਆਲਮੋਸਟ ਸਟਾਪ ਹੋ ਚੁੱਕਿਆ ਹੈ। Is that clear? ਕਿੰਨਾ ਫਾਈਨ ਐਪਲੀਕੇਸ਼ਨ ਦਾ ਕਨਸੈਪਟ ਤੁਹਾਨੂੰ ਇੱਥੇ ਪੀਪੀਐਸਸੀ ਨੇ ਪੁੱਛਿਆ ਹੈ। ਠੀਕ ਹੈ ਜੀ, ਪੂਰਾ ਇਮੇਜਿਨ ਕਰੋ, ਪੂਰਾ ਕੁਐਸਚਨ ਪੜੋ। ਜੇ ਸਿਰਫ ਇੰਨਾ ਪੜਦੇ ਨਾ ਕਿ ਸੌਫਟ ਡਰਿੰਕ ਦੀ ਬੋਟਲ ਰੱਖੀ ਹੋਈ ਹੈ ਤੇ ਤੁਸੀਂ ਢੱਕਣ ਖੋਲਤਾ, ਫਿਰ ਤਾਂ ਆਪਸ਼ਨ ਹੋਣਾ ਸੀਗਾ ਡਿਕਰੀਜ਼, ਗੈਸ ਨਿਕਲੀ, ਮਾਸ ਘਟਿਆ, ਡਿਕਰੀਜ਼ ਹੋ ਗਿਆ। ਬਟ ਉਹਨਾਂ ਨੇ ਕਿਹਾ ਕੋਲਡ, ਇੱਥੇ ਸਭ ਤੋਂ ਇੰਪੋਰਟੈਂਟ ਵਰਡ ਹੈਗਾ ਹੈ ਕੋਲਡ ਸੌਫਟ ਡਰਿੰਕ ਬੋਟਲ, ਕਿ ਕੋਲਡ ਬੋਟਲ ਦੇ ਅਰਾਊਂਡ ਕੀ ਹੋਏਗੀ? ਕੰਡੈਂਸੇਸ਼ਨ ਹੋਏਗੀ, ਔਰ ਕੰਡੈਂਸੇਸ਼ਨ ਕਰਕੇ ਤੁਹਾਡੇ ਕੋਲ ਇੱਥੇ ਮਾਸ ਵਧੇਗਾ। ਕਲੀਅਰ एवरीवन? ਤਾਂ ਪਹਿਲਾ ਜਿਹੜਾ weight ਹੈਗਾ ਉਹ ਇਨਕਰੀਜ਼ ਕਰੂਗਾ, ਉਸ ਤੋਂ ਬਾਅਦ ਜਿਹੜਾ ਬੈਲੈਂਸ ਹੈਗਾ ਹੈ weight ਬੈਲੈਂਸ ਉਹ ਡਿਕਰੀਜ਼ ਕਰੇਗਾ। ਸੋ ਦਿਸ ਵਾਸ ਅ ਵੈਰੀ ਗੁੱਡ ਕਨਸੈਪਟ ਜੋ ਕਿ ਪੀਪੀਐਸਸੀ ਨੇ ਪੁੱਛਿਆ। ਅਗਲੇ ਕੁਐਸਚਨਸ ਦੇਖਦੇ ਹਾਂ। ਨੈਕਸਟ ਕੁਐਸਚਨ ਸਾਡਾ ਹੈਗਾ ਹੈ ਕੈਮਿਸਟਰੀ ਤੋਂ। ਦੋ ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਪਹਿਲੀ ਸਟੇਟਮੈਂਟ ਹੈਗੀ ਹੈ, a lactometer cannot test adulteration of skimmed milk correctly. Second statement है, the density of skimmed milk is less than that of unskimmed milk. ठीक है, ਹੁਣ ਕੈਮਿਸਟਰੀ ਵਿੱਚ ਆਪਾਂ ਡੈਂਸਿਟੀ ਔਰ ਅਡਲਟਰੇਸ਼ਨ ਬਾਰੇ ਪੜ੍ਹਦੇ ਹਾਂ, ਤਾਂ ਥੋੜਾ ਕਨਸੈਪਚੁਅਲ ਕੁਐਸਚਨ ਹੈ ਤੇ ਥੋੜਾ ਜਿਹਾ ਐਪਲੀਕੇਸ਼ਨ ਬੇਸਡ ਕੁਐਸਚਨ ਹੈ। ਸਭ ਤੋਂ ਪਹਿਲਾਂ ਮਿਲਕ ਦੀ ਗੱਲ ਕਰਦੇ ਹਾਂ। ਮਿਲਕ ਪਿਓਰ ਸਬਸਟੈਂਸ ਨਹੀਂ ਹੈ। ਪਿਓਰ ਸਬਸਟੈਂਸ ਮਤਲਬ ਇੱਕੋ ਐਲੀਮੈਂਟ ਦਾ ਨਹੀਂ ਬਣਿਆ ਹੋਇਆ। ਮਿਲਕ ਬੇਸਿਕਲੀ ਕੀ ਹੁੰਦਾ ਹੈ? ਇਟ ਇਜ਼ ਅ ਮਿਕਸਚਰ। ਮਿਲਕ ਕੀ ਹੈ? ਇਹ ਮਿਕਸਚਰ ਹੈ। ਮਿਲਕ ਵਿੱਚ ਸਭ ਤੋਂ ਜ਼ਿਆਦਾ ਤਾਂ ਪਾਣੀ ਹੁੰਦਾ ਹੈ, ਵਾਟਰ ਹੁੰਦਾ ਹੈ। ਤਕਰੀਬਨ 87% ਮਿਲਕ ਵਿੱਚ ਵਾਟਰ ਹੁੰਦਾ ਹੈ।
ਇਸ ਤੋਂ ਇਲਾਵਾ ਮਿਲਕ ਵਿੱਚ ਫੈਟ ਹੁੰਦਾ ਹੈ, ਮਿਲਕ 'ਚ ਪ੍ਰੋਟੀਨ ਹੁੰਦਾ ਹੈ, ਠੀਕ ਹੈ, ਮਿਲਕ 'ਚ ਲੈਕਟੋਜ਼ ਹੁੰਦਾ ਹੈ ਤੇ ਬਹੁਤ ਘੱਟ ਮਾਤਰਾ ਦੇ ਵਿੱਚ ਮਿਨਰਲਸ ਵੀ ਹੁੰਦੇ ਨੇ। ਕੁਝ 3 ਤੋਂ 6% 'ਚ ਵੇਰੀ ਕਰਦਾ ਹੈ ਫੈਟ, 3 ਤੋਂ 4% 'ਚ ਵੇਰੀ ਕਰਦਾ ਹੈ ਪ੍ਰੋਟੀਨ ਤੇ 4 ਤੋਂ 5% 'ਚ ਵੇਰੀ ਕਰਦਾ ਹੈ ਲੈਕਟੋਜ਼ ਤੇ ਮਿਨਰਲਸ ਬਹੁਤ ਹੀ ਘੱਟ ਅਮਾਉਂਟ 'ਚ ਹੁੰਦੇ ਨੇ। ਇਸ ਕਰਕੇ ਸਾਨੂੰ ਇਹ ਸਮਝ ਆਉਂਦਾ ਹੈ ਕਿ ਮਿਲਕ ਇੱਕ ਮਿਕਸਚਰ ਹੈ। ਪਹਿਲੀ ਗੱਲ, ਇਟ ਇਜ਼ ਅ ਕੰਪਲੈਕਸ ਮਿਕਸਚਰ। ਦੂਸਰਾ, ਇਸ ਕੁਐਸਚਨ 'ਚ ਲੈਕਟੋਮੀਟਰ ਬਾਰੇ ਗੱਲ ਕੀਤੀ ਗਈ ਹੈ। ਲੈਕਟੋਮੀਟਰ ਕੀ ਕਰਦਾ ਹੈ? ਲੈਕਟੋਮੀਟਰ ਇੱਕ ਐਸਾ ਇੰਸਟਰੂਮੈਂਟ ਹੈ ਜੋ ਕਿ ਮਿਲਕ ਦੀ ਸਪੈਸਿਫਿਕ ਗ੍ਰੈਵਿਟੀ ਨੂੰ ਮੇਜ਼ਰ ਕਰਦਾ ਹੈ। ਮਿਲਕ ਦੀ ਸਪੈਸਿਫਿਕ ਗ੍ਰੈਵਿਟੀ ਨੂੰ ਕੌਣ ਮੇਜ਼ਰ ਕਰਦਾ ਹੈ? ਲੈਕਟੋਮੀਟਰ। ਲੈਕਟੋਮੀਟਰ ਯੂਜ਼ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੀ ਮਿਲਕ 'ਚ ਪਾਣੀ ਤਾਂ ਨਹੀਂ ਪਾਇਆ ਹੋਇਆ, ਇਹਨੂੰ ਡਾਇਲੂਟ ਤਾਂ ਨਹੀਂ ਕੀਤਾ ਹੋਇਆ। ਜਦੋਂ ਤੁਸੀਂ ਸਾਇੰਸ ਪੜ੍ਹਦੇ ਹੋ ਤਾਂ ਤੁਸੀਂ ਆਰਕੀਮੀਡੀਜ਼ ਪ੍ਰਿੰਸੀਪਲ ਬਾਰੇ ਪੜ੍ਹਦੇ ਹੋ। ਆਰਕੀਮੀਡੀਜ਼ ਪ੍ਰਿੰਸੀਪਲ ਇਹ ਕਹਿੰਦਾ ਹੈ ਕਿ ਤੁਹਾਡੀ ਜਿਹੜੀਆਂ, ਸਪੋਜ਼ ਕਰੋ ਇਹ ਵਾਟਰ ਹੈ ਇੱਥੇ, ਠੀਕ ਹੈ, ਦਿਸ ਇਜ਼ ਵਾਟਰ, ਤੇ ਇਹਦੇ ਉੱਤੇ ਕੋਈ ਆਬਜੈਕਟ ਫਲੋਟ ਕਰ ਰਿਹਾ ਹੈ, ਕੋਈ ਆਬਜੈਕਟ ਫਲੋਟ ਕਰ ਰਿਹਾ ਹੈ। ਇਫ ਆਬਜੈਕਟ ਜਦੋਂ ਪਾਣੀ ਦੇ ਉੱਤੇ ਫਲੋਟ ਕਰੇਗਾ, ਇਹ ਉਨਾ ਵਾਟਰ ਡਿਸਪਲੇਸ ਕਰੇਗਾ ਜਿੰਨਾ ਇਹਦਾ ਖੁਦ ਦਾ weight ਹੈ। ਜਿੰਨਾ ਉਸ ਆਬਜੈਕਟ ਦਾ ਆਪਣਾ weight ਹੋਏਗਾ ਉਨਾ ਵਾਟਰ ਉਹ ਡਿਸਪਲੇਸ ਕਰੇਗਾ, ਉਦੋਂ ਹੀ ਇਹ ਕੀ ਕਰ ਪਾਏਗਾ? ਫਲੋਟ ਕਰ ਪਾਏਗਾ, ਤੈਰ ਪਾਏਗਾ। that is the basic principle of Archimedes। ਹੁਣ ਸਮਝਣ ਦੀ ਕੋਸ਼ਿਸ਼ ਕਰੋ, ਜੇਕਰ ਤਾਂ ਤੁਹਾਡਾ ਮਿਲਕ, ਅੱਛਾ ਹੁਣ ਦੂਜੀ ਗੱਲ, ਜੇ ਮਿਲਕ ਪਿਓਰ ਹੈ ਤਾਂ ਉਹ ਡੈਂਸਰ ਹੋਏਗਾ। ਜੇ ਮਿਲਕ ਦੇ ਵਿੱਚ ਪਾਣੀ ਪਾਤਾ ਤਾਂ ਉਹ ਕੰਪੈਰੀਟਿਵਲੀ ਕੀ ਹੋਏਗਾ? ਲੈਸ ਡੈਂਸ ਹੋਏਗਾ। ਇਹ ਗੱਲ ਆਪਾਂ ਨੂੰ ਸਮਝ ਆ ਰਹੀ ਹੈ? ਜੇ ਮਿਲਕ ਪਿਓਰ ਹੈ ਤਾਂ ਉਹ ਡੈਂਸ ਹੋਏਗਾ, ਗਾੜਾ ਹੋਏਗਾ, ਡੈਂਸਰ ਹੋਏਗਾ। ਜੇ ਮਿਲਕ ਦੇ ਵਿੱਚ ਪਾਣੀ ਪਾਤਾ ਤਾਂ ਉਹ ਕੰਪੈਰੀਟਿਵਲੀ ਲੈਸ ਡੈਂਸਰ ਬਣ ਜਾਏਗਾ। ਤਾਂ ਕੀ ਕੀਤਾ ਜਾਂਦਾ ਹੈ? ਇਹਦੇ ਵਿੱਚ ਲੈਕਟੋਮੀਟਰ ਪਾਇਆ ਜਾਂਦਾ ਹੈ। ਜੇਕਰ ਤਾਂ ਲੈਕਟੋਮੀਟਰ ਜ਼ਿਆਦਾ ਹਾਈ ਫਲੋ ਕਰ ਰਿਹਾ ਹੈ, ਇਟ ਮੀਨਸ ਕਿ ਜਿਹੜਾ ਮਿਲਕ ਹੈਗਾ ਉਹ ਡੈਂਸਰ ਹੈ। ਤੇ ਜੇ ਲੈਕਟੋਮੀਟਰ ਅੰਦਰ ਚਲਾ ਗਿਆ, ਸਿੰਕ ਕਰ ਗਿਆ, ਡੀਪਰ ਸਿੰਕ ਕਰ ਗਿਆ, ਇਹਦਾ ਮਤਲਬ ਮਿਲਕ ਜਿਹੜਾ ਹੈਗਾ ਉਹ ਲੈਸ ਡੈਂਸਰ ਹੈ। ਤਾਂ ਮਤਲਬ ਜੇ ਤੁਹਾਡੇ ਦੁੱਧ ਵਾਲੇ ਨੇ ਦੁੱਧ ਵਿੱਚ ਪਾਣੀ ਪਾਤਾ ਤਾਂ ਪਾਣੀ ਪਾਣ ਨਾਲ ਕੀ ਹੋ ਗਿਆ? ਪਾਣੀ ਦੀ ਡੈਂਸਿਟੀ ਮਿਲਕ ਨਾਲੋਂ ਘੱਟ ਹੁੰਦੀ ਹੈ, ਤਾਂ ਓਵਰਆਲ ਮਿਲਕ ਦੀ ਡੈਂਸਿਟੀ ਘਟ ਜਾਂਦੀ ਹੈ ਤੇ ਲੈਕਟੋਮੀਟਰ ਸਿੰਕ ਕਰ ਜਾਂਦਾ ਹੈ ਤੇ ਲੈਕਟੋਮੀਟਰ ਇਸ ਚੇਂਜ ਨੂੰ ਦੱਸ ਦਿੰਦਾ ਹੈ ਕਿ ਦੁੱਧ ਵਿੱਚ ਪਾਣੀ ਪਿਆ ਹੋਇਆ ਹੈ ਜਾਂ ਨਹੀਂ ਪਿਆ ਹੋਇਆ। ਇਸ ਕਰਕੇ ਲੈਕਟੋਮੀਟਰ ਨੂੰ ਯੂਜ਼ ਕੀਤਾ ਜਾਂਦਾ ਹੈ ਟੂ ਅੰਡਰਸਟੈਂਡ ਕਿ ਦੁੱਧ ਵਿੱਚ ਪਾਣੀ ਮਿਲਾਇਆ ਗਿਆ ਹੈ ਜਾਂ ਨਹੀਂ। ਪਹਿਲੀ ਗੱਲ, ਲੈਕਟੋਮੀਟਰ ਕੀ ਕਰਦਾ ਹੈ? ਆਪਾਂ ਨੂੰ ਇਹ ਸਮਝ ਆ ਗਿਆ ਕਿ ਜੇਕਰ ਤਾਂ ਮਿਲਕ ਡੈਂਸ ਹੈ, ਪਿਓਰ ਹੈ, ਤਾਂ ਇਹ ਉੱਪਰ ਰਹੇਗਾ, ਲੇਕਿਨ ਜੇਕਰ ਵਾਟਰ ਪਾਤਾ ਤੁਹਾਡੇ ਮਿਲਕ ਦੇ ਵਿੱਚ ਤੇ ਮਿਲਕ ਲਾਈਟਰ ਹੋ ਗਿਆ ਤੇ ਇਹ ਬਿਲੋ ਸਿੰਕ ਕਰ ਜਾਂਦਾ, ਜਿਹਦੇ ਨਾਲ ਕਿ ਇਹ ਚੇਂਜਸ ਨੂੰ ਡਿਟੈਕਟ ਕਰ ਲੈਂਦਾ। ਹੁਣ ਆਉਂਦਾ ਟ੍ਰਿਕੀਐਸਟ ਪਾਰਟ। ਇੱਥੇ ਸਕਿਮਡ ਮਿਲਕ ਤੇ ਅਨਸਕਿਮਡ ਮਿਲਕ ਦੀ ਗੱਲ ਕੀਤੀ ਗਈ ਹੈ। ਇਹਦੇ ਵਾਸਤੇ ਸਾਨੂੰ ਫੈਟ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ, ਠੀਕ ਹੈ। ਹੁਣ ਇਹਨੇ ਕਿਹਾ ਗਿਆ the density of skimmed milk is less than the unskimmed milk। ਕਿ ਕਿਆ ਜਿਹੜਾ ਫੈਟ ਹੈ ਉਹ ਹੈਵੀ ਹੁੰਦਾ ਹੈ ਵਾਟਰ ਨਾਲੋਂ ਜਾਂ ਨਹੀਂ, ਹੈਵੀ ਹੈ ਕਿ ਲਾਈਟ ਹੈ, ਇਹ ਆਪਾਂ ਨੂੰ ਸਮਝਣਾ ਹੈ। ਬੇਸਿਕਲੀ ਜਿਹੜਾ ਫੈਟ ਹੁੰਦਾ ਹੈ ਨਾ, ਫੈਟ ਕੰਟੈਂਟ, ਇਟ ਇਜ਼ ਲਾਈਟਰ ਦੈਨ ਦ ਵਾਟਰ। ਸਾਨੂੰ ਇਹ ਗੱਲ ਕਿੱਦਾਂ ਪਤਾ? ਤਾਂ ਹੀ ਤਾਂ ਜਦੋਂ ਆਪਾਂ ਕਰੀਮ ਕੱਢਦੇ ਆ, ਕਰੀਮ ਰਾਈਜ਼ ਕਰ ਜਾਂਦੀ ਹੈ, ਕਰੀਮ ਉੱਤੇ ਆ ਜਾਂਦੀ ਹੈ। ਕਿਉਂ? ਬਿਕਾਜ਼ ਜਿਹੜੀ ਫੈਟ ਹੁੰਦਾ ਹੈ, ਫੈਟ ਇਜ਼ ਲਾਈਟਰ। ਇਹ ਕਨਸੈਪਟ ਹੈ, ਜਿੱਦਾਂ ਮਲਾਈ ਉੱਪਰ ਆ ਜਾਂਦੀ ਹੈ ਨਾ, ਫੈਟ ਉੱਪਰ ਆ ਜਾਂਦਾ ਹੈ, ਸੋ ਫੈਟ ਇਜ਼ ਲਾਈਟਰ। ਡੈਂਸਿਟੀ ਆਫ ਵਾਟਰ ਜ਼ਿਆਦਾ ਹੁੰਦੀ ਹੈ ਤੇ ਡੈਂਸਿਟੀ ਆਫ ਫੈਟ ਘੱਟ ਹੁੰਦਾ ਹੈ। ਕਿਉਂਕਿ ਫੈਟ ਲਾਈਟਰ ਹੁੰਦਾ ਹੈ, ਇਸ ਕਰਕੇ ਹੀ ਤਾਂ ਜਿਹੜੀ ਕਰੀਮ ਹੈ, ਜਿਹੜੀ ਮਲਾਈ ਹੈ, ਉਹ ਉੱਤੇ ਆ ਜਾਂਦੀ ਹੈ ਰਾਈਜ਼ ਕਰਕੇ। ਇਹ ਗੱਲ ਸਮਝ ਆ ਗਈ? ਸਭ ਨੇ ਦੁੱਧ ਦੇ ਉੱਤੇ ਆਈ ਹੋਈ ਮਲਾਈ ਦੇਖੀ ਹੈ। ਹੁਣ ਸਕਿਮਡ ਮਿਲਕ ਕਿਹੜਾ ਹੁੰਦਾ ਹੈ? ਸਕਿਮਡ ਮਿਲਕ ਉਹ ਹੁੰਦਾ ਹੈ ਜੋ ਬਹੁਤ ਡਾਈਟ ਕੌਨਸ਼ੀਅਸ ਲੋਕ ਪੀਂਦੇ ਆ, ਜਿਹਦੇ ਵਿੱਚ ਕੀ ਫੈਟ ਨਹੀਂ ਹੁੰਦਾ, ਫੈਟ ਰਿਮੂਵ ਕਰ ਦਿੱਤਾ ਜਾਂਦਾ ਹੈ, ਉਹਨੂੰ ਕਹਿੰਦੇ ਆ ਸਕਿਮਡ ਮਿਲਕ। ਮਤਲਬ ਕੱਲਾ ਮਿਲਕ ਹੈ, ਉਹਦੇ ਵਿੱਚ ਫੈਟ ਕੰਟੈਂਟ ਨਹੀਂ ਹੈ। ਜਦੋਂ ਫੈਟ ਕੰਟੈਂਟ ਨਹੀਂ ਹੈ, ਜਿਹਦੇ ਵਿੱਚ ਫੈਟ ਨਹੀਂ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਸਕਿਮਡ ਮਿਲਕ। ਤੇ ਅਨਸਕਿਮਡ ਮਿਲਕ ਕੀ ਹੁੰਦਾ ਹੈ? ਜਿਹਦੇ ਵਿੱਚ ਮਲਾਈ ਹੁੰਦੀ ਹੈ, ਫੈਟ ਹੁੰਦਾ ਹੈ,
ठीक है जी। सो इंपॉर्टेंट कॉन्सेप्ट की है, इंपॉर्टेंट कॉन्सेप्ट ये है कि फैट जेड़ा हैगा है इट इज लाइटर देन वाटर। फैट जेड़ा हैगा इट इज लाइटर देन वाटर, इस करके ही ਤਾਂ ਦੁੱਧ ਦੇ ਉੱਤੇ ਮਲਾਈ ਆਂਦੀ ਹੈ। ਐਂਡ ਜਦੋਂ ਤੁਸੀਂ ਫੈਟ ਤਾਂ ਲਾਈਟਰ ਹੈ, ਜਦੋਂ ਤੁਸੀਂ ਫੈਟ ਰਿਮੂਵ ਕਰ ਦਿੱਤਾ, ਜਿਹੜਾ ਲਾਈਟਰ ਸਬਸਟੈਂਸ ਸੀਗਾ ਉਹਨੂੰ ਰਿਮੂਵ ਕਰ ਦਿੱਤਾ, ਤਾਂ ਉਹਦੇ ਨਾਲ ਐਕਚੁਅਲੀ ਡੈਂਸਿਟੀ ਵੱਧਦੀ ਹੈ। ਇਸ ਕਰਕੇ ਸਕਿਮਡ ਮਿਲਕ ਜਿਹਦੇ ਵਿੱਚ ਫੈਟ ਨਹੀਂ ਹੈ, ਕਿਉਂਕਿ ਫੈਟ ਲਾਈਟਰ ਹੁੰਦਾ, ਤੁਸੀਂ ਲਾਈਟਰ ਚੀਜ਼ ਕੱਢ ਦਿੱਤੀ, ਸਕਿਮਡ ਮਿਲਕ ਡੈਂਸਰ ਹੁੰਦਾ ਹੈ ਐਜ਼ ਕੰਪੇਅਰ ਟੂ ਦੀ ਅਨਸਕਿਮਡ ਮਿਲਕ। ਅਨਸਕਿਮਡ ਮਿਲਕ ਵਿੱਚ ਫੈਟ ਹੁੰਦਾ ਹੈ, ਇਸ ਕਰਕੇ ਉਹ ਲਾਈਟਰ ਹੁੰਦਾ ਹੈ। ਸੋ ਸਟੇਟਮੈਂਟ 2 ਜੇ ਆਪਾਂ ਦੇਖੀਏ, ਇਹਦੇ ਵਿੱਚ ਕੀ ਬੋਲਿਆ ਹੈ? the density of skimmed milk is less। ਪਰ ਆਪਾਂ ਤਾਂ ਇਹ ਗੱਲ ਜਾਣਦੇ ਹਾਂ ਕਿ skimmed milk ਮਤਲਬ ਜਿਹਦੇ ਵਿੱਚ ਫੈਟ ਨਹੀਂ ਹੈ। ਫੈਟ ਕਿਉਂਕਿ ਲਾਈਟਰ ਹੁੰਦਾ ਹੈ, ਜੇਕਰ ਤੁਸੀਂ ਫੈਟ ਰਿਮੂਵ ਕਰਤਾ, ਤੁਸੀਂ ਲਾਈਟਰ ਕੰਪੋਨੈਂਟ ਰਿਮੂਵ ਕਰਤਾ, ਤਾਂ ਜਿਹੜਾ ਲਿਕੁਇਡ ਪਿੱਛੇ ਬਚਿਆ ਉਹ ਡੈਂਸਰ ਹੋਏਗਾ। ਇਸ ਕਰਕੇ ਡੈਂਸਿਟੀ ਆਫ skimmed milk is higher than your unskimmed milk। ਤਾਂ ਤੁਹਾਡੀ ਸੈਕਿੰਡ ਸਟੇਟਮੈਂਟ ਕੀ ਹੋ ਗਈ? ਇੱਥੇ ਗਲਤ ਹੋ ਗਈ। ਸਿੰਪਲ ਲੌਜਿਕ ਜੋ ਆਪਾਂ ਦੁੱਧ ਦੇ ਉੱਤੇ ਆਈ ਹੋਈ ਮਲਾਈ ਦਾ ਦੇਖਦੇ ਹਾਂ, ਉਹਦੇ ਬੇਸਿਸ ਤੇ ਤੁਹਾਨੂੰ ਇਹ ਕੁਐਸਚਨ ਪੁੱਛ ਲਿਆ। ਸੈਕਿੰਡ ਸਟੇਟਮੈਂਟ ਬਿਲਕੁਲ ਗਲਤ ਹੈ। ਤੁਹਾਡਾ ਸਕਿਮਡ ਮਿਲਕ ਜਿਹੜਾ ਹੈਗਾ ਜਿਹਦੇ ਵਿੱਚ ਕੀ ਫੈਟ ਨਹੀਂ ਹੈ, ਇਹ ਡੈਂਸਰ ਹੋਊਗਾ ਦੈਨ ਦੀ ਅਨਸਕਿਮਡ ਮਿਲਕ। ਇਹ ਗੱਲ ਯਾਦ ਰੱਖਣੀ ਹੈ। ਪਹਿਲੀ ਸਟੇਟਮੈਂਟ ਜੇਕਰ ਆਪਾਂ ਦੇਖੀਏ, ਇਹਦੇ ਵਿੱਚ ਕੀ ਹੈ? ਲੈਕਟੋਮੀਟਰ ਕੈਨ ਨਾਟ ਟੈਸਟ ਅਡਲਟਰੇਸ਼ਨ ਆਫ ਸਕਿਮਡ ਮਿਲਕ ਕਰੈਕਟਲੀ। ਹੁਣ ਇੱਥੇ ਵੀ ਟ੍ਰਿਕੀ ਕੁਐਸਚਨ ਪਾਤਾ। ਜੇਕਰ ਤਾਂ ਨਾਰਮਲ ਦੁੱਧ ਵਿੱਚ ਵਾਟਰ ਐਡ ਕੀਤਾ ਜਾਊਗਾ ਤਾਂ ਆਪਾਂ ਦੇਖ ਲਿਆ ਕਿ ਡੈਂਸਿਟੀ ਡਿਕਰੀਜ਼ ਕਰ ਜੂਗੀ, ਤੇ ਨਾਲ ਦੀ ਨਾਲ ਲੈਕਟੋਮੀਟਰ ਦੱਸ ਦੂਗਾ ਕਿ ਦੇਖੋ ਮਿਲਾਵਟ ਹੋਈ ਹੈ, ਪਾਣੀ ਪਿਆ ਹੋਇਆ ਹੈ ਦੁੱਧ ਵਿੱਚ, ਡੈਂਸਿਟੀ ਘਟ ਗਈ। ਲੇਕਿਨ ਜੇਕਰ ਸਕਿਮਡ ਮਿਲਕ ਹੈ, ਸਕਿਮਡ ਮਿਲਕ ਮਤਲਬ ਫੈਟ ਜਿਹੜਾ ਹੈਗਾ ਹੈ ਉਹ ਰਿਮੂਵ ਕਰ ਦਿੱਤਾ ਹੈ, ਤਾਂ ਜੇ ਫੈਟ ਰਿਮੂਵ ਕਰ ਦਿੱਤਾ ਗਿਆ ਹੈ ਤਾਂ ਆਲਰੇਡੀ ਦੁੱਧ ਦੀ ਡੈਂਸਿਟੀ ਵੱਧ ਚੁੱਕੀ ਹੈ। ਤਾਂ ਇਹਦੇ ਕੇਸ ਵਿੱਚ ਕੀ ਹੋਏਗਾ? ਜੇਕਰ ਪਾਣੀ ਵੀ ਐਡ ਕੀਤਾ ਹੈ ਤਾਂ ਤੁਸੀਂ ਇੱਕਦਮ ਨਾਲ ਉਹਦਾ ਚੇਂਜ ਨਹੀਂ ਦੇਖ ਪਾਓਗੇ। ਤਾਂ ਇਹ ਬਹੁਤ ਹੀ ਸਮਾਰਟ ਅਡਲਟ੍ਰੇਸ਼ਨ ਹੈ ਕਿ ਮਤਲਬ ਕੋਈ ਦੁੱਧ ਵਾਲਾ ਇੰਨੀ ਉਹਨੂੰ ਆਂਦੀ ਹੈ ਇਹ ਸਾਰੀ ਕੈਮਿਸਟਰੀ ਕਿ ਉਹਨੇ ਕੀ ਕੀਤਾ? ਦੁੱਧ ਵਿੱਚੋਂ ਪਹਿਲਾਂ ਮਲਾਈ ਕੱਢ ਲਈ, ਫੈਟ ਕੱਢ ਲਿਆ, ਕਰੀਮ ਕੱਢ ਲਈ। ਕਰੀਮ ਕੱਢ ਲਈ, ਆਪਾਂ ਦੇਖਿਆ ਕਿ ਜਦੋਂ ਕਰੀਮ ਕੱਢ ਲਈ ਤਾਂ ਉਹ ਦੁੱਧ ਕੀ ਬਣ ਜਾਂਦਾ ਹੈ? ਸਕਿਮਡ ਮਿਲਕ ਬਣ ਜਾਂਦਾ ਹੈ। ਔਰ ਸਕਿਮਡ ਮਿਲਕ ਡੈਂਸਰ ਹੁੰਦਾ ਹੈ, ਤਾਂ ਦੁੱਧ ਡੈਂਸਰ ਹੋ ਗਿਆ। ਫਿਰ ਉਹਦੇ ਵਿੱਚ ਉਹਨੇ ਕੀ ਕੀਤਾ? ਵਾਟਰ ਐਡ ਕੀਤਾ। ਤਾਂ ਐਗਜ਼ੈਕਟਲੀ ਕੀ ਹੋਇਆ? ਵਾਟਰ ਡਿਕਰੀਜ਼ਸ ਡੈਂਸਿਟੀ। ਲੇਕਿਨ ਕਿਉਂਕਿ ਫੈਟ ਰਿਮੂਵ ਹੋ ਗਿਆ ਤਾਂ ਉਹਦੇ ਨਾਲ ਡੈਂਸਿਟੀ ਇਨਕਰੀਜ਼ ਹੋ ਗਈ। ਦੋਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰਤਾ। ਜਿੰਨਾ ਮਲਾਈ ਜਾਂ ਫੈਟ ਕੱਢਣ ਦੇ ਨਾਲ, ਲਾਈਟਰ ਕੰਪੋਨੈਂਟ ਕੱਢਣ ਦੇ ਨਾਲ ਦੁੱਧ ਡੈਂਸਰ ਹੋਇਆ ਸੀ, ਉਨਾ ਹੀ ਪਾਣੀ ਪਾਣ ਦੇ ਨਾਲ ਜਿਹੜਾ ਤੁਹਾਡਾ ਲਾਈਟਰ ਇਫੈਕਟ ਆਇਆ ਸੀ, ਦੋਨਾਂ ਨੇ ਇੱਕ ਦੂਜੇ ਨੂੰ ਕੈਂਸਲ ਆਊਟ ਕਰਤਾ। ਲੈਕਟੋਮੀਟਰ ਸੇਮ ਰੀਡਿੰਗ ਸ਼ੋ ਕਰੂਗਾ, ਸਾਨੂੰ ਨਹੀਂ ਪਤਾ ਲੱਗ ਪਾਊਗਾ ਕਿ ਦੁੱਧ ਅਡਲਟਰੇਟਡ ਹੈ ਜਾਂ ਨਹੀਂ। ਇਸ ਕਰਕੇ ਜਿਹੜੀ ਤੁਹਾਡੀ ਸੈਕਿੰਡ ਸਟੇਟਮੈਂਟ ਹੈ ਬਿਲਕੁਲ ਸਹੀ ਹੈ। ਅ ਲੈਕਟੋਮੀਟਰ ਕੈਨ ਨਾਟ ਟੈਸਟ ਅਡਲਟਰੇਸ਼ਨ ਆਫ ਸਕਿਮਡ ਮਿਲਕ, ਕਿਉਂਕਿ ਉਧਰੋਂ ਫੈਟ ਕੱਢਿਆ ਤੇ ਵਾਟਰ ਐਡ ਕੀਤਾ, ਦੋਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਨਲ ਐਂਡ ਵੋਇਡ ਕਰਤਾ। ਸੋ ਫਰਸਟ ਸਟੇਟਮੈਂਟ ਇਜ਼ योर करेक्ट। तो ऑप्शन वाइज देखिए, पहली स्टेटमेंट सही है, दूसरी स्टेटमेंट गलत है। पूछा है केड़ी स्टेटमेंट सही है, सो फर्स्ट इज राइट, देयरफॉर आंसर इज सी। किन्ने अच्छे लेवल दी साइंस पीपीएससी ਤੁਹਾਨੂੰ ਪੁੱਛ ਰਹੀ ਹੈ, ਕਿੰਨੇ ਅੱਛੇ ਲੈਵਲ ਦੀ। ਅੰਡਰਸਟੈਂਡ ਦਿਸ ਐਂਡ ਇੱਥੋਂ ਇਹ ਲੈਸਨ ਲੈ ਕੇ ਜਾਓ ਕਿ ਸਾਇੰਸ ਦੇ ਕਨਸੈਪਟਸ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਣਾ ਹੈ। ਕਿਸ ਲੈਵਲ ਦਾ ਸਕਿਮਡ ਵਰਸਸ ਅਨਸਕਿਮਡ ਮਿਲਕ ਬਣਾ ਕੇ ਤੁਹਾਨੂੰ ਇੱਥੇ ਕੁਐਸਚਨ ਪੁੱਛਿਆ ਗਿਆ। ਬਿਊਟੀਫੁਲ ਕੁਐਸਚਨ ਆਸਕਡ ਬਾਈ यूपीएससी। ਠੀਕ ਹੈ ਜੀ, ਚਲੋ ਹੁਣ ਜਾਂਦੇ ਹਾਂ ਆਪਾਂ ਬਾਇਓਲੋਜੀ ਸੈਕਸ਼ਨ ਤੇ। ਬਾਇਓਲੋਜੀ ਦੇ ਵੀ ਕੁਝ ਕੁਐਸਚਨਸ ਪੁੱਛੇ ਗਏ ਹਨ। ਜਿਵੇਂ ਸਭ ਤੋਂ ਪਹਿਲਾ ਕੁਐਸਚਨ ਆਇਆ, ਫਰੈਸ਼ਲੀ ਪਾਸਡ ਯੂਰਿਨ ਹੈਜ਼ ਹਾਰਡਲੀ ਐਨੀ ਸਮੈਲ। ਜਦੋਂ ਯੂਰਿਨ ਫਰੈਸ਼ਲੀ ਪਾਸ ਕੀਤਾ ਹੋਇਆ ਹੁੰਦਾ ਤਾਂ ਉਹਦੇ ਵਿੱਚ ਉਨੀ ਸਮੈਲ ਨਹੀਂ ਆਉਂਦੀ, ਬਟ ਜੇਕਰ ਉਹ ਯੂਰਿਨ ਕੁਝ ਦੇਰ ਰੁਕ ਜੇ ਜਾਂ ਉਹਨੂੰ ਆਪਾਂ ਕਲੈਕਟ ਕਰ ਲਈਏ ਜਾਂ ਕਿਤੇ ਰੁਕ ਜੇ, ਤਾਂ ਉਸ ਯੂਰਿਨ ਦੇ ਵਿੱਚ ਬਹੁਤ ਸਟਰੋਂਗ ਅਮੋਨੀਕਲ ਸਮੈਲ ਜਾਂ ਆਰਡਰ ਆਣੀ ਸ਼ੁਰੂ ਹੋ ਜਾਂਦੀ ਹੈ। ਫਰੈਸ਼ ਯੂਰਿਨ ਜਿਹੜਾ ਹੈਗਾ, ਫਰੈਸ਼ਲੀ ਪਾਸ ਯੂਰਿਨ, ਕੋਈ ਸਮੈਲ ਨਹੀਂ ਆਉਂਦੀ,
बट जे लॉन्ग स्टैंडिंग यूरिन किते हैगा तो उत्थों बहुत ज्यादा अमोनिकल स्मैल आंदी है। क्यों? ये तुहानूं इहदा क्वेश्चन पूछिया है, डायरैक्ट क्वेश्चन है। ਜਦੋਂ ਆਪਾਂ ਐਕਸਕ੍ਰੀਟਰੀ ਸਿਸਟਮ ਬਾਰੇ ਪੜ੍ਹਦੇ ਹਾਂ ਉਦੋਂ ਆਪਾਂ ਯੂਰੀਨ ਦੀ ਕੰਪੋਜੀਸ਼ਨ, ਬੋਡੀ ਵਿੱਚ ਹੋਣ ਵਾਲਾ ਯੂਰੀਆ ਮੈਟਾਬੋਲਿਜ਼ਮ, ਇਹਨਾਂ ਸਾਰਿਆਂ ਬਾਰੇ ਇੱਥੇ ਪੜ੍ਹਦੇ ਹਾਂ, ਉੱਥੋਂ ਹੀ ਇਹ ਕੁਐਸਚਨ ਡਿਰਾਈਵ ਹੁੰਦਾ ਹੈ। ਤਾਂ ਬੇਸਿਕਸ ਦੀ ਗੱਲ ਕਰਦੇ ਹਾਂ। ਆਪਣੀ ਬੋਡੀ ਲਗਾਤਾਰ ਵੇਸਟ ਪ੍ਰੋਡਕਟ ਪ੍ਰੋਡਿਊਸ ਕਰਦੀ ਹੈ ਥਰੂ ਮੈਟਾਬੋਲਿਜ਼ਮ। ਇਸ ਵੇਸਟ ਵਿੱਚ ਕਾਰਬਨ ਡਾਈਆਕਸਾਈਡ ਨਿਕਲਦਾ ਹੈ, ਬੋਡੀ ਚੋਂ ਐਕਸੈਸ ਵਾਟਰ ਨਿਕਲਦੇ ਆ, ਸਾਲਟਸ ਨਿਕਲਦੇ ਨੇ ਤੇ ਨਾਈਟ੍ਰੋਜੀਨੀਅਸ ਵੇਸਟ ਨਿਕਲਦੇ ਨੇ। ਬੋਡੀ ਦਾ ਇੱਕ ਹੋਮਿਓਸਟੈਸਿਸ, ਇੱਕ ਬੈਲੈਂਸ ਬਣਾਏ ਰੱਖਣ ਵਾਸਤੇ ਲਗਾਤਾਰ ਇਹ ਜਿਹੜੇ ਮੇਜਰ ਵੇਸਟ ਕੰਪੋਨੈਂਟਸ ਨੇ ਇਹ ਬੋਡੀ ਤੋਂ ਰਿਮੂਵ ਹੁੰਦੇ ਨੇ। ਹੁਣ ਜਦੋਂ ਆਪਾਂ ਯੂਰਿਨ ਦੀ ਗੱਲ ਕਰ ਰਹੇ ਹਾਂ ਤੇ ਸਮੈਲ ਦੀ ਗੱਲ ਕਰ ਰਹੇ ਹਾਂ, ਇੱਥੇ ਸਭ ਤੋਂ ਵੱਧ ਇੰਪੋਰਟੈਂਟ ਬਣ ਜਾਂਦਾ ਹੈ ਸਮਝਣਾ ਕਿ ਆਪਣੀ ਬੋਡੀ ਵਿੱਚੋਂ ਜਿਹੜੇ ਨਾਈਟ੍ਰੋਜੀਨੀਅਸ ਵੇਸਟ ਨੇ ਉਹ ਕਿੱਥੋਂ ਆਉਂਦੇ ਨੇ। ਦੀ ਨਾਈਟ੍ਰੋਜੀਨੀਅਸ ਵੇਸਟ ਆਪਣੀ ਬੋਡੀ ਵਿੱਚ ਜਦੋਂ ਵੀ ਪ੍ਰੋਟੀਨ ਦਾ ਬ੍ਰੇਕਡਾਊਨ ਹੁੰਦਾ ਹੈ ਤਾਂ ਪ੍ਰੋਟੀਨ ਦੇ ਬ੍ਰੇਕਡਾਊਨ ਦੇ ਨਾਲ ਜਿਹੜੇ ਅਮੀਨੋ ਐਸਿਡਸ ਨਿਕਲਦੇ ਨੇ ਇੱਥੋਂ ਰਿਲੀਜ਼ ਹੁੰਦਾ ਹੈ ਕਿ ਨਾਈਟ੍ਰੋਜਨ। ਪ੍ਰੋਟੀਨ ਦੇ ਬ੍ਰੇਕਡਾਊਨ ਤੋਂ ਨਿਕਲ ਮਿਲਣ ਵਾਲੇ ਅਮੀਨੋ ਐਸਿਡਸ ਕੀ ਰਿਲੀਜ਼ ਕਰਦੇ ਨੇ? ਨਾਈਟ੍ਰੋਜਨ। ਹੁਣ ਨਾਈਟ੍ਰੋਜਨ ਸਾਡੀ ਬੋਡੀ ਦੇ ਲਈ ਟੌਕਸਿਕ ਹੈ। ਨਾਈਟ੍ਰੋਜਨ ਇਜ਼ ਟੌਕਸਿਕ। ਇਸ ਕਰਕੇ ਬੋਡੀ ਕੀ ਕਰਦੀ ਹੈ? ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੀ ਹੈ ਨਾਈਟ੍ਰੋਜਨ ਨੂੰ ਕਿਸੇ ਕੰਪਾਊਂਡ ਵਿੱਚ ਚੇਂਜ ਕਰਨ ਦਾ ਜੋ ਕਿ ਘੱਟ ਟੌਕਸਿਕ ਹੋਵੇ ਆਪਣੀ ਬੋਡੀ ਵਾਸਤੇ। ਇਹਦੇ ਵਿੱਚ ਕੀ ਹੁੰਦਾ ਹੈ? ਨਾਈਟ੍ਰੋਜਨ ਅਮੋਨੀਆ 'ਚ ਕਨਵਰਟ ਹੋ ਜਾਂਦਾ ਹੈ, ਯੂਰੀਆ 'ਚ ਕਨਵਰਟ ਹੋ ਜਾਂਦਾ ਹੈ, ਯੂਰਿਕ ਐਸਿਡ 'ਚ ਕਨਵਰਟ ਹੋ ਜਾਂਦਾ ਹੈ। ਯੂਰਿਕ ਐਸਿਡ ਸਭ ਤੋਂ ਘੱਟ ਟੌਕਸਿਕ ਹੁੰਦਾ ਹੈ, ਥੋੜਾ ਜਿਹਾ ਵੱਧ ਹੁੰਦਾ ਹੈ ਯੂਰੀਆ, ਤੇ ਸਭ ਤੋਂ ਟੌਕਸਿਕ ਹੁੰਦਾ ਹੈ ਅਮੋਨੀਆ। ਠੀਕ ਹੈ। ਹੁਣ ਹਿਊਮਨਸ ਕਿੱਦਾਂ ਐਕਸਕ੍ਰੀਟ ਕਰਦੇ ਨੇ? ਮਤਲਬ ਬੇਸਿਕਲੀ ਜਿਹੜਾ ਆਪਣੀ ਜਿਹੜਾ ਵੇਸਟ ਪ੍ਰੋਡਕਟ ਹੁੰਦਾ ਹੈ ਆਪਾਂ ਮੇਨਲੀ ਯੂਰੀਆ ਐਕਸਕ੍ਰੀਟ ਕਰਦੇ ਹਾਂ। ਹਿਊਮਨਸ ਹੋ ਗਏ, ਮੈਮਲਸ ਹੋ ਗਏ, ਐਮਫੀਬੀਅਨਸ ਹੋ ਗਏ, ਉਹ ਕੀ ਰਿਲੀਜ਼ ਕਰਦੇ ਨੇ? ਯੂਰੀਆ ਰਿਲੀਜ਼ ਕਰਦੇ ਨੇ। ਆਪਾਂ ਨੂੰ ਯੂਰੀਓਟੈਲਿਕ ਐਨੀਮਲਸ ਕਿਹਾ ਜਾਂਦਾ ਹੈ। ਉਹ ਐਨੀਮਲਸ ਜੋ ਕਿ ਆਪਾਂ ਹਿਊਮਨਸ ਹੈ, ਮੈਮਲਸ ਹੈ, ਜੋ ਕਿ ਯੂਰੀਆ ਆਪਣੀ ਬੋਡੀ ਚੋਂ ਰਿਮੂਵ ਕਰਦੇ ਹੈ। ਦੈਟ ਇਜ਼ ਵਾਟ ਵੀ ਡੂ। ਹੁਣ ਯੂਰੀਆ ਕਿੱਥੇ ਬਣਦਾ ਹੈ? ਯੂਰੀਆ ਬਣਦਾ ਹੈ ਲਿਵਰ ਦੇ ਵਿੱਚ। ਯੂਰੀਆ ਕਿੱਥੇ ਬਣੇਗਾ? ਯੂਰੀਆ ਬਣੇਗਾ ਲਿਵਰ ਦੇ ਵਿੱਚ। ਯੂਰੀਆ ਇਜ਼ ਫਾਰਮਡ ਇਨ ਦ ਲਿਵਰ। ਤੇ ਜਦੋਂ ਮੈਟਾਬੋਲਿਜ਼ਮ ਦੇ ਟਾਈਮ ਤੇ ਅਮੋਨੀਆ ਜੋ ਪ੍ਰੋਡਿਊਸ ਹੁੰਦਾ ਹੈ ਬੋਡੀ 'ਚ, ਹੁਣ ਆਪਾਂ ਗੱਲ ਕੀਤੀ ਕਿ ਅਮੋਨੀਆ ਬਹੁਤ ਟੌਕਸਿਕ ਹੈ, ਤਾਂ ਬੋਡੀ ਕੀ ਕੋਸ਼ਿਸ਼ ਕਰਦੀ ਹੈ? ਜਲਦੀ ਤੋਂ ਜਲਦੀ ਅਮੋਨੀਆ ਨੂੰ ਕਿਹਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ? ਯੂਰੀਆ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ। ਦਿਸ ਇਜ਼ ਵੈਰੀ ਇੰਪੋਰਟੈਂਟ ਬਿਕਾਜ਼ ਅਮੋਨੀਆ ਆਪਣੀ ਬੋਡੀ ਦੇ ਲਈ ਬਹੁਤ ਟੌਕਸਿਕ ਹੁੰਦਾ ਹੈ। ਕੰਪੈਰੀਟਿਵਲੀ ਯੂਰੀਆ ਸੇਫਰ ਹੁੰਦਾ ਹੈ, ਥੋੜਾ ਕੰਪੈਰੀਟਿਵਲੀ ਸੇਫ ਹੁੰਦਾ ਹੈ। ਇਸ ਕਰਕੇ ਬੋਡੀ ਮੈਟਾਬੋਲਿਜ਼ਮ ਦੇ ਨਾਲ ਜੋ ਅਮੋਨੀਆ ਆਇਆ ਹੈ ਬੋਡੀ ਵਿੱਚ, ਉਹਨੂੰ ਕਿਹਦੇ ਵਿੱਚ ਕਨਵਰਟ ਕਰਦੀ ਹੈ? ਯੂਰੀਆ ਵਿੱਚ ਕਨਵਰਟ ਕਰਦੀ ਹੈ। ਯੂਰੀਆ ਸਾਈਕਲ ਦੇ ਨਾਲ ਯੂਰੀਆ ਪ੍ਰੋਡਿਊਸ ਹੁੰਦਾ ਹੈ। ਹੁਣ ਜੇਕਰ ਆਪਾਂ ਆਪਸ਼ਨ ਦੇਖੀਏ, ਆਪਸ਼ਨ ਕੀ ਕਹਿ ਰਿਹਾ ਹੈ ਕਿ ਜੋ ਯੂਰਿਨ, ਹੁਣ ਯੂਰਿਨ ਚ ਕੀ ਆ ਰਿਹਾ ਹੈ? ਯੂਰੀਆ ਆ ਰਿਹਾ ਹੈ, ਸਮੈਲ ਆ ਰਹੀ ਹੈ। ਕਹਿ ਰਹੇ ਕਿਉਂ ਸਮੈਲ ਆ ਰਹੀ ਹੈ? ਲੌਂਗ ਸਟੈਂਡਿੰਗ ਯੂਰਿਨ ਦੇ ਵਿੱਚ ਸਮੈਲ ਕਿਉਂ ਆ ਰਹੀ ਹੈ? ਪਹਿਲਾ ਆਪਸ਼ਨ ਕਹਿ ਰਿਹਾ ਹੈ ਕਨਵਰਜਨ ਆਫ ਯੂਰੀਆ ਟੂ ਅਮੋਨੀਆ ਬਾਈ ਯੂਰੀਆ ਸਾਈਕਲ। ਇਹ ਤਾਂ ਫੈਕਟ ਆਪਣੇ ਆਪ ਹੀ ਗਲਤ ਹੋ ਗਿਆ। ਆਪਾਂ ਹੁਣੀ ਦੇਖ ਕੇ ਆਏ ਕਿ ਬੋਡੀ ਕੀ ਕਰਦੀ ਹੈ? ਬੋਡੀ ਤਾਂ ਅਮੋਨੀਆ ਤੋਂ ਯੂਰੀਆ ਬਣਾਉਂਦੀ ਹੈ। ਯੂਰੀਆ ਸਾਈਕਲ ਵਿਲ ਪ੍ਰੋਡਿਊਸ ਯੂਰੀਆ, ਇਟ ਡਸ ਨਾਟ ਪ੍ਰੋਡਿਊਸ ਅਮੋਨੀਆ। ਇਹ ਕਹਿ ਰਿਹਾ ਕਿ ਅਮੋਨੀਆ ਪ੍ਰੋਡਿਊਸ ਹੁੰਦਾ ਹੈ। ਪਹਿਲਾ ਆਪਸ਼ਨ ਤਾਂ ਬੇਸਿਕਸ ਨਾਲ ਹੀ ਗਲਤ ਹੋ ਗਿਆ। ਜੇ ਤੁਹਾਨੂੰ ਇਹ ਪਤਾ ਹੈ ਕਿ ਯੂਰੀਆ ਇਜ਼ ਅ ਸੇਫਰ ਕੰਪਾਊਂਡ ਤੇ ਬੋਡੀ ਦੇ ਵਿੱਚ ਅਮੋਨੀਆ ਨੂੰ ਯੂਰੀਆ 'ਚ ਕਨਵਰਟ ਕੀਤਾ ਜਾਂਦਾ ਹੈ, ਫਰਸਟ ਸਟੇਟਮੈਂਟ ਆਪਣੇ ਆਪ ਗਲਤ ਹੋ ਜਾਂਦੀ ਹੈ। ਫਰੈਸ਼ ਯੂਰਿਨ ਆਲਮੋਸਟ ਆਰਡਰਲੈਸ ਹੁੰਦਾ ਹੈ, ਸਮੈਲ ਨਹੀਂ ਆਉਂਦੀ। ਆਰਡਰਲੈਸ ਕਿਉਂ ਹੁੰਦਾ ਹੈ? ਕਿਉਂਕਿ ਯੂਰੀਆ ਦੀ ਕੋਈ ਸਮੈਲ ਨਹੀਂ ਹੁੰਦੀ। ਯੂਰੀਆ ਆਰਡਰਲੈਸ ਹੈ। ਫਰੈਸ਼ ਯੂਰਿਨ ਦੇ ਵਿੱਚ ਯੂਰੀਆ ਹੁੰਦਾ ਹੈ ਤੇ ਬਹੁਤ ਘੱਟ ਅਮੋਨੀਆ ਹੁੰਦਾ ਹੈ। ਇਸ ਕਰਕੇ ਬਹੁਤ ਮਾਈਲਡ ਟੂ ਨੋ ਸਮੈਲ ਹੁੰਦੀ ਹੈ ਫਰੈਸ਼ ਯੂਰਿਨ ਦੀ। ਹੁਣ ਕੀ ਹੁੰਦਾ ਹੈ ਜਦੋਂ ਯੂਰਿਨ ਸਟੈਂਡ ਕਰ ਜਾਏ ਲੰਬੇ ਟਾਈਮ ਤੱਕ? ਹੁਣ ਯੂਰਿਨ এনवायरमेंट ਦੇ ਕੰਟੈਕਟ ਵਿੱਚ ਆ ਗਿਆ। ਇਟ ਇਜ਼ ਨਾਓ ਕੰਟੈਮੀਨੇਟਡ ਵਿਦ ਬੈਕਟੀਰੀਆ। ਤੇ ਕੁਝ ਬੈਕਟੀਰੀਆ ਦੇ ਵਿੱਚ ਨਾ ਐਂਜ਼ਾਈਮਸ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਯੂਰੀਏਜ਼। ਬੈਕਟੀਰੀਆ ਵਿੱਚ ਕਿਹੜਾ ਐਂਜ਼ਾਈਮ ਹੁੰਦਾ ਹੈ? ਯੂਰੀਏਜ਼। ਯੂਰੀਏਜ਼ ਕੀ ਕਰਦਾ ਹੈ? ਯੂਰੀਏਜ਼ ਯੂਰੀਆ ਨੂੰ ਬ੍ਰੇਕ ਡਾਊਨ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਯੂਰੀਆ ਦਾ ਬ੍ਰੇਕ ਡਾਊਨ ਕਰਕੇ ਜਿਹੜੀ ਅਮੋਨੀਆ ਗੈਸ ਹੈਗੀ ਹੈ ਉਹ ਪ੍ਰੋਡਿਊਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਮੋਨੀਆ
ਆਪਣੇ ਆਪ ਵਿੱਚ ਇੱਕ ਬਹੁਤ ਪੰਜੈਂਟ ਗੈਸ ਹੈ। ਅਮੋਨੀਆ ਦੀ ਪ੍ਰੋਪਰਟੀ ਆਈ ਹੈ ਕਿ ਇਟ ਇਜ਼ ਵੈਰੀ ਇਰੀਟੇਟਿੰਗ, ਉਹਦੀ ਬਹੁਤ ਇਰੀਟੇਟਿੰਗ ਸਮੈਲ ਹੁੰਦੀ ਹੈ ਤੇ ਬਹੁਤ ਈਜ਼ੀਲੀ ਉਹ ਹਵਾ ਦੇ ਵਿੱਚ ਵੇਪਰਾਈਜ਼ ਹੋ ਕੇ ਜਾਣਾ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਨੋਟਿਸ ਕੀਤਾ ਹੋਣਾ ਪਬਲਿਕ ਟਾਇਲਟਸ ਜਾਂ ਕਿਤੇ ਜੇ ਕੋਈ 올ਡ ਯੂਰਿਨ ਸੈਂਪਲ ਹੈਗਾ ਹੈ ਉੱਥੇ ਇੱਕ ਸਮੈਲ ਆਉਂਦੀ ਹੈ ਕਿਹਦੀ? ਅਮੋਨੀਆ ਦੀ। ਉਹ ਲੌਂਗ ਸਟੈਂਡਿੰਗ ਵਿੱਚ ਕਿਉਂ ਆਈ? ਕਿਉਂਕਿ ਇੱਕ ਵਾਰੀ ਯੂਰਿਨ ਜਦ ਇਨਵਾਇਰਨਮੈਂਟ ਦੇ ਨਾਲ ਕੰਟੈਕਟ ਵਿੱਚ ਆਉਂਦਾ ਹੈ, ਬੈਕਟੀਰੀਆਜ਼ ਕੰਟੈਮੀਨੇਟ ਕਰਦੇ ਨੇ ਤੁਹਾਡੇ ਯੂਰਿਨ ਨੂੰ ਤੇ ਉਹ ਬੈਕਟੀਰੀਆ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਇੱਕ ਐਂਜ਼ਾਈਮ ਯੂਰੀਏਜ਼ ਜੋ ਯੂਰੀਆ ਨੂੰ ਬ੍ਰੇਕ ਡਾਊਨ ਕਰ ਦਿੰਦਾ ਹੈ ਅਮੋਨੀਆ ਦੇ ਵਿੱਚ ਤੇ ਅਮੋਨੀਆ ਕਰਕੇ ਸਾਡੇ ਕੋਲ ਸਮੈਲ ਆਉਂਦੀ ਹੈ। ਇਹ ਕਨਸੈਪਟ ਕਲੀਅਰ ਹੋ ਗਿਆ। ਹੁਣ ਕੁਐਸਚਨ ਸੋਲਵ ਕਰਦੇ ਹਾਂ। ਪਹਿਲਾ ਕੁਐਸਚਨ ਤਾਂ ਗਲਤ ਹੋ ਗਿਆ, ਕਿਉਂ? ਬਿਕਾਜ਼ ਯੂਰੀਆ ਸਾਈਕਲ ਆਪਣੀ ਬੋਡੀ ਦੇ ਵਿੱਚ ਕੀ ਕਰਦਾ ਹੈ? ਅਮੋਨੀਆ ਨੂੰ ਯੂਰੀਆ ਚ ਕਨਵਰਟ ਕਰਦਾ ਹੈ, ਇਸ ਕਰਕੇ ਪਹਿਲੀ ਚੀਜ਼ ਤਾਂ ਹੋਗੀ ਗਲਤ। ਸੈਕੰਡ ਸਟੇਟਮੈਂਟ ਕਹਿ ਰਿਹਾ ਹੈ ਕਿ ਫਰੈਸ਼ਲੀ ਪਾਸ ਯੂਰਿਨ ਦੇ ਵਿੱਚ ਸਮੈਲ ਨਹੀਂ ਹੁੰਦੀ, ਲੌਂਗ ਸਟੈਂਡਿੰਗ ਚ ਸਮੈਲ ਕਿਉਂ ਹੁੰਦੀ ਹੈ? ਬਿਕਾਜ਼ ਆਫ ਕਨਵਰਜਨ ਆਫ ਯੂਰੀਆ ਟੂ ਅਮੋਨੀਆ ਬਾਈ ਬੈਕਟੀਰੀਆ। ਹੁਣੀ ਆਪਾਂ ਦੇਖਿਆ ਕਿ ਜਦੋਂ ਯੂਰੀਆ ਨੂੰ ਅਮੋਨੀਆ ਦੇ ਵਿੱਚ ਮਾਈਕਰੋਬਸ ਬੈਕਟੀਰੀਆ ਕਨਵਰਟ ਕਰ ਦੇਵੇ ਉਹਦੇ ਕਰਕੇ ਅਮੋਨੀਆ ਪ੍ਰੋਡਿਊਸ ਹੁੰਦਾ ਔਰ ਅਮੋਨੀਆ ਕਰਕੇ ਸਮੈਲ ਆਉਂਦੀ ਹੈ, ਤਾਂ ਸੈਕੰਡ ਆਪਸ਼ਨ ਇਜ਼ ਰਾਈਟ। ਥਰਡ ਆਪਸ਼ਨ ਵਿੱਚ ਕਹਿ ਰਿਹਾ ਹੈ ਕਨਵਰਜਨ ਆਫ ਯੂਰਿਕ ਐਸਿਡ ਐਂਡ ਯੂਰੀਆ ਟੂ ਅਮੋਨੀਆ। ਨਹੀਂ, ਯੂਰਿਕ ਐਸਿਡ ਤਾਂ ਰਿਲੀਜ਼ ਹੋ ਹੀ ਨਹੀਂ ਰਿਹਾ, ਯੂਰਿਨ ਦੇ ਵਿੱਚ ਕੀ ਆ ਰਿਹਾ ਆਪਣੇ ਕੋਲ? ਯੂਰੀਆ ਆ ਰਿਹਾ ਹੈ। ਦੈਨ ਕਨਵਰਜਨ ਆਫ ਯੂਰਿਕ ਐਸਿਡ, ਯੂਰੀਆ ਐਂਡ ਕ੍ਰੀਏਟਿਨ ਟੂ ਅਮੋਨੀਆ, ਦਿਸ ਇਜ਼ ਆਲਸੋ ਨਾਟ ਰਾਈਟ। ਦਿਸ ਇਜ਼ ਆਲਸੋ ਨਾਟ ਰਾਈਟ। ਸਾਡੇ ਕੋਲ ਜਿਹੜਾ ਮੇਨ ਕਨਸੈਪਟ ਹੈ ਜਿਹਦੇ ਕਰਕੇ ਸਮੈਲ ਜਨਰੇਟ ਹੁੰਦੀ ਹੈ, that is conversion of urea into ammonia by the bacterias. So statement number B ਜਿਹੜੀ ਹੈਗੀ ਹੈ ਉਹ ਇੱਥੇ ਸਹੀ ਹੈ। excretory system ਤੋਂ ਇਹ ਕੁਐਸਚਨ ਪੁੱਛਿਆ ਗਿਆ। ਫਾਈਨ एवरीवन, ਠੀਕ ਹੈ ਜੀ। ਹੁਣ ਇਹਦੇ ਨਾਲ ਕੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਨੂੰ ਨਾਈਟ੍ਰੋਜੀਨੀਅਸ ਵੇਸਟ ਬਾਰੇ ਪਤਾ ਹੋਣਾ ਚਾਹੀਦਾ ਹੈ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਦੇਖਦੇ ਹਾਂ। नेक्स्ट क्वेश्चन कह रहे हैं कंसीडर टू स्टेटमेंट्स गिवन बिलो। वन एक असर्शन है ते एक रीजन है। असर्शन ਦੇ ਵਿੱਚ स्टेटमेंट ਦਿੱਤੀ ਗਈ ਹੈ there are more color blind men than women throughout the world। ਪਹਿਲੀ स्टेटमेंट 'ਚ ਕਹਿ ਰਿਹਾ ਹੈ ਕਿ ਦੁਨੀਆ ਭਰ 'ਚ color blind ਮਰਦ men are more than women, color blind male are more than women। पहली स्टेटमेंट। रीजन ਕੀ ਦਿੱਤਾ ਹੈ? ਰੀਜ਼ਨ ਇਹ ਕਹਿ ਰਹੇ हैं कि color blindness is a sex linked disorder resulting from a recessive gene on Y chromosome। रीजन ये दे रहे हैं कि color blindness एक sex linked disorder है जो कि Y chromosome ਤੇ ਹੋਣ ਵਾਲੇ recessive gene ਨਾਲ ਆਂਦਾ ਹੈ। ਪੂਰਾ ਇਹ ਕੁਐਸਚਨ ਤੁਹਾਡਾ ਬਾਇਓਲੋਜੀ ਦੇ ਜੈਨੇਟਿਕਸ ਵਾਲੇ ਟੌਪਿਕਸ ਦੇ ਨਾਲ ਰਿਲੇਟ ਕਰਦਾ ਹੈ। ਇੱਕ ਕਰਕੇ ਬ੍ਰੇਕ ਡਾਊਨ ਕਰਦੇ ਹਾਂ, ਬੇਸਿਕ ਤੋਂ ਸਮਝਦੇ ਹਾਂ। क्रोमोसोम की है? साडे न्यूक्लियस दे विच कुछ थ्रेड लाइक स्ट्रक्चर्स प्रेजेंट हुंदे ने जिदे विच डीएनए और जेनेटिक इंफॉर्मेशन और जीन्स प्रेजेंट हुंदे ने। इन्हां क्रोमोसोम्स दे नाल पता इन्हां क्रोमोसोम्स करके साडा आई कलर, साडी हाइट, साडा ब्लड ग्रुप, साडी विजन, ये सब कुछ इन्हां क्रोमोसोम उत्ते डिपेंड करती है। थ्रेड लाइक स्ट्रक्चर्स जो कि साडे न्यूक्लियस विच हुंदे ने, इन्हां क्रोमोसोम दे विच डीएनए हुंदे ने, जीन्स हुंदे ने जो कि साडी बॉडी दे ट्रेट्स नूं लैके इन्फॉर्मेशन कैरी करदे ने। जेकर आपां ह्यूमन बीइंग्स दी गल करिए तां साडी बॉडी दे विच 46 क्रोमोसोम्स हुंदे ने, या फिर आपां ये कह सकते हैं कि साडी बॉडी दे विच 23 पेयर हुंदे ने किहदे? क्रोमोसोम दे। ਜਦੋਂ ਆਪਾਂ ਬਾਇਓਲੋਜੀ ਪੜ੍ਹਦੇ ਹਾਂ ਆਪਾਂ ਦੇਖਦੇ ਹਾਂ ਕਿ ਇਹਨਾਂ 23 ਪੇਅਰਸ ਵਿੱਚੋਂ 22 ਕ੍ਰੋਮੋਸੋਮ 22 ਪੇਅਰ ਜਿਹੜੇ ਹੈਗੇ ਨੇ ਕ੍ਰੋਮੋਸੋਮ ਦੇ, ਆਪਾਂ ਕਹਿੰਦੇ ਹਾਂ ਕਿ ਉਹ ਆਟੋਸੋਮਲ ਹੁੰਦੇ ਨੇ, ਉਹ ਆਟੋਸੋਮਸ ਹੁੰਦੇ ਨੇ। ਆਟੋਸੋਮਸ ਮਤਲਬ ਇਹ ਸਾਡੀ ਬਾਡੀ ਦੇ ਟ੍ਰੇਟ ਨੂੰ ਡਿਟਰਮਾਈਨ ਕਰਦੇ ਨੇ। ਅੱਖਾਂ ਦਾ ਕਲਰ ਕਿਹਦਾ ਹੋਏਗਾ, ਬਾਲ ਕਿਦਾਂ ਦੇ ਹੋਣਗੇ, ਕਿਹੜੇ ਰੰਗ ਦੇ ਹੋਣਗੇ, ਘੁੰਗਰਾਲੇ ਹੋਣਗੇ, ਸਿੱਧੇ ਹੋਣਗੇ, ਹਾਈਟ ਕਿੰਨੀ ਹੋਏਗੀ, ਵੱਧ ਹੋਏਗੀ, ਘੱਟ ਹੋਏਗੀ, ਇਹ ਸਾਰਾ ਕੁਝ ਆਟੋਸੋਮਲ ਜਿਹੜੇ ਕ੍ਰੋਮੋਸੋਮਸ ਨੇ ਉਹਨਾਂ ਉੱਤੇ ਡਿਪੈਂਡ ਕਰਦਾ ਹੈ। ਲੇਕਿਨ ਜਿਹੜਾ ਇੱਕ ਪੇਅਰ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸੈਕਸ ਕ੍ਰੋਮੋਸੋਮ। ਉਹ ਡਿਟਰਮਾਈਨ ਕਰਦਾ ਹੈ ਕਿ ਇੱਕ ਹਿਊਮਨ ਦਾ ਸੈਕਸ ਕੀ ਹੋਏਗਾ। ਜੇਕਰ ਤਾਂ ਇਹ ਕ੍ਰੋਮੋਸੋਮ XX ਹੈ ਤਾਂ ਉਹ ਜਿਹੜਾ ਹਿਊਮਨ ਬੀਇੰਗ ਹੋਏਗਾ ਉਹਨੂੰ ਆਪਾਂ ਕਹਾਂਗੇ ਕਿ ਇਹ ਫੀਮੇਲ ਹੈ। ਜੇ ਇਹ ਸੈਕਸ ਕ੍ਰੋਮੋਸੋਮ XY ਦੀ ਕਨਫੀਗਰੇਸ਼ਨ 'ਚ ਹੋਏਗਾ ਤਾਂ ਫਿਰ ਆਪਾਂ ਕਹਿੰਦੇ ਆ ਕਿ ਉਹ ਹਿਊਮਨ ਕੀ ਹੈ? ਮੇਲ ਹੈ। ਸਿੰਪਲ।
ਇਹ ਸਿੰਪਲ ਫੈਕਟ ਇਸ ਪੂਰੇ ਕੁਐਸਚਨ ਦਾ ਬੇਸਿਸ ਹੈ। ਕ੍ਰੋਮੋਸੋਮ ਦੀ ਅੰਡਰਸਟੈਂਡਿੰਗ ਆਪਾਂ ਨੂੰ ਹੋਗੀ। ਹੁਣ ਗੱਲ ਕਰਦੇ ਹਾਂ ਕਲਰ ਬਲਾਈਂਡਨੈਸ ਦੀ। ਕਲਰ ਬਲਾਈਂਡਨੈਸ ਇੱਕ ਇਦਾਂ ਦੀ ਕੰਡੀਸ਼ਨ ਹੈ ਜਿਹਦੇ ਵਿੱਚ ਇੱਕ ਪਰਸਨ ਰੰਗਾਂ ਦੇ ਵਿੱਚ ਡਿਸਟਿੰਗੁਇਸ਼ ਨਹੀਂ ਕਰ ਪਾਉਂਦਾ, ਸਪੈਸ਼ਲੀ ਰੈਡ ਐਂਡ ਗ੍ਰੀਨ। ਜੇ ਰੈਡ ਐਂਡ ਗ੍ਰੀਨ ਤੁਸੀਂ ਦਿਖਾਓ ਤਾਂ ਉਹ ਡਿਫਰੈਂਸ਼ੀਏਟ ਨਹੀਂ ਕਰ ਪਾਊਗਾ ਕਿ ਇਹ ਕਲਰ ਰੈਡ ਹੈ ਕਿ ਇਹ ਕਲਰ ਗ੍ਰੀਨ ਹੈ। ਠੀਕ ਹੈ, that is called as color blindness। ਹੁਣ ਇਹ ਕਿਉਂ ਹੁੰਦਾ ਹੈ? ਇਹ ਬੇਸਿਕਲੀ ਉਹ ਜੀਨ ਜੋ ਸਾਡੇ ਰੈਟੀਨਾ ਦੇ ਕੋਨ ਸੈਲਸ ਨੂੰ ਕੰਟਰੋਲ ਕਰਦਾ ਹੈ, ਉਹਦੇ ਵਿੱਚ ਜੇ ਕੋਈ ਚੇਂਜ ਆ ਜੇ, ਉਹਦੇ ਵਿੱਚ ਜੇ ਕੋਈ ਮਿਊਟੇਸ਼ਨ ਆ ਜੇ ਤਾਂ ਇਹ ਕੰਡੀਸ਼ਨ ਸਾਡੇ ਕੋਲ ਆ ਸਕਦੀ ਹੈ। ਤੇ ਜਿਹੜਾ ਆ ਪਾਰਟਿਕੂਲਰ ਜੀਨ ਹੈ ਜੋ ਆਪਣੇ ਰੈਟੀਨਾ ਨੂੰ ਕੰਟਰੋਲ ਕਰਦਾ ਹੈ, ਇਹ ਐਕਸ ਕ੍ਰੋਮੋਸੋਮ ਤੇ ਪਾਇਆ ਜਾਂਦਾ ਹੈ। ਕਿੱਥੇ ਪਾਇਆ ਜਾਂਦਾ ਹੈ? ਇਨ ਦੀ ਐਕਸ ਕ੍ਰੋਮੋਸੋਮ। ਨਾਓ ਦਿਸ ਇਜ਼ ਮੋਸਟ ਇੰਪੋਰਟੈਂਟ ਕਿ ਕਲਰ ਬਲਾਈਂਡਨੈਸ ਕਦੋਂ ਹੁੰਦੀ ਹੈ? ਜਦੋਂ ਰੈਟੀਨਾ ਦੇ ਜਿਹੜੇ ਕੋਨ ਸੈਲਸ ਹੈ ਉਹਨਾਂ ਦੇ ਜੀਨਸ ਵਿੱਚ ਕੋਈ ਮਿਊਟੇਸ਼ਨ ਆ ਜੇ। ਤੇ ਇਹ ਜੀਨਸ ਕਿਹੜੇ ਕ੍ਰੋਮੋਸੋਮ ਤੇ ਮਿਲਦੇ ਨੇ? ਥੀਸ ਆਰ ਫਾਊਂਡ ਔਨ ਦੀ ਐਕਸ ਕ੍ਰੋਮੋਸੋਮ। ਇਸ ਕਰਕੇ ਜਦੋਂ ਵੀ ਆਪਾਂ ਕਲਰ ਬਲਾਈਂਡਨੈਸ ਦੀ ਗੱਲ ਕਰਦੇ ਹਾਂ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਕਲਰ ਬਲਾਈਂਡਨੈਸ ਇਜ਼ ਅ ਐਕਸ ਲਿੰਕਡ रिसेसिव डिसऑर्डर, कि जो एक्स क्रोमोसोम है जे ओदे विच कोई म्यूटेशन आ गई तां कलर ब्लाइंडनेस हो सकता है। बट क्वेश्चन च तुहानू की बोलिया? क्वेश्चन च तुहानू बोलिया वाई क्रोमोसोम, तो ये टेक्निकली गलत हो गया। कलर ब्लाइंडनेस एक्स लिंक्ड रिसेसिव डिसऑर्डर है, एक्स लिंक्ड क्रोमोसोम दे विच आंदा है। हुण देखो, हुण जो फीमेल जेनेटिक्स है, फीमेल विच 2 XX है, ठीक है। ਤੇ ਕੀ ਹੋ ਸਕਦਾ ਹੈ ਕਿ ਇਹਦੇ ਵਿੱਚ ਸਾਡੇ ਕੋਲ ਮੰਨ ਲਓ ਕਿ ਇੱਕ ਜਿਹੜਾ ਕ੍ਰੋਮੋਸੋਮ ਹੈ ਬਿਲਕੁਲ ਠੀਕ ਹੈ ਤੇ ਜਿਹੜਾ ਦੂਜਾ ਕ੍ਰੋਮੋਸੋਮ ਹੈ ਉਹਦੇ ਵਿੱਚ ਪ੍ਰੋਬਲਮ ਹੈ, ਉਹਦੇ ਵਿੱਚ ਇਹ ਕੈਰੀਅਰ ਹੈ। ਤੇ ਕਿਉਂਕਿ ਹੁਣ ਇੱਕ ਜਿਹੜਾ ਕ੍ਰੋਮੋਸੋਮ ਹੈ ਬਿਲਕੁਲ ਠੀਕ ਹੈ ਤਾਂ ਉਹਦੇ ਕਰਕੇ ਕੀ ਹੁੰਦਾ ਹੈ ਕਿ ਫੀਮੇਲ ਦੇ ਵਿੱਚ ਉਹ ਡਿਫੈਕਟ ਨਹੀਂ ਆ ਪਾਉਂਦਾ। ਕਿਉਂ? ਬਿਕਾਜ਼ ਇੱਕ ਜਿਹੜਾ ਐਕਸ ਹੈਗਾ ਉਹ ਬਿਲਕੁਲ ਠੀਕ ਹੈ, ਜੇਕਰ ਦੂਸਰਾ ਕਲਰ ਬਲਾਈਂਡ ਉਹਦੇ ਵਿੱਚ ਜੇ ਕੋਈ ਮਿਊਟੇਸ਼ਨ ਹੈਗਾ ਵੀ ਹੈ ਤਾਂ ਜਿਹੜਾ ਨਾਰਮਲ ਜੀਨ ਹੈ ਉਹ ਉਹਨੂੰ ਮਾਸਕ ਕਰ ਲੈਂਦਾ ਹੈ। लेकिन जे कोई कलर ब्लाइंड फीमेल होगी ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਜਿਹੜੇ ਦੋਨੋਂ ਐਕਸ ਹੈ ਨਾ ਉਹ ਦੋਨੋਂ ਐਕਸ ਦੇ ਵਿੱਚ ਗੜਬੜ ਹੋਣੀ ਚਾਹੀਦੀ ਹੈ। ਜੇਕਰ ਦੋਨੋਂ ਐਕਸ ਕ੍ਰੋਮੋਸੋਮ ਦੇ ਵਿੱਚ ਡਿਫੈਕਟਿਵ ਜੀਨ ਹੋਏਗਾ ਤਾਂ ਹੀ ਇੱਕ ਫੀਮੇਲ ਜਿਹੜੀ ਹੈਗੀ ਉਹ ਕਲਰ ਬਲਾਈਂਡ ਹੋ ਪਾਏਗੀ, ਜੋ ਕਿ ਬਹੁਤ ਰੇਅਰ ਹੁੰਦਾ ਹੈ। ਕਾਮਨ ਕੇਸਿਸ ਵਿੱਚ ਕੀ ਹੁੰਦਾ ਹੈ ਕਿ ਜੇਕਰ ਇੱਕ ਦੇ ਵਿੱਚ ਹੈ बट दूसरा नॉर्मल है, इस करके कलर ब्लाइंडनेस नहीं मैनिफेस्ट कर पाती। बट बहुत रेयर केसेस विच की हुंदा है कि ए भी सी ते दूसरा भी सी, ਇਹਦੇ केस विच तुहाडे कोल फीमेल दे विच कलर ब्लाइंडनेस देखने ਲਈ मिल सकती है, जो कि बहुत रेयर हो जाता है। ਇਹ चीज होनी इज वेरी रेयर। पर ਆਪਾਂ ਜੇ मेल जेनेटिक्स ਦੀ ਗੱਲ ਕਰੀਏ, मेल जेनेटिक्स ਦੇ ਵਿੱਚ ਤਾਂ XY ਆਂਦਾ ਹੈ, ਉਹਨਾਂ ਕੋਲ ਤਾਂ ਸਿਰਫ ਇੱਕ ਹੀ X ਹੈ। ਤੇ ਜੇਕਰ ਉਹ ਇੱਕ X ਦੇ ਵਿੱਚ ਤੁਹਾਡੇ ਕੋਲ ਕੋਈ ਗੜਬੜੀ ਆ ਗਈ, they don't have another X to compensate for it, ਕਿਉਂਕਿ Y ਕ੍ਰੋਮੋਸੋਮ ਦੇ ਕੋਲ ਤਾਂ ਉਹ ਇਨਫੋਰਮੇਸ਼ਨ ਹੀ ਨਹੀਂ ਹੈ ਕਿ ਉਹ ਮਾਸਕ ਕਰ ਸਕੇ। ਇਸ ਕਰਕੇ ਇੱਕ X ਮੇਲਸ ਕੋਲ ਇੱਕੋ ਹੀ X ਹੈ, ਜੋ ਇੱਕੋ X ਦੇ ਵਿੱਚ ਡਿਫੈਕਟ ਆ ਗਿਆ ਤਾਂ ਕਲਰ ਬਲਾਈਂਡਨੈਸ ਹੋਏਗੀ। that is why men are more color blind, ਕਿਉਂਕਿ ਉਹਨਾਂ ਨੂੰ ਤਾਂ ਸਿਰਫ ਇੱਕੋ ਹੀ ਜੀਨ ਡਿਫੈਕਟਿਵ ਜੀਨ ਚਾਹੀਦਾ ਹੈ ਆਪਣੇ ਐਕਸ ਵਿੱਚ ਟੂ ਬਿਕਮ ਕਲਰ ਬਲਾਈਂਡ, ਲੇਕਿਨ ਫੀਮੇਲ ਨੂੰ 2 ਡਿਫੈਕਟਿਵ ਜੀਨਸ ਚਾਹੀਦੇ ਹੋਣਗੇ ਔਨ ਦੋਨੋਂ ਐਕਸ ਤਾਂ ਕਲਰ ਬਲਾਈਂਡ ਹੋਣਗੇ। ਇਸ ਕਰਕੇ ਜਦੋਂ ਆਪਾਂ ਵਰਲਡ ਵਾਈਡ ਦੇਖੀਏ ਤਾਂ ਕਲਰ ਬਲਾਈਂਡਨੈਸ ਮੈਨ ਵਿੱਚ ਜ਼ਿਆਦਾ ਹੈ, ਬਿਕਾਜ਼ ਇਹਨਾਂ ਕੋਲ ਇੱਕੋ ਹੀ ਐਕਸ ਹੈ। ਜੇ ਉਹ ਵੀ ਡਿਫੈਕਟ ਹੋ ਗਿਆ ਤਾਂ ਕਲਰ ਬਲਾਈਂਡਨੈਸ ਹੋ ਜਾਏਗੀ। ਵਿਮਨ ਦੇ ਵਿੱਚ ਕਿਉਂਕਿ 2 ਐਕਸ ਨੇ, ਜੇਕਰ ਇੱਕ ਵਿੱਚ ਕਲਰ ਬਲਾਈਂਡਨੈਸ ਆਈ ਦੂਜਾ ਐਕਸ ਉਹਨੂੰ ਓਵਰਕਮ ਕਰ ਜਾਏਗਾ। ਕਲਰ ਬਲਾਈਂਡਨੈਸ ਹੋਣ ਵਾਸਤੇ ਦੋਨੋਂ ਐਕਸ ਦੇ ਵਿੱਚ ਪ੍ਰੋਬਲਮ ਆਣੀ ਚਾਹੀਦੀ ਹੈ, ਵਿਚ ਇਜ਼ ਵੈਰੀ ਰੇਅਰ। ਇਸ ਕਰਕੇ ਜਿਹੜੀ ਤੁਹਾਡੀ ਪਹਿਲੀ ਸਟੇਟਮੈਂਟ ਹੈ ਉਹ ਸਹੀ ਹੈ, ਅਜ਼ਰਸ਼ਨ ਸਹੀ ਹੈ, ਲੇਕਿਨ ਰੀਜ਼ਨਿੰਗ ਗਲਤ ਹੈ। ਰੀਜ਼ਨਿੰਗ ਗਲਤ ਕਿਉਂ ਹੈ? ਕਿਉਂਕਿ ਜਿਹੜਾ ਇਹ ਪੂਰੀ ਦਾ ਪੂਰਾ ਪ੍ਰੋਸੈਸ ਹੈ ਕਿਸ ਤੇ ਡਿਪੈਂਡ ਕਰਦਾ ਹੈ? ਡਿਪੈਂਡਸ ਅਪਨ ਐਕਸ ਕ੍ਰੋਮੋਸੋਮ, ਨਾਟ ਔਨ ਵਾਈ ਕ੍ਰੋਮੋਸੋਮ। ਸੋ ਰੀਜ਼ਨਿੰਗ ਇਜ਼ ਰੋਂਗ, A ਇਜ਼ ਟਰੂ, R ਇਜ਼ ਫਾਲਸ। ਸੋ ਆਨਸਰ ਕੀ ਹੋਏਗਾ ਇਹਦਾ? C। ਕਿੰਨਾ ਵਧੀਆ ਕੁਐਸਚਨ ਪੁੱਛਿਆ, ਕਿੰਨੇ ਅੱਛੇ ਲੈਵਲ ਦੇ ਕੁਐਸਚਨਸ ਸਾਇੰਸ ਦੇ ਪਰਸਪੈਕਟਿਵ ਚ ਇੱਥੇ ਤੁਹਾਨੂੰ ਪੁੱਛੇ ਗਏ। ਠੀਕ ਹੈ ਜੀ, ਅੱਗੇ ਵਧਦੇ ਹਾਂ, ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਨਾਓ ਜੋ ਨੈਕਸਟ ਕੁਐਸਚਨ ਹੈਗਾ that is related to again biology, ਤੇ ਇਹਦੇ ਵਿੱਚ ਕਿਹਾ ਗਿਆ ਹੈ ਕਿ after surgical removal of infected gallbladder, a person must be specifically careful to restrict which of the dietary intakes। मतलब basically
ਕਿਸੇ ਪਰਸਨ ਦਾ ਗੋਲ ਬਲੈਡਰ ਰਿਮੂਵ ਕੀਤਾ ਗਿਆ ਤਾਂ ਉਹਨੂੰ ਡਾਈਟ ਦੇ ਕਿਹੜੇ ਕੰਪੋਨੈਂਟ ਦੇ ਉੱਤੇ ਧਿਆਨ ਦੇਣਾ ਪਏਗਾ ਕਿ ਘੱਟ ਖਾਓ, ਸਟਾਰਚ ਘੱਟ ਖਾਈਏ ਕਿ ਪ੍ਰੋਟੀਨ ਘੱਟ ਖਾਓ ਕਿ ਸ਼ੂਗਰ ਘੱਟ ਖਾਓ ਜਾਂ ਫੈਟ ਘੱਟ ਖਾਓ। ਇਨਫੈਕਟਡ ਗੋਲ ਬਲੈਡਰ ਨੂੰ ਰਿਮੂਵ ਕਰਤਾ, ਕਿਹੜੀ ਚੀਜ਼ ਨੂੰ ਤੁਹਾਨੂੰ ਡਾਈਟ ਚੋਂ ਰਿਸਟ੍ਰਿਕਟ ਕਰਨਾ ਪਏਗਾ, ਇਹ ਕੁਐਸਚਨ ਪੁੱਛਿਆ ਹੈ। ਇਹ ਕੁਐਸਚਨ ਉਦੋਂ ਹੀ ਸੋਲਵ ਹੋ ਜਾਂਦਾ ਹੈ ਜੇਕਰ ਸਾਨੂੰ ਗੋਲ ਬਲੈਡਰ ਤੇ ਉਹਦੇ ਫੰਕਸ਼ਨ ਬਾਰੇ ਪਤਾ ਹੈ। ਨਾਓ ਗੋਲ ਬਲੈਡਰ ਜਿਹੜਾ ਹੈਗਾ ਇਹ ਤੁਹਾਨੂੰ ਲਿਵਰ ਦੇ ਬੀਨੀਥ ਮਿਲ ਜਾਂਦਾ ਹੈ। ਇਟਸ ਸਮਾਲ ਪੀਅਰ ਸ਼ੇਪਡ ਆਰਗਨ। ਇਹਦਾ ਮੇਨ ਫੰਕਸ਼ਨ ਕੀ ਹੈ? ਇਹ ਨਾ ਬਾਈਲ ਨੂੰ ਸਟੋਰ ਕਰਦਾ ਹੈ। Storage and concentration of bile is the main function of gallbladder. ठीक है, ਹੁਣ ਕੀ ਹੈ? ਹੁਣ ਇਹਦੇ ਵਿੱਚ ਵੀ ਫਰਦਰ ਇੱਕ ਚੀਜ਼ ਯਾਦ ਰੱਖਿਓ ਕਿ ਜਿਹੜਾ ਲਿਵਰ ਹੈ ਨਾ, ਲਿਵਰ ਪ੍ਰੋਡਿਊਸ ਕਰਦਾ ਹੈ ਬਾਈਲ ਨੂੰ। ਇਹ ਕੁਐਸਚਨ ਵੀ ਨਾ ਆ ਜਾਏ, ਯਾਦ ਰੱਖਿਓ, ਲਿਵਰ ਪ੍ਰੋਡਿਊਸਸ ਬਾਈਲ। ਬਾਈਲ ਜੂਸ ਕੌਣ ਪ੍ਰੋਡਿਊਸ ਕਰਦਾ ਹੈ? ਲਿਵਰ ਪ੍ਰੋਡਿਊਸ ਕਰਦਾ ਹੈ। ਲੇਕਿਨ ਜਿਹੜਾ ਲਿਵਰ ਦੇ ਨਾਲ ਜੁੜਿਆ ਹੋਇਆ ਗੋਲ ਬਲੈਡਰ ਹੈ ਉਹ ਇਸ ਬਾਈਲ ਨੂੰ ਆਪਣੇ ਅੰਦਰ ਸਟੋਰ ਕਰਦਾ ਹੈ। ਵੈਰੀ ਇੰਪੋਰਟੈਂਟ। ਜੇ ਕੱਲ ਨੂੰ ਸਟੇਟਮੈਂਟ ਲਿਖੀ ਹੋਈ ਆ ਗਈ ਕਿ ਗੋਲ ਬਲੈਡਰ ਪ੍ਰੋਡਿਊਸਸ ਬਾਈਲ ਤਾਂ ਸਟੇਟਮੈਂਟ ਗਲਤ ਹੋਏਗੀ। ਬਾਈਲ ਇਜ਼ ਪ੍ਰੋਡਿਊਸਡ ਬਾय ਲਿਵਰ ਬਟ ਇਟ ਇਜ਼ ਸਟੋਰਡ ਇਨ ਗੋਲ ਬਲੈਡਰ। ਸਟੋਰ ਕੌਣ ਕਰਦਾ ਹੈ? ਗੋਲ ਬਲੈਡਰ ਕਰਦਾ ਹੈ। ਹੁਣ ਸਾਰਾ ਦਾ ਸਾਰਾ ਜੋ ਕਨਸੈਪਟ ਹੈ ਉਹ ਬਾਈਲ ਦੇ ਉੱਤੇ ਆਉਂਦਾ ਹੈ। ਬਾਈਲ ਇੱਕ ਤਰ੍ਹਾਂ ਦਾ ਡਾਈਜੈਸਟਿਵ ਫਲੂਇਡ ਹੈ। ਇਹਦੇ ਵਿੱਚ ਬਾਈਲ ਸੌਲਟਸ ਹੁੰਦੇ ਨੇ, ਪਿਗਮੈਂਟਸ ਹੁੰਦੇ ਨੇ, ਕੋਲੇਸਟ੍ਰੋਲ ਹੁੰਦਾ ਹੈ। ਕੋਈ ਡਾਈਜੈਸਟਿਵ ਐਂਜ਼ਾਈਮ ਨਹੀਂ ਹੁੰਦਾ। ਸੌਲਟਸ, ਪਿਗਮੈਂਟਸ, ਕੋਲੇਸਟ੍ਰੋਲ ਇਹ ਕੁਝ ਪ੍ਰੈਜ਼ੈਂਟ ਹੁੰਦਾ ਹੈ ਬਾਈਲ ਦੇ ਵਿੱਚ। ਹੁਣ ਬਾਈਲ ਕਰਦਾ ਕੀ ਹੈ? ਦ ਮੋਸਟ ਇੰਪੋਰਟੈਂਟ ਫੰਕਸ਼ਨ ਆਫ ਬਾਈਲ ਇਜ਼ ਇਮਲਸੀਫਿਕੇਸ਼ਨ ਆਫ ਫੈਟ। ਫੈਟ ਦੀ ਡਾਈਜੈਸ਼ਨ ਵਾਸਤੇ, ਫੈਟ ਦੇ ਬ੍ਰੇਕਡਾਊਨ ਵਾਸਤੇ ਬਾਈਲ ਬਹੁਤ ਜ਼ਰੂਰੀ ਹੈ। ਜਦੋਂ ਆਪਣੀ ਬਾਡੀ ਦੇ ਵਿੱਚ ਫੈਟ ਜਾਂਦਾ ਹੈ ਤਾਂ ਉਹ ਛੋਟੇ ਡ੍ਰੌਪਲੇਟਸ ਦੇ ਵਿੱਚ ਕਨਵਰਟ ਹੁੰਦਾ ਹੈ। ਕੌਣ ਕਨਵਰਟ ਕਰਦਾ ਹੈ? ਬਾਈਲ ਕਨਵਰਟ ਕਰਦਾ ਹੈ। ਬਿਕੋਜ਼ ਇਹ ਇੰਪੋਰਟੈਂਟ ਹੈ। ਸਾਡੇ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਹੈ ਨਾ ਉਹ ਡਾਇਰੈਕਟਲੀ ਬੜੇ ਫੈਟ ਮਾਸ ਦੇ ਉੱਤੇ ਅਪਲਾਈ ਨਹੀਂ ਹੋ ਸਕਦੇ, ਆਪਣਾ ਇਫੈਕਟ ਨਹੀਂ ਕਰ ਪਾਉਂਦੇ। ਤਾਂ ਬਾਈਲ ਕੀ ਕਰਦਾ ਹੈ? ਉਹਨੂੰ ਛੋਟੇ ਫੈਟ ਡ੍ਰੌਪਲੇਟਸ ਦੇ ਵਿੱਚ ਬ੍ਰੇਕ ਕਰ ਦਿੰਦਾ ਹੈ, ਜਿਹਦੇ ਨਾਲ ਕਿ ਫਿਰ ਲਾਈਪੇਜ਼ ਐਂਜ਼ਾਈਮ ਆਉਂਦਾ ਹੈ ਔਰ ਉਹ ਫੈਟ ਨੂੰ ਡਿਸੋਲਵ ਕਰਨ 'ਚ ਹੈਲਪ ਕਰਦਾ ਹੈ। ਤਾਂ ਜੋ ਨੈਸੈਸਰੀ ਕੰਡੀਸ਼ਨ ਹੈ ਕਿ ਜਿਹੜਾ ਬੜਾ ਫੈਟ ਦਾ ਗਲੋਬਿਊਲ ਹੈ ਉਹਨੂੰ ਟਾਈਨੀ ਡ੍ਰੌਪਲੇਟਸ ਦੇ ਵਿੱਚ ਕੌਣ ਬ੍ਰੇਕ ਡਾਊਨ ਕਰਦਾ ਹੈ? ਬਾਈਲ ਕਰਦਾ ਹੈ, ਜਿਹਦੇ ਉੱਤੇ ਅੱਗੇ ਜਾ ਕੇ ਲਾਈਪੇਜ਼ ਵਰਗੇ ਡਾਈਜੈਸਟਿਵ ਐਂਜ਼ਾਈਮਸ ਐਕਟ ਕਰਦੇ ਨੇ ਤੇ ਫੈਟ ਦੀ ਡਾਈਜੈਸ਼ਨ ਹੁੰਦੀ ਹੈ। ਇਜ਼ ਦੈਟ ਕਲੀਅਰ एवरीवन? ਤਾਂ ਹੁਣ ਖੁਦ ਸੋਚ ਕੇ ਦੇਖੋ, ਜੇ ਕਿਸੇ ਪਰਸਨ ਦੇ ਵਿੱਚੋਂ ਇਨਫੈਕਟਡ ਗੋਲ ਬਲੈਡਰ ਨੂੰ ਰਿਮੂਵ ਕੀਤਾ ਗਿਆ ਤਾਂ ਹੁਣ ਕੀ ਹੋਏਗਾ? ਲਿਵਰ ਤਾਂ ਹਲੇ ਵੀ ਬਾਈਲ ਪ੍ਰੋਡਿਊਸ ਕਰੇਗਾ। ਹੁਣ ਕਦੇ ਬੱਚੇ ਆ ਸੋਚਦੇ ਆ ਕਿ ਅੱਛਾ ਗੋਲ ਬਲੈਡਰ ਕੱਟਤਾ ਤਾਂ ਮਤਲਬ ਬਾਈਲ ਵੀ ਚਲਾ ਗਿਆ, ਹੁਣ ਬੋਡੀ 'ਚ ਬਾਈਲ ਨਹੀਂ ਹੈਗਾ। ਨੋ, ਬਾਈਲ ਕੌਣ ਪ੍ਰੋਡਿਊਸ ਕਰਦਾ ਹੈ? ਬਾਈਲ ਤਾਂ ਲਿਵਰ ਪ੍ਰੋਡਿਊਸ ਕਰਦਾ ਹੈ। ਲਿਵਰ ਤਾਂ ਹਲੇ ਵੀ ਹੈਗਾ ਹੈ। ਸੋ ਲਿਵਰ ਜਿਹੜਾ ਹੈਗਾ ਉਹ ਕੰਟੀਨਿਊਸਲੀ ਬਾਈਲ ਪ੍ਰੋਡਿਊਸ ਕਰੇਗਾ। ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇਹ ਹੈ ਕਿ ਆਪਣੀ ਬਾਡੀ ਵਿੱਚ ਬਾਈਲ ਸਟੋਰ ਨਹੀਂ ਹੋ ਪਾਏਗਾ। ਜੋ ਸਰਜਰੀ ਤੋਂ ਪਹਿਲਾਂ ਗੋਲ ਬਲੈਡਰ ਦੇ ਵਿੱਚ ਬਾਈਲ ਅਕਿਊਮੂਲੇਟ ਹੁੰਦਾ ਸੀ ਤੇ ਜਿੱਦਾਂ ਹੀ ਆਪਾਂ ਫੈਟੀ ਖਾਣਾ ਖਾਂਦੇ ਸੀ, ਭਟੂਰੇ ਵਗੈਰਾ ਖਾਂਦੇ ਸੀ ਤਾਂ ਜਾ ਕੇ ਕੀ ਹੁੰਦਾ ਸੀ? ਬਾਡੀ ਲਗਾਤਾਰ ਬਾਈਲ ਨੂੰ ਜਿਹੜਾ ਸਟੋਰ ਕੀਤਾ ਹੋਇਆ ਸੀ ਰਿਲੀਜ਼ ਕਰ ਦਿੰਦੀ ਸੀ। ਉਹ ਬੜੇ ਫੈਟ ਦੇ ਗਲੋਬਿਊਲਸ ਟਾਈਨੀ ਡ੍ਰੌਪਲੇਟਸ ਦੇ ਵਿੱਚ ਬ੍ਰੇਕਡਾਊਨ ਹੋ ਜਾਂਦੇ ਸੀ ਤੇ ਫੈਟ ਡਾਈਜੈਸਟ ਹੋ ਜਾਂਦਾ ਸੀ। ਹੁਣ ਆਫਟਰ ਸਰਜਰੀ ਜਿਹੜਾ ਬਾਈਲ ਹੈ ਉਹ ਲਗਾਤਾਰ ਇੰਟੈਸਟਾਈਨ ਦੇ ਵਿੱਚ ਜਾਏਗਾ। ਬੜਾ ਰਿਜ਼ਰਵ ਸਟੋਰੇਜ ਅਵੇਲੇਬਲ ਨਹੀਂ ਹੈਗੀ ਬਾਈਲ ਦੀ। ਤਾਂ ਇਹਦੇ ਕੇਸ 'ਚ ਕੀ ਹੋਏਗਾ? ਜੇ ਪਰਸਨ, ਕਿਸੇ ਬੰਦੇ ਨੇ ਜਿਹਦਾ ਗੋਲ ਬਲੈਡਰ ਰਿਮੂਵ ਕੀਤਾ ਗਿਆ ਹੈ, ਜੇ ਇੱਕੋਦਮ ਫੈਟੀ ਖਾਣਾ ਖਾ ਲਿਆ, ਫੈਟੀ ਮੀਲ ਖਾਇਆ, ਤਾਂ ਉਹਨਾਂ ਕੋਲ ਬਾਈਲ ਸਟੋਰਡ ਨਹੀਂ ਹੈਗਾ ਇਮੀਡੀਏਟਲੀ ਉਸ ਫੈਟ ਨੂੰ ਬ੍ਰੇਕ ਡਾਊਨ ਕਰਨ ਵਾਸਤੇ, ਜਿਹਦੇ ਕਰਕੇ ਫੈਟ ਡਾਈਜੈਸ਼ਨ ਬਹੁਤ ਇਨਇਫੈਕਟਿਵ ਤਰੀਕੇ ਨਾਲ ਹੋਏਗੀ। ਇਨਡਾਈਜੈਸ਼ਨ ਹੋ ਜਾਏਗੀ, ਬਲੋਟਿੰਗ ਹੋ ਜਾਏਗੀ, ਡਾਇਰੀਆ ਹੋ ਸਕਦਾ ਹੈ। ਇਸ ਕਰਕੇ ਡਾਕਟਰਸ ਇਹ ਸਲਾਹ ਦਿੰਦੇ ਹੈ ਕਿ ਇੱਕ ਤਾਂ ਸਮਾਲਰ ਮੀਲਸ ਖਾਣੇ ਹੈ, ਡਾਈਟ ਵਿੱਚ ਫੈਟ ਦਾ ਕੰਟੈਂਟ ਘੱਟ ਹੋਣਾ ਚਾਹੀਦਾ ਹੈ ਤੇ ਹੌਲੀ ਕਰਕੇ ਛੋਟੀ ਮਾਤਰਾ ਦੇ ਵਿੱਚ
ਫੈਟਸ ਦੀ ਰੀਇੰਟਰੋਡਕਸ਼ਨ ਹੋਣੀ ਚਾਹੀਦੀ ਹੈ। ਇੱਕੋਦਮ ਬੋਡੀ ਦੇ ਉੱਤੇ ਫੈਟ ਦਾ ਲੋਡ ਨਹੀਂ ਪਾਉਣਾ, ਤਾਂ ਇਸ ਕਰਕੇ ਕਿਹੜੀ ਚੀਜ਼ ਨੂੰ ਖਾਣ ਤੋਂ ਪਹਿਲਾਂ ਸੋਚਣਾ ਪਏਗਾ, ਕੇਅਰਫੁਲ ਇਨਟੇਕ ਕਿਹਦਾ ਕਰਨਾ ਪਏਗਾ, that is for the fats, so D is correct। very important question, again बहुत ਵਧੀਆ question PPSC ਨੇ ਤੁਹਾਨੂੰ ਇੱਥੇ ਪੁੱਛਿਆ। अगला क्वेश्चन देखते हैं फ्रॉम द बायोलॉजी। इट सेज दैट द आर्टरी दैट कैरीज नॉन ऑक्सीजनेटेड ब्लड इज, बेसिक क्वेश्चन। तुसी बायोलॉजी दे विच ह्यूमन सर्कुलेटरी सिस्टम बारे पढ़दे हो, ब्लड सर्कुलेशन बारे पढ़दे हो, सर्कुलेटरी सिस्टम जिहदी हेल्प नाल ऑक्सीजन, न्यूट्रिएंट्स, हार्मोन्स, वेस्ट प्रोडक्ट्स सब मूव करते हैं। हार्ट, ब्लड वेसल्स एंड ब्लड ये सारे ट्रांसपोर्टेशन दे विच हेल्प करता है। ਹੁਣ ਆਪਾਂ 골ਡਨ ਰੂਲ ਇਹ ਯਾਦ ਕਰਦੇ ਹਾਂ ਕਿ ਆਰਟਰੀਜ਼ ਵਿੱਚ ਆਕਸੀਜਨੇਟਡ ਬਲੱਡ ਹੋਏਗਾ ਤੇ ਵੇਨਸ ਦੇ ਵਿੱਚ ਡੀਆਕਸੀਜਨੇਟਡ ਬਲੱਡ ਹੋਏਗਾ। ਆਈ ਯਾਦ ਕਰਦੇ ਹਾਂ, ਆਰਟਰੀਜ਼ ਰੈੱਡ ਕਲਰ ਦੀਆਂ ਬਣਾਉਂਦੇ ਆ, ਆਰਟਰੀਜ਼ ਵਿੱਚ ਆਕਸੀਜਨੇਟਡ ਬਲੱਡ ਹੈ ਤੇ ਵੇਨਸ ਦੇ ਵਿੱਚ ਕਾਰਬਨ ਡਾਈਆਕਸਾਈਡ ਹੈ, ਡੀਆਕਸੀਜਨੇਟਡ ਬਲੱਡ ਹੈ, ਆਕਸੀਜਨ ਨਹੀਂ ਹੈ। ਨਾ ਦਿਸ ਇਜ਼ ਅ ਜਨਰਲ ਰੂਲ, ਲੇਕਿਨ ਇਹਦੀਆਂ ਕੁਝ ਫੇਮਸ ਐਕਸੈਪਸ਼ਨਸ ਨੇ। ਜੇਕਰ ਆਪਾਂ ਆਰਟਰੀ ਦੀ ਗੱਲ ਕਰੀਏ, ਹਾਰਟ ਦੇ ਕੇਸ ਵਿੱਚ ਗੱਲ ਕਰੀਏ, ਤਾਂ ਉਹ ਵੈਸਲਸ ਜੋ ਹਾਰਟ ਤੋਂ ਬਲੱਡ ਨੂੰ ਲੈ ਕੇ ਜਾਂਦੀਆਂ ਨੇ, ਆਕਸੀਜਨੇਟਡ ਬਲੱਡ ਕੈਰੀ ਕਰਦੀਆਂ ਨੇ, ਜੋ ਕਿ ਹਾਰਟ ਤੋਂ ਬਲੱਡ ਨੂੰ ਲੈ ਕੇ ਜਾਂਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਨੇ ਆਰਟਰੀ, ਵਿਚ ਕੈਰੀਜ਼ ਬਲੱਡ ਅਵੇ ਫਰੋਮ ਦਾ ਹਾਰਟ। ਜੋ ਪੂਰੀ ਬੋਡੀ ਤੋਂ ਬਲੱਡ ਇਕੱਠਾ ਕਰਕੇ ਹਾਰਟ ਵੱਲ ਨੂੰ ਲੈ ਕੇ ਆਉਂਦੀਆਂ ਨੇ, ਟੂਵਰਡਸ ਹਾਰਟ ਲੈ ਕੇ ਆਉਂਦੀਆਂ ਨੇ, ਦੋਜ਼ ਆਰ ਕਾਲਡ ਐਜ਼ ਵੇਨ। ਅਸਲ ਵਿੱਚ ਇਹਦਾ ਆਕਸੀਜਨ ਦੇ ਨਾਲ ਲੈਣਾ ਦੇਣਾ ਨਹੀਂ ਹੈ। ਸਿੰਪਲ ਕਲਾਸੀਫਿਕੇਸ਼ਨ ਇਹ ਹੈ ਕਿ ਦੋਜ਼ ਵੈਸਲਸ ਵਿਚ ਕੈਰੀ ਬਲੱਡ ਅਵੇ ਫਰੋਮ ਦਾ ਹਾਰਟ, ਦੋਜ਼ ਆਰ ਆਰਟਰੀਜ਼, ਤੇ ਉਹ ਵੈਸਲਸ ਜੋ ਟੂਵਰਡਸ ਹਾਰਟ ਬਲੱਡ ਲੈ ਕੇ ਜਾ ਰਹੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਵੇਨਸ। ਹਿਊਮਨਸ ਦੇ ਵਿੱਚ ਡਬਲ ਸਰਕੂਲੇਸ਼ਨ ਹੁੰਦੀ ਹੈ, ਮਤਲਬ ਹਾਰਟ ਵਿੱਚੋਂ ਖੂਨ 2 ਵਾਰੀ ਪਾਸ ਕਰਦਾ ਹੈ ਤਾਂ ਜਾ ਕੇ ਇੱਕ ਸਰਕੂਲੇਸ਼ਨ ਕੰਪਲੀਟ ਹੁੰਦੀ ਹੈ। ਇੱਕ ਵਾਰੀ ਲੰਗਸ ਤੋਂ ਜਿਹੜਾ ਹੈਗਾ ਕਮਿਊਨੀਕੇਸ਼ਨ ਜਿਹੜਾ ਹੈਗਾ ਜੋ ਸਰਕੂਲੇਸ਼ਨ ਹੈਗਾ ਉਹ ਹਾਰਟ ਤੇ ਲੰਗਸ ਦੇ ਵਿੱਚ ਹੁੰਦਾ ਹੈ, ਤੇ ਦੂਸਰਾ ਹਾਰਟ ਤੇ ਬੋਡੀ ਦੇ ਵਿੱਚ ਹੁੰਦਾ ਹੈ। ਇਹਨੂੰ ਆਪਾਂ ਕਹਿੰਦੇ ਆ ਡਬਲ ਸਰਕੂਲੇਸ਼ਨ। ਇੱਕ ਵਾਰੀ ਹਾਰਟ ਤੋਂ ਲੰਗਸ ਵੱਲ ਨੂੰ ਸਰਕੂਲੇਸ਼ਨ ਚੱਲ ਰਹੀ ਹੈ ਤੇ ਇੱਕ ਵਾਰੀ ਹਾਰਟ ਤੋਂ ਬੋਡੀ ਵੱਲ ਨੂੰ ਸਰਕੂਲੇਸ਼ਨ ਚੱਲ ਰਹੀ ਹੈ, ਇਹਨੂੰ ਆਪਾਂ ਕਹਿੰਦੇ ਆ ਡਬਲ ਸਰਕੂਲੇਸ਼ਨ। ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਉਹ ਆਰਟਰੀ ਜੋ ਨਾਨ ਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ, ਆਰਟਰੀ ਨੂੰ ਹਮੇਸ਼ਾ ਡਾਇਰੈਕਸ਼ਨ ਦੇ ਹਿਸਾਬ ਨਾਲ ਦੇਖਣਾ ਹੈ। ਐਂਡ ਯੂ ਰੀਡ ਅਬਾਊਟ ਇਟ ਕਿ ਸਾਡੇ ਕੋਲ ਪਲਮਿਨਰੀ ਆਰਟਰੀ ਇੱਕ ਐਸੀ ਆਰਟਰੀ ਹੈਗੀ ਹੈ ਜੋ ਕਿ ਡੀਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ from the right ventricle to your lungs, and ਉੱਥੇ ਜਾ ਕੇ lungs ਜਾ ਕੇ ਆਪਣਾ ਆਕਸੀਜਨ ਜਦੋਂ ਆਪਾਂ ਬਰੀਥ ਕਰਦੇ ਹਾਂ, ਜੋ ਆਕਸੀਜਨ ਆਪਾਂ ਲਿੱਤਾ ਉਹ ਲੰਗਸ ਤੋਂ ਦੁਬਾਰਾ ਬਲੱਡ ਦੇ ਵਿੱਚ ਐਬਜ਼ੌਰਬ ਹੁੰਦਾ ਹੈ ਤੇ ਉੱਥੋਂ ਫਿਰ ਦੁਬਾਰਾ ਜਿਹੜਾ ਬਲੱਡ ਹੈਗਾ ਹੈ ਉਹ ਆਪਣੇ ਹਾਰਟ ਕੋਲ ਪਹੁੰਚਦਾ ਹੈ। ਸੋ ਪਲਮਿਨਰੀ ਆਰਟਰੀ ਇਜ਼ ਦੀ ਆਰਟਰੀ ਜੋ ਕਿ ਡੀਆਕਸੀਜਨੇਟਡ ਬਲੱਡ, ਨਾਨ ਆਕਸੀਜਨੇਟਡ ਬਲੱਡ ਰਾਈਟ ਵੈਂਟ੍ਰਿਕਲ ਤੋਂ ਕਿਹਦੇ ਕੋਲ ਲੈ ਕੇ ਆਉਂਦੀ ਹੈ, ਲੰਗਸ ਕੋਲ ਲੈ ਕੇ ਆਉਂਦੀ ਹੈ। ਰੀਨਲ ਆਰਟਰੀ ਆਪਸ਼ਨ ਗਲਤ ਹੈ, ਇਹ ਤਾਂ ਕਿਡਨੀ ਤੱਕ ਆਰਟਰੀ ਦੀ ਸਪਲਾਈ ਲੈ ਕੇ ਜਾਂਦੀ ਹੈ। ਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ ਫਰਮ ਹਾਰਟ ਟੂਵਰਡਸ ਕਿਡਨੀ। ਇਦਾਂ ਹੀ ਕੋਰਨਰੀ ਆਰਟਰੀ ਇਜ਼ ਆਲਸੋ ਰੋਂਗ, ਕੈਰੋਟਿਡ ਆਰਟਰੀ ਇਜ਼ ਆਲਸੋ ਰੋਂਗ। ਫੇਮਸ ਐਗਜ਼ਾਮਪਲ, ਇੰਨੀ ਕੰਪਲਿਕੇਸ਼ਨ ਚ ਪੈਣਾ ਹੀ ਨਹੀਂ ਹੈ, ਪਲਮਿਨਰੀ ਆਰਟਰੀ ਇਜ਼ ਦ ਬੇਸਿਕ ਆਂਸਰ ਜੋ ਕਿ ਤੁਹਾਡਾ ਡੀਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ ਫਰਮ ਹਾਰਟ ਟੂਵਰਡਸ ਲੰਗਸ। ਠੀਕ ਹੈ ਜੀ। ਦੋ ਹੀ ਐਕਸੈਪਸ਼ਨ ਨੇ, ਪਲਮਿਨਰੀ ਆਰਟਰੀ ਡੀਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ, ਔਨ ਦੀ ਅਦਰ ਹੈਂਡ ਪਲਮਿਨਰੀ ਵੇਨ ਆਕਸੀਜਨੇਟਡ ਬਲੱਡ ਕੈਰੀ ਕਰਦੀ ਹੈ। ਇਹ ਲੰਗਸ ਤੋਂ ਆਕਸੀਜਨੇਟਡ ਬਲੱਡ ਕਿੱਥੇ ਲੈ ਕੇ ਜਾਂਦੀ ਹੈ, ਹਾਰਟ ਤੱਕ ਲੈ ਕੇ ਜਾਂਦੀ ਹੈ। ਠੀਕ ਹੈ। ਪਲਮਿਨਰੀ ਆਰਟਰੀ ਇਜ਼ ਗੋਇੰਗ ਟੂ ਲੰਗਸ ਫॉर ਆਕਸੀਜਨ ਐਂਡ ਪਲਮਿਨਰੀ ਵੇਨ ਇਜ਼ coming from lungs towards the heart, ਉਹ already oxygen ਲੈ ਕੇ ਆ ਰਹੀ ਹੈ। ਸਿਰਫ ਆਹੀ ਦੋ exceptions ਨੇ ਸਾਡੀ ਪੂਰੀ human body ਦੇ ਵਿੱਚ, pulmonary artery and your pulmonary vein। ਠੀਕ ਹੋ ਗਿਆ ਜੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਇਜ਼ ਵੈਰੀ ਸਿੰਪਲ, ਸਿੱਧਾ ਪੁੱਛਿਆ ਗਿਆ ਹੈ, ਵਿਡਾਲ ਟੈਸਟ ਇਜ਼ ਡਨ ਫॉर द कंफर्मेशन ऑफ which disease?
ਡਿਜ਼ੀਜ਼ਸ ਬਹੁਤ ਪੁੱਛਦਾ ਹੈ ਪੀਪੀਐਸਸੀ ਬਾਇਓਲੋਜੀ ਸੈਕਸ਼ਨ ਦੇ ਵਿੱਚ, ਤਾਂ ਵਿਡਾਲ ਟੈਸਟ ਕਿਹੜੀ ਡਿਜ਼ੀਜ਼ ਵਾਸਤੇ ਹੁੰਦਾ ਹੈ ਇਹ ਸਭ ਨੂੰ ਪਤਾ ਹੈ, ਤੇ ਇਹਦਾ ਆਨਸਰ ਹੈਗਾ ਹੈ ਟਾਈਫਾਇਡ। ਟਾਈਫਾਇਡ ਇਜ਼ ਦੀ ਮੇਨ ਆਨਸਰ, ਤੇ ਇਹਦੇ ਵਾਸਤੇ ਵਿਡਾਲ ਟੈਸਟ ਕੀਤਾ ਜਾਂਦਾ ਹੈ। ਤੇ ਬੇਸਿਕਲੀ ਜਦੋਂ ਟਾਈਫਾਇਡ ਬੈਕਟੀਰੀਆ ਬੋਡੀ ਵਿੱਚ ਐਂਟਰ ਕਰਦਾ ਹੈ ਤਾਂ ਇਮਿਊਨ ਸਿਸਟਮ ਉਸ ਬੈਕਟੀਰੀਆ ਨੂੰ ਲੜਨ ਵਾਸਤੇ ਐਂਟੀਬਾਡੀਜ਼ ਪ੍ਰੋਡਿਊਸ ਕਰਦਾ ਹੈ। ਵਿਡਾਲ ਟੈਸਟ ਵਿੱਚ ਉਹ ਐਂਟੀਬਾਡੀਜ਼ ਨੂੰ ਟੈਸਟ ਕੀਤਾ ਜਾਂਦਾ ਹੈ ਕਿ ਕੀ ਇੱਕ ਪਰਸਨ ਦੀ ਬੋਡੀ ਦੇ ਵਿੱਚ ਟਾਈਫਾਇਡ ਬੈਕਟੀਰੀਆ ਦੇ ਅਗੇਂਸਟ ਐਂਟੀਬਾਡੀਜ਼ ਬਣੀਆਂ ਹੋਈਆਂ ਨੇ। ਜੇਕਰ ਤਾਂ ਬਣੀਆਂ ਹੋਣਗੀਆਂ ਤਾਂ ਤੁਹਾਡਾ ਵਿਡਾਲ ਟੈਸਟ ਜਿਹੜਾ ਹੈਗਾ ਉਹ ਪੋਜ਼ਿਟਿਵ ਆ ਜਾਏਗਾ। ਤਾਂ ਬੇਸਿਕਲੀ ਇੱਥੇ ਐਂਟੀਜਨ ਤੇ ਐਂਟੀਬਾਡੀ ਦੇ ਰਿਐਕਸ਼ਨ ਦੇ ਬੇਸਿਸ ਤੇ ਇਹ ਜਿਹੜਾ ਟੈਸਟ ਹੈਗਾ ਇਹ ਕੀਤਾ ਜਾਂਦਾ ਹੈ। ਅੱਗੇ ਵਧਦੇ ਹਾਂ। ਨੈਕਸਟ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਹੈ, ਮੈਚ ਲਿਸਟ 1 ਐਂਡ 2, select the answer using the code below। ਸਾਡੇ ਕੋਲ ਇੱਕ ਲਿਸਟ ਦਿੱਤੀ ਗਈ ਹੈ, ਇਹਦੇ ਵਿੱਚ ਕੀ ਹੈ ਦੇਖੋ ਪਲਾਂਟਸ ਨੇ ਤੇ ਉਹਨਾਂ ਦੀ ਇਕਨੋਮਿਕ ਇੰਪੋਰਟੈਂਸ ਨਾਲ ਰਿਲੇਟਡ ਇਹ ਕੁਐਸਚਨ ਹੈ, ਠੀਕ ਹੈ। ਇਹਦੇ ਵਿੱਚ ਕੁਝ ਮੈਡੀਸਿਨਲ ਪਲਾਂਟਸ ਨੇ, ਕੁਝ ਪਲਾਂਟੇਸ਼ਨ ਕ੍ਰੌਪਸ ਨੇ ਤੇ ਉਹਨਾਂ ਦਾ ਇਕਨੋਮਿਕ ਐਸਪੈਕਟ ਨਾਲ ਕੁਐਸਚਨ ਪੁੱਛਿਆ ਗਿਆ ਹੈ। ਸੋ ਇੱਕ ਇੱਕ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਸਪੀਸ਼ੀ ਦੀ ਗੱਲ ਕੀਤੀ ਗਈ ਹੈ ਦੈਟ ਇਜ਼ ਕਿਊਨਾਈਨ। ਕਿਊਨਾਈਨ ਜਿਹੜਾ ਹੈਗਾ ਹੈ ਇਹ ਇੱਕ ਮੈਡੀਸਿਨਲ ਪਲਾਂਟ ਹੈ। ਇਹਨੂੰ ਯੂਜ਼ ਕੀਤਾ ਜਾਂਦਾ ਹੈ ਮਲੇਰੀਆ ਦੇ ਟ੍ਰੀਟਮੈਂਟ ਦੇ ਵਿੱਚ। ਐਂਟੀ ਮਲੇਰੀਆ, ਇਸ ਤੋਂ ਪਹਿਲਾਂ ਕਿ ਐਂਟੀ ਮਲੇਰੀਆ ਡਰੱਗਸ ਡਿਵੈਲਪ ਕੀਤੇ ਜਾਂਦੇ, ਮਲੇਰੀਆ ਦੇ ਟ੍ਰੀਟਮੈਂਟ ਦੇ ਵਿੱਚ ਕਿਊਨਾਈਨ ਨੂੰ ਯੂਜ਼ ਕੀਤਾ ਜਾਂਦਾ ਸੀ ਫॉर ਮਲੇਰੀਆ। ਕਿਊਨਾਈਨ ਕਿੱਥੋਂ ਮਿਲਦਾ ਸਾਨੂੰ? देयर इज अ bark of सिंचोना ट्री। सिंचोना ट्री है, ਉਹ सिंचोना ट्री ਦੀ bark ਚੋਂ ਕਿਊਨਾਈਨ ਮਿਲਦਾ ਹੈ ਤੇ ਇਸ ਕਿਊਨਾਈਨ ਨੂੰ ਯੂਜ਼ ਕਰਕੇ ਜੋ ਮਲੇਰੀਆ ਹੈਗਾ ਉਹਨੂੰ ਟ੍ਰੀਟ ਕੀਤਾ ਜਾਂਦਾ ਹੈ। ਠੀਕ ਹੈ ਜੀ। ਅੱਜ ਕੱਲ੍ਹ ਦੇ ਟਾਈਮ ਸਾਡੇ ਕੋਲ ਡਰੱਗਸ ਆ ਗਏ ਆ, ਇਹ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਸਿੰਚੋਨਾ ਪਲਾਂਟੇਸ਼ਨਸ ਈਵਨ ਬ੍ਰਿਟਿਸ਼ਰਸ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਆਉਂਦੀਆਂ ਨੇ ਤੇ ਸਿੰਚੋਨਾ ਦੀ ਬਾਕ ਚੋਂ ਤੁਹਾਨੂੰ ਕਿਊਨਾਈਨ ਮਿਲਦਾ ਹੈ ਵਿਚ ਇਜ਼ ਯੂਜ਼ਡ ਫॉर ਮਲੇਰੀਆ। ਠੀਕ ਹੈ ਜੀ। ਨੈਕਸਟ ਹੈਗਾ मोलासिस। मोलासिस इज बेसिकली अ थिक एंड डार्क सिरप। ਜਦੋਂ ਵੀ ਗੰਨੇ ਦੇ ਰਸ ਚੋਂ ਜਦੋਂ ਸ਼ੂਗਰ ਨੂੰ ਐਕਸਟ੍ਰੈਕਟ ਕਰ ਲੈਂਦੇ ਆ, ਚੀਨੀ ਬਣਾ ਲੈਂਦੇ ਆ, ਸ਼ੂਗਰ ਬਣਾ ਲੈਂਦੇ ਆ, ਤਾਂ ਉਹਦੇ ਬਾਅਦ ਜੋ ਥਿਕ ਔਰ ਡਾਰਕ ਸਿਰਪ ਬਚ ਜਾਂਦਾ ਹੈ ਉਹਨੂੰ ਕਹਿੰਦੇ ਆ मोलासिस। ਸ਼ੂਗਰ ਕੇਨ ਦੀ ਕ੍ਰਸ਼ਿੰਗ, ਜੂਸ ਨੂੰ ਐਕਸਟ੍ਰੈਕਟ ਕਰਨ ਤੋਂ ਬਾਅਦ ਸ਼ੂਗਰ ਦੇ ਜਦੋਂ ਕ੍ਰਿਸਟਲਸ ਬਾਹਰ ਨਿਕਲ ਗਏ ਤਾਂ ਜਿਹੜਾ ਬਚ ਜਾਂਦਾ ਹੈ ਲਿਕੁਇਡ ਉਹਨੂੰ ਕਿਹਾ ਜਾਂਦਾ ਹੈ मोलासिस। ਹੁਣ ਇਹ मोलासिस ਦੇ ਬਹੁਤ ਸੇ ਇਸਤੇਮਾਲ ਹੈ। ਇਹਨੂੰ ਐਲਕੋਹਲ ਪ੍ਰੋਡਕਸ਼ਨ ਵਾਸਤੇ ਯੂਜ਼ ਕਰਦੇ ਆ, ਈਥਨੋਲ ਪ੍ਰੋਡਕਸ਼ਨ ਵਾਸਤੇ ਯੂਜ਼ ਕਰਦੇ ਆ, ਡਿਸਟਿਲਰੀਜ਼ ਵਿੱਚ ਯੂਜ਼ ਕਰਦੇ ਆ। ਈਵਨ ਕਰੰਟਲੀ ਜੇ ਆਪਾਂ ਕਰੰਟ ਨਾਲ ਰਿਲੇਟ ਕਰੀਏ, ਜਿਹੜਾ ਇੰਡੀਆ ਦਾ ਈਥਨੋਲ ਬਲੈਂਡਿੰਗ ਪ੍ਰੋਗਰਾਮ ਹੈ ਉਹ ਡਿਪੈਂਡ ਕਰਦਾ ਹੈ ਸ਼ੂਗਰ ਕੇਨ ਜੂਸ ਦੇ ਉੱਤੇ, ਉਹ ਡਿਪੈਂਡ ਕਰਦਾ ਹੈ मोलासिस ਦੇ ਉੱਤੇ। फाइन। सो मोलासिस इज अ बाय प्रोडक्ट ऑफ शुगर केन। ए मैचिंग भी ਜਿਹੜੀ ਹੈਗੀ ਉਹ ਸਹੀ ਹੈ। ਨੈਕਸਟ ਹੈਗਾ ਆਇਓਡੀਨ। ਆਇਓਡੀਨ ਨੂੰ ਐਕਸਟ੍ਰੈਕਟ ਕੀਤਾ ਜਾਂਦਾ ਹੈ ਫਰੋਮ ਅ ਮੈਰੀਨ ਐਲਗੇ ਜਿਹਨੂੰ ਆਪਾਂ ਕਹਿੰਦੇ ਆ ਸੀ ਕੈਲਪ। ਸੀ ਕੈਲਪ, ਜਿਹੜਾ ਸੀ ਕੈਲਪ ਹੁੰਦਾ ਹੈ ਨਾ, ਇਹ ਸੀ ਵਾਟਰ ਵਿੱਚੋਂ ਆਇਓਡੀਨ ਨੂੰ ਅਕਿਊਮੂਲੇਟ ਕਰਦਾ ਹੈ ਆਪਣੇ ਅੰਦਰ और इस सी कैल्प विचों आयोडीन ਨੂੰ एक्सट्रैक्ट किया जाता है विच इज वेरी इंपॉर्टेंट फॉर दी थायरॉयड ग्लैंड। ते इस करके आयोडीन की एक्सट्रैक्शन कित्थों हो रही है? सी कैल्प तो हो रही है। वेरी 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 इंपॉर्टेंट। एंड लास्टली रबर ते हीविया ਨੂੰ मैच किया गया है। नैचुरल रबर जिहड़ी हैगी है हीविया तो मिलती है एंड ये जिहड़ी मैचिंग हैगी है दिस इज ऑल्सो राइट। सो क्यूनाइन जिहड़ा हैगा, क्यूनाइन ਨੂੰ ਤੁਸੀਂ मैच करोगे किहदे नाल? सिंचोना दे नाल। क्यूनाइन की मैचिंग होएगी सिंचोना नाल। मोलेसिस कित्थों मिलते हैं? शुगर केन तो। आयोडीन कित्थों मिलता है? सी कैल्प चों। ते रबर कित्थों मिलता है? हीविया चों। सो आंसर ए वुड बी दी राइट आंसर। तो मतलब जो तुसीं वेजिटेशन पढ़नी है, इकनॉमिक इंपॉर्टेंस भी थानू प्लांट्स की स्पीशीज की पता होनी चाहिए है। वेरी बेसिक कॉन्सैप्ट जिथों कि क्वेश्चन पूछ लिया गया है। वेरी गुड क्वेश्चन येट अगैन। हुण जेकर आपां गल करिए साइंस एंड टेक दी ਤਾਂ ਸਾਡੇ ਕੋਲ ਪਹਿਲਾ ਕੁਐਸਚਨ ਆਂਦਾ ਹੈ ਕੇਅਰ ਨੂੰ ਲੈ ਕੇ। ਕ੍ਰਿਊ ਮੋਡਿਊਲ ਐਟਮੋਸਫੇਰਿਕ ਰੀ-ਐਂਟਰੀ ਐਕਸਪੈਰੀਮੈਂਟ ਇਜ਼ ਐਨ ਐਕਸਪੈਰੀਮੈਂਟ ਟੈਸਟ ਵਹੀਕਲ ਆਫ ਇਸਰੋਜ਼ ਫਿਊਚਰ ਆਰਬਿਟਲ ਵਹੀਕਲ ਕਾਲਡ ਐਜ਼ ਗਗਨਯਾਨ। ਨਾਓ ਇਹ ਉਸ ਟਾਈਮ ਤੇ ਕਰੰਟ ਅਫੇਅਰ ਸੀ, ਇਹ ਸਾਨੂੰ ਹੁਣ ਵੀ ਪਤਾ ਹੈ ਕਿ ਜਿਹੜਾ ਸਾਡਾ ਹਿਊਮਨ ਸਪੇਸ ਫਲਾਈਟ ਪ੍ਰੋਗਰਾਮ ਹੈ ਗਗਨਯਾਨ, ਉਹਦੇ ਵਾਸਤੇ ਜਿਹੜਾ ਕ੍ਰਿਊ ਮੋਡਿਊਲ ਐਟਮੋਸਫੇਰਿਕ ਰੀ-ਐਕਸਪੈਰੀਮੈਂਟ ਰੀ-ਐਂਟਰੀ ਐਕਸਪੈਰੀਮੈਂਟ ਜਿਹੜਾ ਹੈਗਾ ਉਹ ਕੀਤਾ ਜਾਂਦਾ ਸੀਗਾ। ਦਿਸ ਇਜ਼ ਮੋਸਟਲੀ ਕਰੰਟ ਜੋ ਕਿ ਉਸ ਟਾਈਮ ਤੇ ਨਿਊਜ਼ 'ਚ ਸੀਗਾ। ਹੁਣ
इस टाइम ते स्पेस मिशनस नाल जुड़े हुए टॉपिक्स ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਕਿਉਂਕਿ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਹੋਇਆ ਹੈ ਠੀਕ ਹੈ ਜੀ ਐਂਡ then comes another question. I guess this is the last question for us, which is small satellite launch vehicle. पहला question किदे बारे है? Small satellite launch vehicle दे बारे है. Again, space. ਤਾਂ मतलब PPSC space technology ਤੋਂ question ਪੁੱਛ ਰਹੀ ਹੈ. ਪਹਿਲੀ statement ਕਹਿੰਦੀ ਹੈ small satellite launch vehicle is a launch vehicle being developed by ISRO with payload capacity of 500 kgs to low Earth orbit or 300 kgs to Sun synchronous orbit for launching small satellite. Technical है breakdown करांगे. Second statement है कि manufacturing cost of small satellite launch vehicle is higher than PSLV, polar satellite launch vehicle. Space tech बहुत important हो गई. ਹੁਣ ਇਸਰੋ ਦੇ ਕੁਝ ਲਾਂਚ ਵਹੀਕਲਸ ਹੁੰਦੇ ਨੇ ਜਿਵੇਂ ਇੱਥੇ ਦੋ ਲਾਂਚ ਵਹੀਕਲਸ ਦੀ ਗੱਲ ਕੀਤੀ ਗਈ ਹੈ PSLV which is polar satellite launch vehicle ਤੇ SSLV which is small satellite launch vehicle. ਜਿਹੜਾ PSLV ਹੈ ਉਹਨੂੰ ਆਪਾਂ ਕਹਿੰਦੇ ਆ ਵਰਕ ਹਾਰਸ ਆਫ ਇਸਰੋ. ਇਹ ਮੋਸਟਲੀ ਜਿੰਨੀ ਵੀ ਆਪਣੀਆਂ ਅਰਥ ਆਬਜ਼ਰਵੇਸ਼ਨ ਸੈਟੇਲਾਈਟਸ ਨੇ ਨੈਵੀਗੇਸ਼ਨ ਸੈਟੇਲਾਈਟਸ ਨੇ ਸਾਇੰਟੀਫਿਕ ਮਿਸ਼ਨਸ ਨੇ ਜਿਵੇਂ ਚੰਦਰਯਾਨ 1 ਸੀ ਮੰਗਲਯਾਨ ਸੀ ਉਹਨਾਂ ਵਿੱਚ PSLV ਨੂੰ ਯੂਜ਼ ਕੀਤਾ ਗਿਆ. ਜੇ ਇਸ ਤੋਂ ਵੀ ਹੈਵੀਅਰ ਸੈਟੇਲਾਈਟਸ ਹੋਣ ਤਾਂ ਫਿਰ ਆਪਾਂ GSLV ਯੂਜ਼ ਕਰਦੇ ਹਾਂ. ਇੰਡੀਆ ਕੋਲ ਹਾਈਐਸਟ ਆਪਰੇਸ਼ਨਲ ਰਾਕਟ ਜਿਹੜਾ ਹੈ ਜੋ ਕਿ ਗਗਨਯਾਨ ਵਾਸਤੇ ਯੂਜ਼ ਹੋ ਰਿਹਾ that is LVM-3 is the highest. ਹੁਣ ਕੁਐਸਚਨ ਪੁੱਛਿਆ ਗਿਆ ਤੁਹਾਨੂੰ SSLV ਨੂੰ ਲੈ ਕੇ which is designed for small satellites. ਇਹਦਾ ਨਾਮ ਹੀ ਦੱਸ ਰਿਹਾ small satellite launch vehicle. ਹੁਣ SSLV ਨੂੰ ਡਿਵੈਲਪ ਤਾਂ ਕੀਤਾ ਗਿਆ ਬਿਕਾਜ਼ ਪਹਿਲਾਂ ਕੀ ਹੁੰਦਾ ਸੀ ਕਿ ਬਹੁਤ ਘੱਟ ਆਪਾਂ ਸਪੇਸ ਮਿਸ਼ਨਸ ਕਰਦੇ ਸੀ ਤੇ ਲਾਰਜ ਸੈਟੇਲਾਈਟਸ ਹੀ ਜਾਂਦੀਆਂ ਸੀ ਬਟ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਮਾਲ ਸੈਟੇਲਾਈਟਸ ਭੇਜਦੇ ਨੇ ਹੰਡਰਡਸ ਆਫ ਸਮਾਲ ਸੈਟੇਲਾਈਟਸ ਕਿਊਬਸੈਟ ਨੈਨੋਸੈਟ ਸਟਾਰਟਅਪ ਸੈਟੇਲਾਈਟਸ ਦਿਸ ਇਜ਼ ਦ ਨਿਊ ਟ੍ਰੈਂਡ ਨਾਓ. ਤਾਂ ਇਸ ਕਰਕੇ ਇਸਰੋ ਨੇ ਇੱਕ ਚੀਪ ਤੇ ਕੁਇਕ ਲਾਂਚ ਨੂੰ ਅਚੀਵ ਕਰਨ ਵਾਸਤੇ SSLV ਨੂੰ ਡਿਵੈਲਪ ਕੀਤਾ ਹੈ. ਡੈਫੀਨੇਟਲੀ ਇਸਰੋ ਨੇ ਡਿਵੈਲਪ ਕੀਤਾ ਹੈ ਤੇ ਇਹਦੀ ਜੇ ਆਪਾਂ ਕੈਪੇਬਿਲਿਟੀਜ਼ ਦੀ ਗੱਲ ਕਰੀਏ ਤਾਂ ਪੇਲੋਡ ਕੈਪੈਸਿਟੀ ਹੈਗੀ ਹੈ 500 kgs ਅਪ ਟਿਲ ਲੋ ਅਰਥ ਆਰਬਿਟ and 300 kgs to sun synchronous orbit for the small satellites. ਤਾਂ ਪਹਿਲੀ ਸਟੇਟਮੈਂਟ ਬਿਲਕੁਲ ਸਹੀ. ਦਿਸ ਇਜ਼ ਦੀ ਸਪੈਸੀਫਿਕੇਸ਼ਨ ਕਿ ਜੇ ਆਪਾਂ ਸਮਾਲ ਸੈਟੇਲਾਈਟ ਨੂੰ ਲਾਂਚ ਕਰਨਾ ਹੈ ਤਾਂ ਉਹਦਾ ਜਿਹੜੀ ਕੈਪੈਸਿਟੀ ਹੈਗੀ ਹੈ ਲੋ ਅਰਥ ਆਰਬਿਟ ਤੱਕ 500 kg ਦੀ ਹੈ ਤੇ ਸਨ ਸਿੰਕਰੋਨਸ ਆਰਬਿਟ ਤੱਕ 300 kg ਦੀ ਜਿਹੜੀ ਸੈਟੇਲਾਈਟ ਹੈਗੀ ਹੈ ਉਹ ਜਾ ਸਕਦੀ ਹੈ. ਸੋ ਇਹ ਸੀਗੀ ਤੁਹਾਡੀ ਪਹਿਲੀ ਸਟੇਟਮੈਂਟ. ਹੁਣ ਦੂਸਰੀ ਸਟੇਟਮੈਂਟ ਹੈ ਮੈਨੂਫੈਕਚਰਿੰਗ ਕਾਸਟ ਆਫ SSLV ਇਜ਼ ਹਾਇਰ ਦੈਨ PSLV. ਇਹ ਹੋ ਹੀ ਨਹੀਂ ਸਕਦਾ. PSLV ਜੋ ਹੈਵੀ ਸੈਟੇਲਾਈਟਸ ਨੂੰ ਲੈ ਕੇ ਜਾ ਰਹੀ ਹੈ that is more costly than the small satellite launch vehicle. The second statement गलत है, first statement सही है. Answer is only one. Fine everybody. So understand this. ਆਪਾਂ ਇੰਨੀ डिटेल ਵਿੱਚ ਜਿਹੜੇ टॉपिक्स डिस्कस ਕੀਤੇ ਇਹਦੇ ਨਾਲ ਸਾਨੂੰ ਇਹ ਸਮਝ ਆਇਆ ਕਿ PPSC ਬਹੁਤ ਅੱਛੇ ਐਪਲੀਕੇਸ਼ਨ ਬੇਸਡ ਸਾਇੰਸ ਟੈਕ ਦੇ ਕੁਐਸਚਨਸ ਪੁੱਛਦੀ ਹੈ ਚਾਹੇ ਉਹ ਫਿਜ਼ਿਕਸ ਹੋਵੇ ਕੈਮਿਸਟਰੀ ਹੋਵੇ ਬਾਇਓ ਹੋਵੇ ਤੇ ਟੈਕਨੋਲੋਜੀ ਦੇ ਵਿੱਚ ਸਪੇਸ ਟੈਕਨੋਲੋਜੀ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ. ਸੋ ਦੈਟ ਇਜ਼ ਆਲ ਫॉर ਦਿਸ ਵੀਡੀਓ. ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤੁਸੀਂ ਕੁਝ ਲਰਨ ਕੀਤਾ ਕੁਝ ਸਮਝਿਆ ਇਸ ਵੀਡੀਓ ਤੋਂ ਪਲੀਜ਼ ਲਾਈਕ ਐਂਡ ਕਮੈਂਟ ਡਾਊਨ ਬਿਲੋ ਐਂਡ ਮੈਂ ਤੁਹਾਨੂੰ ਮਿਲਦੀ ਹਾਂ ਆਪਣੀ ਨੈਕਸਟ ਵਨ ਦੇ ਵਿੱਚ ਨੈਕਸਟ ਪੇਪਰ ਨੈਕਸਟ ਸਬਜੈਕਟ ਐਂਡ ਵਿਲ ਐਨਾਲਾਈਜ਼ ਦੈਟ ਸਬਜੈਕਟ ਇਨ ਡਿਟੇਲ. ਥੈਂਕ ਯੂ ਸੋ ਮਚ ਫॉर ਵਾਚਿੰਗ. ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ.